ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ ਸਭ ਸਤਿਕਾਰਤ ਸਰੋਤਿਆਂ ਨੂੰ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦੇ ਹਾਂ ਐਤਵਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਕਿਉਂਕਿ ਮੀਡੀਆ ਸਵੇਰ ਦਾ ਖਫਾ ਖੂਨ ਹੋਈ ਜਾਂਦਾ, ਲੋਕ ਵੀ ਜਾਣਨਾ ਚਾਹੁੰਦੇ ਸੀ, ਸੋ ਸਮਾਂ ਕੱਢ ਕੇ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਕੁਝ ਸਮੇਂ ਲਈ ਤੁਹਾਡੇ ਨਾਲ ਜੁੜਾਂਗੇ, ਨਾਲ ਤੁਹਾਡੀਆਂ ਵੀ ਕਾਲਸ ਲਵਾਂਗੇ। ਮਾਫੀ ਚਾਹੁੰਦੇ, ਹੁਣ ਤੱਕ ਰਿਕਾਰਡਡ ਪ੍ਰੋਗਰਾਮ ਸੀ, ਬਹੁਤ ਸਾਰੀਆਂ ਤੁਹਾਡੀਆਂ ਕਾਲ ਆਈਆਂ, ਸੁਨੇਹੇ ਆਏ, ਤੇ ਫਿਰ ਇਸ ਕਰਕੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲਾਈਵ ਹੋਣ ਦਾ ਇਹ ਫੈਸਲਾ ਕੀਤਾ। ਕਿਉਂਕਿ ਜਿਸ ਤਰ੍ਹਾਂ ਦੀ ਦੋਸਤੋ ਸਥਿਤੀ ਹੈ, ਪੰਜਾਬ ਵਜ਼ਾਰਤ ਦੇ ਵਿੱਚ ਜੋ ਖਲਾ ਬਣਿਆ ਹੋਇਆ ਸੀ, ਉਸ ਮੁਤਲਕ ਜਿਹੜਾ ਫੈਸਲਾ ਲਿਆ ਗਿਆ ਕਾਂਗਰਸ ਹਾਈ ਕਮਾਂਡ ਵੱਲੋਂ, ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਸੀਐਮ ਨਿਯੁਕਤ ਕੀਤਾ ਗਿਆ। ਬ੍ਰਹਮ ਮਹਿੰਦਰਾ ਡਿਪਟੀ ਸੀਐਮ ਹੋਣਗੇ। ਹਾਲਾਂਕਿ ਬੜੇ ਇਸ ਤੇ ਸਮੀਕਰਨ ਨੇ ਤੇ ਕਾਂਗਰਸ ਨੇ ਇਸ ਦੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ, ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਸੀ, ਬੜੇ ਤਾਕਤਵਰ ਮੁੱਖ ਮੰਤਰੀ ਦੀ ਜ਼ਰੂਰਤ ਸੀ ਜਿਹੜਾ ਸੰਜੀਦਗੀ ਨਾਲ ਇਸ ਸਾਰੇ ਮਸਲੇ ਨੂੰ, ਜਿਹੜਾ 100 ਦਿਨ ਦਾ ਕਾਰਜਕਾਲ ਸੀ, ਉਸ ਨੂੰ ਨੇਪਰੇ ਚਾੜ੍ਹਦਾ। ਪਰ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ, ਕਾਰਜਸ਼ੈਲੀ ਹੈ, ਉਸ ਤੋਂ ਹੀ ਕਿਸੇ ਬੰਦੇ ਦੀ ਆਉਣ ਵਾਲੇ ਸਮੇਂ ਦੀ ਕਾਰਗੁਜ਼ਾਰੀ ਦਾ ਵਰਕਿੰਗ ਦੇ ਅੰਦਾਜ਼ੇ ਲੱਗਦੇ ਨੇ। ਤੇ ਜਿਸ ਤਰ੍ਹਾਂ ਵਿਧਾਨ ਸਭਾ 'ਚ ਹੋਇਆ ਸੀ ਸਾਰਾ ਸਿਲਸਿਲਾ, ਉਹ ਤੁਹਾਨੂੰ ਪਤਾ ਹੀ ਹੈ, ਆਪਾਂ ਉਸ ਤੇ ਵੀ ਗੱਲਬਾਤ ਕਰਨੀ ਹੈ ਕਿ ਕਿਸ ਤਰ੍ਹਾਂ ਦਲਿਤ ਵੋਟ ਬੈਂਕ ਨੂੰ ਕੈਸ਼ ਕਰਨ ਦੇ ਵਾਸਤੇ ਪਾਰਟੀਆਂ ਇਸ ਤਰ੍ਹਾਂ ਦਾ ਪੱਤਾ ਖੇਡਦੀਆਂ ਨੇ, ਪਰ ਇਹ ਪੱਤਾ ਬਹੁਤਾ ਸਫਲ ਨਹੀਂ ਹੁੰਦਾ। ਭਾਵੇਂ ਭਾਵੁਕ ਤੌਰ ਤੇ ਹਰ ਬੰਦਾ ਆਪਣੀ ਜਾਤ ਵਿਸ਼ੇਸ਼ ਨੂੰ ਤਵੱਜਮ ਦਿੰਦਾ, ਪਰ ਇਹ ਇੱਕ ਜਜ਼ਬਾਤ ਤੱਕ ਸੀਮਤ ਹੁੰਦਾ, ਇਸ ਤੋਂ ਅੱਗੇ ਨਹੀਂ ਹੈ। ਸੋ ਇਸ ਦੌਰਾਨ ਕੋਈ ਵੀ ਜਾਤ ਦਾ ਵਿਅਕਤੀ ਹੋਵੇ, ਉਹ ਮਾਨੇ ਨਹੀਂ ਰੱਖਦਾ ਉਸ ਬੰਦੇ ਦੀ ਕਾਰਗੁਜ਼ਾਰੀ, ਉਸ ਦੀ ਜਿਹੜੀ ਲਾਈਫ ਸਟਾਈਲ ਹੈ, ਉਸ ਦੀ ਖਾਸ ਕਰਕੇ ਲਾਈਫ ਸਟਾਈਲ ਵੀ ਨਹੀਂ, ਉਸ ਦੀ ਨਿੱਜੀ ਵਰਕਿੰਗ ਕੀ ਰਹੀ ਹੈ ਆਪਣੇ ਪੇਸ਼ੇ ਪ੍ਰੋਫੈਸ਼ਨ ਪ੍ਰਤੀ, ਉਹ ਚੀਜ਼ਾਂ ਵੀ ਮਾਨੇ ਰੱਖਦੀਆਂ ਨੇ। ਤੇ ਲਓ, ਸਵਾਗਤ ਕਰਦੇ ਹਾਂ ਐਡਵੋਕੇਟ ਸੁਰਿੰਦਰ ਸਿੰਘ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਇਸ ਵਕਤ ਸਾਡੀ ਜਿਹੜੀ ਟਿਵਾਣਾ ਰੇਡੀਓ ਦੀ ਵੈਬਸਾਈਟ ਹੈ, ਉੱਥੇ ਲਾਈਵ ਸੁਣ ਸਕਦੇ ਹੋ। tivanaradio.com ਆਪਣੀ ਵੈਬਸਾਈਟ ਹੈ, ਤੇ ਜਾਂ ਫਿਰ ਇਹਨਾਂ ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਟਿਵਾਣਾ ਰੇਡੀਓ ਦਾ YouTube ਪੇਜ ਤੇ ਫੇਸਬੁੱਕ ਪੇਜ ਤੇ ਵੀ ਲਾਈਵ ਸੁਣ ਸਕਦੇ ਹੋ। ਫੇਸਬੁੱਕ ਪੇਜ ਤੇ ਲਾਈਵ ਨਹੀਂ ਹੈ, ਮੈਂ ਮਾਫੀ ਚਾਹਾਂਗਾ। ਕੱਲ ਤੱਕ, ਪਰਸੋਂ ਤੱਕ ਆਪਣਾ ਫੇਸਬੁੱਕ ਵਾਲਾ ਕੰਮ ਵੀ ਓਕੇ ਹੋ ਜਾਏਗਾ। ਤੇ ਅੱਜ ਇਸ ਵਕਤ ਆਪਾਂ ਸਿਰਫ YouTube ਚੈਨਲ ਆ ਜਿਹੜਾ ਆਪਣਾ ਟਿਵਾਣਾ ਰੇਡੀਓ ਦਾ, ਉਸੇ ਤੇ ਲਾਈਵ ਹੈ। ਤੇ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ ਹੈ ਆਪਣਾ 667 930 9260 667 930 9260 ਆਪਣਾ ਜਿਹੜਾ ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦਾ, ਉਸ ਤੇ ਇਹ ਪ੍ਰੋਗਰਾਮ ਲਾਈਵ ਸੁਣਿਆ ਜਾ ਸਕਦਾ ਹੈ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਜਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਵਾਉਣਾ, ਤਾਂ ਆਪਣਾ ਜਿਹੜਾ WhatsApp ਗਰੁੱਪ ਨੰਬਰ ਹੈ ਉਹ ਹੈ 9876309655 9876309655। ਇਸ ਨੰਬਰ ਦੇ WhatsApp ਗਰੁੱਪ ਦੇ ਵਿੱਚ ਆਪ ਜੀ ਸ਼ਾਮਲ ਹੋ ਸਕਦੇ ਹੋ। ਤੇ ਇਸ ਦੌਰਾਨ ਤੁਹਾਨੂੰ ਪ੍ਰੋਗਰਾਮ ਜਦੋਂ ਵੀ ਲਾਈਵ ਹੁੰਦਾ ਹੈ ਤੇ ਉਸ ਦਾ ਲਿੰਕ ਮਿਲ ਜਾਂਦਾ ਹੈ। ਕੋਈ ਖਾਸ ਸੂਚਨਾ ਅਰਜੈਂਟ ਲਾਈਵ ਹੋਣ ਦੀ ਜਾਂ ਪ੍ਰੋਗਰਾਮ ਦੇ ਵਿੱਚ ਦੇਰੀ ਦੀ, ਲੇਟ ਲਤੀਫੀ ਦੀ, ਉਸ ਬਾਰੇ ਵੀ ਤੁਹਾਨੂੰ ਸੂਚਿਤ ਕਰ ਦਿੱਤਾ ਜਾਂਦਾ। ਸੋ ਟਿਵਾਣਾ ਰੇਡੀਓ ਦੇ ਇਸ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣ ਵਾਸਤੇ ਨੰਬਰ ਨੋਟ ਕਰ ਲਓ 9876309655। ਜੇ ਕੋਈ ਮਾਧਿਅਮ ਕੋਈ ਵੀ ਨਹੀਂ ਚੱਲਦਾ ਤਾਂ ਸਾਡੀ ਆਈਫੋਨ ਤੇ ਐਂਡਰਾਇਡ ਐਪਸ ਨੇ, ਉਹਨਾਂ ਤੇ ਸੁਣਿਆ ਜਾ ਸਕਦਾ, ਜਾਂ ਫਿਰ ਸਾਡੀ ਵੈਬਸਾਈਟ www.tivanaradio.com ਤੇ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਐਡਵੋਕੇਟ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਦੀਆਂ ਕਿਆਸ ਰਾਈਆਂ ਸੀ, ਚਰਨਜੀਤ ਚੰਨੀ ਦਾ ਨਾਂ ਤਾਂ ਇਹਨਾਂ ਚਾਰਾਂ 'ਚ ਵੀ ਨਹੀਂ ਸੀਗਾ। ਬੜੇ ਘਟਨਾਕ੍ਰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਟੇ ਨੇ। ਮੀਡੀਆ ਨੇ ਵੀ ਆਪਣੀ ਜਿੰਨੀ ਕਿ ਜਿਹਦੀ ਪਹੁੰਚ ਹੈ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਮੀਡੀਆ ਦੀ ਵੀ ਇਸ ਵਰਕਿੰਗ ਦੀ ਚਰਚਾ ਕਰਾਂਗੇ। ਠੀਕ ਹੈ, ਉਹਨਾਂ ਦੀ ਵੀ ਮਿਹਨਤ ਹੈ, ਉਹਨਾਂ ਦੇ ਵੀ ਦਮੜੇ ਨੇ, ਪਰ ਕਿਤੇ ਨਾ ਕਿਤੇ ਅਸਪਸ਼ਟ ਖਬਰਾਂ ਪੇਸ਼ ਕਰਨਾ ਵੀ ਮੀਡੀਆ ਦੀ ਗੈਰ ਜ਼ਿੰਮੇਵਾਰੀ ਹੈ। ਕਿਉਂਕਿ ਅੰਦਰ ਵੀ ਮੀਡੀਆ ਵੀ ਇਹਦੇ 'ਚ ਪੂਰਾ ਜ਼ਿੰਮੇਵਾਰ ਨਹੀਂ, ਅੰਦਰ ਵੀ ਬੜਾ ਕੁਝ ਵਾਪਰਿਆ। ਸੁਨੀਲ ਜਾਖੜ ਸਭ ਤੋਂ ਬੈਸਟ ਸੀਐਮ ਸਨ ਜੋ ਮੈਂ ਸਮਝਦਾ, ਕਿਉਂਕਿ ਮਹਾਜਨ ਬੰਦੇ ਨੇ, ਬਿਨਾਂ ਵਜ੍ਹਾ ਜਿਹੜਾ ਉਹ ਜਿੱਦ ਕੱਢਣ ਵਾਲੇ ਨਹੀਂ ਸੀ। ਜਿਵੇਂ ਨਵਜੋਤ ਸਿੰਘ ਸਿੱਧੂ ਦੀ ਸਿਰਫ ਬਾਦਲਾਂ ਤੱਕ ਸੀਮਤ ਹੈ ਜਿੱਦ, ਉਹ ਵੀ ਸਿਆਸਤ ਦੇ ਵਿੱਚ ਨਹੀਂ। ਕਿਉਂਕਿ ਜਿਸ ਪ੍ਰੋਫੈਸ਼ਨ 'ਚੋਂ ਬੰਦਾ ਤੁਹਾਨੂੰ 100 ਊਚ ਨੀਚ ਕਹਿ ਜਾਂਦਾ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਸੇ ਨਾਲ ਜਿੱਦ ਕੱਢੀ ਜਾਓ। ਹੁਣ ਜਿਵੇਂ ਸਾਨੂੰ ਕੋਈ ਬੋਲ ਜਾਂਦਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਵਿਅਕਤੀ ਵਿਸ਼ੇਸ਼ ਨਾਲ ਜਿੱਦ ਰੱਖੀਏ।
ਤੇ ਇਸ ਕਰਕੇ ਸੈਕੰਡ ਆਪਸ਼ਨ ਸੀ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਤੇ ਚੱਲੀ, ਉਸ ਨੂੰ ਲੈ ਕੇ ਸਿੱਧੂ ਅਨਸੇਫ ਮਹਿਸੂਸ ਕਰਦਾ ਤੇ ਸਿੱਧੂ ਨੇ ਫਿਰ ਉਸ ਦੇ ਨਾਲੋਂ ਚਰਨਜੀਤ ਸਿੰਘ ਚੰਨੀ ਨੂੰ ਬਣਾਉਣਾ ਹੀ ਬਿਹਤਰ ਸਮਝਿਆ। ਪਰ ਜਿਸ ਤਰ੍ਹਾਂ ਦੀ ਉਹਨਾਂ ਦੀ ਵਰਕਿੰਗ ਰਹੀ ਹੈ, ਵਿਵਾਦਤ ਵਰਕਿੰਗ ਰਹੀ ਹੈ, ਕਮਜ਼ੋਰ ਸੀਐਮ ਸਾਬਤ ਹੋਣਗੇ, ਕਿਉਂਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹੜਾ ਕਮਜ਼ੋਰ ਸੀਐਮ ਕਾਮਯਾਬ ਨਹੀਂ ਹੈ, ਲੋਕ ਨਹੀਂ ਪਸੰਦ ਕਰਦੇ। ਇੱਥੇ ਡਾਂਗ ਵਾਲਾ ਬੰਦਾ ਚਾਹੀਦਾ ਹੈ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਹੁਣ ਇਹਨਾਂ ਦਾ ਜਿਹੜੀ ਵਰਕਿੰਗ ਸੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ, ਕਈ ਵਿਵਾਦ ਨੇ, ਖਾਸ ਕਰਕੇ ਪਿੱਛੇ ਜੇ ਇੱਕ ਅਖਬਾਰ ਸਮੂਹ ਨੇ ਕਵਰੇਜ ਕੀਤੀ ਸੀ ਕਿ ਇਹਨਾਂ ਨੂੰ ਕਿਸੇ ਜੋਤਸ਼ੀ ਨੇ ਆਖਿਆ, ਇਹਨਾਂ ਨੇ ਆਖਿਆ ਕਿ ਮੈਂ ਵੱਡਾ ਅਹੁਦਾ ਲੈਣਾ ਚਾਹੁੰਦਾ, ਤਾਂ ਉਹ ਜੋਤਸ਼ੀ ਕਹਿੰਦਾ ਵੀ ਤੂੰ ਇਦਾਂ ਕਰ, ਹਾਥੀ ਤੇ ਚੜ੍ਹ ਕੇ ਸਫ਼ਰ ਕਰ। ਫਿਰ ਆਪਣੀ ਸਰਕਾਰੀ ਰਿਹਾਇਸ਼ ਦੇ ਆਲੇ ਦੁਆਲੇ ਚਰਨਜੀਤ ਸਿੰਘ ਚੰਨੀ ਨੇ ਹਾਥੀ ਤੇ ਚੜ੍ਹ ਕੇ ਸਫ਼ਰ ਕੀਤਾ, ਉਹਦੀਆਂ ਫੋਟੋਆਂ ਲੱਗੀਆਂ, ਫਿਰ ਉਜਰਤ ਰਾਜ ਹੋਏ। ਸੋ ਇਸ ਕਰਕੇ ਇਸ ਤਰ੍ਹਾਂ ਦੀ ਵਰਕਿੰਗ ਅਗਰ ਹੋਊਗੀ, ਇਸ ਤਰ੍ਹਾਂ ਜੋਤਸ਼ੇ ਪਾਂਡਿਆਂ ਦੇ ਕਹੇ ਤੇ ਕੋਈ ਬੰਦਾ ਵਰਕ ਕਰੇਗਾ, ਠੀਕ ਹੈ ਕਿ ਉਹ ਜੋਤਸ਼ੀ ਨੇ ਤਾਂ ਕਹਿਣਾ ਦੇਖਿਆ ਜੀ ਮੈਂ ਕਿਹਾ ਸੀ ਵੱਡਾ ਅਹੁਦਾ ਮਿਲ ਜੂ, ਪਰ ਇਹ ਵੱਡਾ ਅਹੁਦਾ ਨਹੀਂ, ਪੈਰ ਹੇਠ ਬਟੇਰ ਹੈ, ਕਾਮਯਾਬ ਸੀਐਮ ਉਹ ਨਹੀਂ ਹੋਣਗੇ। ਹੋਰ ਬੜੇ ਕੁਝ ਵਿਵਾਦ ਨੇ ਉਹਨਾਂ ਨਾਲ, ਨਿੱਜੀ ਤੌਰ ਤੇ ਆਪਾਂ ਨਿੱਜੀ ਵਿਵਾਦਾਂ 'ਚ ਨਹੀਂ ਜਾਵਾਂਗੇ, ਪਰ ਇਸ ਤਰ੍ਹਾਂ ਪਖੰਡ, ਇਸ ਤਰ੍ਹਾਂ ਦੀਆਂ ਚੀਜ਼ਾਂ, ਤੇ ਖਾਸ ਕਰਕੇ ਵਿਧਾਨ ਸਭਾ 'ਚ ਜਿਹੜੀ ਉਹਨਾਂ ਦੀ ਵਰਕਿੰਗ ਸੀ, ਸੁਖਬੀਰ ਤੇ ਮਜੀਠਾ ਨੇ, ਕਿਉਂਕਿ ਉਹ ਵੀ ਵਿਗੜੇ ਹੋਏ ਨੇਤਾ ਨੇ, ਉਹਨਾਂ ਨੇ ਪੁੱਛਿਆ ਕਿ ਚਲੋ ਇੱਕ ਕੰਮ ਗਿਣਾ ਦਿਓ ਤੁਹਾਡਾ, ਤਾਂ ਚੰਨੀ ਨੇ ਆਖਿਆ ਜੀ ਅਸੀਂ ਪੈਚ ਲਾਏ, ਦੱਸੋ ਇਹ ਕੋਈ ਕੰਮ ਆ ਦੱਸਣ ਵਾਲਾ। ਉਸ ਤੋਂ ਬਾਅਦ ਕਿੰਨਾ ਮਜ਼ਾਕ ਉਡਿਆ। ਫਿਰ ਦੂਸਰੇ ਦਿਨ ਚਰਨਜੀਤ ਸਿੰਘ ਚੰਨੀ ਆਪਣਾ ਸੈੱਲ ਫੋਨ ਜੇਬ 'ਚ ਪਾ ਕੇ ਲੈ ਗਏ ਵੀਡੀਓ ਲਾਈਵ ਕਰਨ ਵਾਸਤੇ, ਉਹ ਉਹਨਾਂ ਦਾ ਡਿੱਗਿਆ, ਉੱਥੇ ਖਿੱਲੀ ਉਡੀ। ਸੋ ਇਦਾਂ ਦਾ ਸੀਐਮ ਜਿਹੜਾ ਬਣਾਉਣਾ, ਕੀ ਇਸ ਖਿਲਰ ਦੇ ਪੰਜਾਬ ਦੇ ਲਈ ਇਹ ਵਾਕਈ ਪੈਚ ਲਗਾ ਸਕਣਗੇ ਜਾਂ ਆਪਣਾ ਪੜਾਕਾ ਕਾਂਗਰਸ ਨੇ ਪਵਾ ਲਿਆ? ਮੈਨੂੰ ਤਾਂ ਲੱਗਦੀ ਹੈ ਕਾਂਗਰਸ ਦਾ ਇਹ ਬਹੁਤ ਕੁਤਾਹੀ ਵਾਲਾ ਤੇ ਕਮਜ਼ੋਰ ਫੈਸਲਾ। ਜੀ ਸੁਰਿੰਦਰ ਜੀ ਕੰਟੀਨਿਊ, ਕੁਝ ਪਲ ਕਾਲ ਨਹੀਂ ਲਵਾਂਗੇ ਦੋਸਤੋ, 5-10 ਮਿੰਟ ਸੁਰਿੰਦਰ ਜੀ ਤੋਂ ਲੈ ਕੇ ਫਿਰ ਆਪਾਂ ਕਾਲ ਲਗਾਤਾਰ ਲਵਾਂਗੇ, ਤੇ ਫਿਰ ਹੁਣ ਤੱਕ ਦੇ ਪੰਜਾਬ ਦੇ ਸੀਐਮ ਤੇ ਉਹਨਾਂ ਦੀ ਵਰਕਿੰਗ ਤੇ ਵੀ, ਜਿਸ ਤਰ੍ਹਾਂ 32% ਵੋਟ ਬੈਂਕ ਨੂੰ ਰੁਝਾਉਣ ਦੇ ਵਾਸਤੇ ਜੋ ਕਵਾਇਦ ਕੀਤੀ ਹੈ, ਤੇ ਉਹ ਬਹੁਤੀ ਕਾਮਯਾਬ ਨਹੀਂ ਹੋਣੀ, ਕਿਉਂਕਿ ਸੁਰਿੰਦਰ ਵੀਰ ਹਾਲਾਤ ਇਹ ਹੁੰਦੇ ਨੇ ਕਿ ਕੋਈ ਭਰਾ ਦੇ ਕਹੇ ਤੇ ਭਰਾ ਵੋਟ ਨਹੀਂ ਪਾਉਂਦਾ, ਮਾਂ ਦੇ ਕਹੇ ਤੇ ਪੁੱਤ ਵੋਟ ਨਹੀਂ ਪਾਉਂਦਾ। NRI ਬਥੇਰੇ ਪਿੱਟੇ ਨੇ, ਕਿਹਨੇ ਵੋਟ ਪਾਤੀ ਆਪ ਨੂੰ? ਸੋ ਇਸ ਕਰਕੇ ਕੀ ਦਲਿਤ ਜਾਂ ਜੱਟ ਵੋਟ ਦੇ ਆਧਾਰ ਤੇ ਬੰਦੇ ਚੁਣੇ ਜਾਣੇ, ਇਹ ਮੇਰੇ ਖਿਆਲ ਫੇਲ ਪੈਟਰਨ ਆ ਜਿਹੜਾ ਹੁਣ ਸਰਕਾਰਾਂ ਅਡਾਪਟ ਕਰਦੀਆਂ ਨੇ। ਕੰਟੀਨਿਊ ਪਲੀਜ਼, ਕਾਲ ਨਹੀਂ ਲਵਾਂਗੇ, 5 ਮਿੰਟ ਫਿਰ ਬਸ ਤੁਹਾਡੀਆਂ ਕਾਲ ਲਗਾਤਾਰ। ਜੀ ਸੁਰਿੰਦਰ ਕੰਟੀਨਿਊ ਪਲੀਜ਼। ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਦਿਆਂ ਕਿ ਤੁਸੀਂ ਹਾਥੀ ਤੇ ਬਹਿ ਕੇ ਰਾਉਂਡ ਲਾਉਣ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਇੱਕ ਘਟਨਾ ਵਾਪਰ ਗਈ ਸੀ 2017 'ਚ, ਜਿਸ ਵੇਲੇ ਚਰਨਜੀਤ ਸਿੰਘ ਚੰਨੀ ਮਿਨਿਸਟਰ ਬਣੇ ਆ। ਉਸ ਵੇਲੇ ਕੀ ਵਾਪਰਿਆ ਸੀ ਕਿ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਕੋਠੀ ਆ, ਠੀਕ ਹੈ, ਚੰਡੀਗੜ੍ਹ ਦੇ ਵਿੱਚ ਆ, ਤੁਸੀਂ ਉਹਦਾ ਇੱਕ ਰਿਹਾਇਸ਼ ਦਾ ਗੇਟ ਆ ਕਿ ਇਹੀ ਗੇਟ ਮੇਨ ਆ, ਇਹਦੇ ਵਿੱਚ ਦੀ ਜਾਓਗੇ ਤੇ ਇਹਦੇ ਵਿੱਚ ਦੀ ਆਓਗੇ। ਇਹਨਾਂ ਨੇ ਬੈਕ ਸਾਈਡ ਪਾਰਕ 'ਚ ਵੀ ਇੱਕ ਗੇਟ ਕੱਢ ਦਿੱਤਾ, ਕਹਿੰਦੇ ਮੈਨੂੰ ਕਿਸੇ ਜੋਤਸ਼ੀ ਨੇ ਦੱਸਿਆ। ਇਹਨਾਂ ਨੇ ਆਪਣੇ ਲੈਵਲ ਤੇ ਪਟਾਈ ਕੱਢ ਕੇ ਗੇਟ ਕੱਢ ਦਿੱਤਾ ਤੇ ਉਹ ਚੰਡੀਗੜ੍ਹ ਕਾਰਪੋਰੇਸ਼ਨ ਨੇ ਆ ਕੇ ਘੇਰ ਲਿਆ। ਉਹ ਗੇਟ ਵੀ ਬੰਦ ਕੀਤਾ ਗਿਆ ਔਰ ਜਿਹੜਾ ਉਹ ਰਸਤਾ ਬਣਾਇਆ ਸੀ ਉਹ ਵੀ ਬੰਦ ਕੀਤਾ ਗਿਆ, ਉਹ ਸਾਰਾ ਕੁਝ ਬੰਦ ਹੋਇਆ। ਉਹ ਵੀ ਕਿਸੇ ਜੋਤਸ਼ੀ ਨੇ ਦੱਸਿਆ ਸੀ। ਚਲੋ ਵੈਸੇ ਜੋਤਸ਼ੀ ਨੂੰ ਪਤਾ ਹੋਣਾ ਜਿਹੜਾ ਵਿਚਾਰਾ ਸੀਐਮ ਬਣ ਗਿਆ, ਪਰ ਇਹ ਆ ਕਿ ਚਲੋ ਜਿੰਨੀ ਦੇਰ ਲਈ ਵੀ ਬਣਿਆ, ਪਰ ਇਹ ਮੈਨੂੰ ਲੱਗਦਾ 12ਵਾਂ ਸੀਐਮ ਆ ਜਿਹੜਾ ਪੂਰਾ ਕਾਰਜਕਾਲ ਨਹੀਂ ਹੋਣਾ, ਜਿਹੜਾ ਘੱਟ ਕਾਰਜਕਾਲ ਲਈ ਬਣਿਆ, ਯਾਨੀ ਕਿ 5 ਸਾਲ ਤੋਂ ਘੱਟ ਕਾਰਜਕਾਲ ਵਾਲੇ ਜਿਹੜੇ ਹੁਣ ਤੱਕ 11ਵੇਂ ਸੀਐਮ ਸੀ, ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਇੱਕ ਕਾਰਜਕਾਲ ਤੇ 12ਵਾਂ ਸੀਐਮ ਚਰਨਜੀਤ ਚੰਨੀ ਆ ਗਿਆ। ਹੁਣ ਦੇਖੋ ਘਟਨਾਕ੍ਰਮ ਕੀ ਵਾਪਰਿਆ। ਇੱਕ ਚੀਜ਼ ਬੜੀ ਮੈਨੂੰ ਅੱਜ ਸਵੇਰ ਤੋਂ ਨਹੀਂ, ਕੱਲ ਸ਼ਾਮ ਤੋਂ ਅਜੀਬ ਲੱਗ ਰਹੀ ਸੀ। ਜਿਸ ਵੇਲੇ 5 ਵਜੇ ਤੋਂ ਬਾਅਦ CLP ਦੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਮਠਿਆਈਆਂ ਜਿੰਨੀਆਂ ਪਿਛਲੇ ਲੰਬੇ ਸਮੇਂ ਤੋਂ ਪਈਆਂ ਸੀ, ਜਿਹੜੀਆਂ ਵਿਕੀਆਂ ਨਹੀਂ ਸੀ, ਉਹ ਸਾਰੀਆਂ ਵੇਗੀਆਂ ਕੱਲ੍ਹ ਦੀਆਂ ਤੇ ਅੱਜ ਸਾਰਾ ਦਿਨ। ਪਹਿਲਾਂ ਉਹ ਮਠਿਆਈਆਂ ਪਹੁੰਚੀਆਂ ਪੰਚਕੂਲੇ ਸੁਨੀਲ ਜਾਖੜ ਦੇ ਘਰੇ, ਠੀਕ ਹੈ, ਮੀਡੀਆ ਸੀ, ਮੀਡੀਆ ਨੇ ਲਾਲਾ ਕਰਤੀ, ਸਾਰੇ ਮਠਿਆਈਆਂ ਲੈ ਕੇ ਉਹਦੇ ਘਰੇ ਪਹੁੰਚ ਗਏ, ਠੀਕ ਹੈ। ਨਵਜੋਤ ਸਿੰਘ ਸਿੱਧੂ ਦਾ ਨਾਂ ਚੱਲਦਾ ਰਿਹਾ, ਪਰ ਨਵਜੋਤ ਸਿੰਘ ਸਿੱਧੂ ਦੇ ਘਰੇ ਮਠਿਆਈਆਂ ਨਹੀਂ ਆਈਆਂ। ਫੇਰ ਰੌਲਾ ਕਿਹਦਾ ਪੈ ਗਿਆ? ਫੇਰ ਪੈ ਗਿਆ ਜੀ, ਦੇਖੋ ਜੀ, ਕਹਿੰਦੇ ਜੀ ਵੀ ਇੱਥੇ ਨਹੀਂ ਗੱਡੀ ਚੱਲਦੀ, ਸੁਨੀਲ ਜਾਖੜ ਤਾਂ ਬਣੇਗਾ। ਹੁਣ ਵਿੱਚ ਕਹਿੰਦੇ ਸੁਖਜਿੰਦਰ ਰੰਧਾਵਾ ਦਾ ਨਾਂ ਆ ਗਿਆ। ਸੁਖਜਿੰਦਰ ਰੰਧਾਵਾ ਦਾ ਨਾਂ ਕਲੀਅਰ ਵੀ ਕਰਤਾ, ਲਾਲਾ ਕਰਤੀ। ਸੁਖਜਿੰਦਰ ਰੰਧਾਵਾ ਦੇ ਘਰ ਸਾਰੇ MLA ਤੋਰਤੇ, ਯਾਨੀ ਕਿ ਮੀਡੀਆ ਨੇ ਅੱਜ ਜਿਹੜੇ ਕਾਂਗਰਸ ਦੇ ਇਹ 80 ਵਿਧਾਇਕ ਸੀਗੇ, 1 ਘੱਟ 80, ਉਹਨਾਂ ਦੀ ਪੂਰੀ ਰੇਲ ਬਣਾਈਆਂ। ਮੀਡੀਆ ਜਿਹਦਾ ਨਾਂ ਲੈ ਜਾਂਦਾ ਸੀ ਸਾਰੇ ਉਹਦੇ ਘਰੇ ਭੱਜ ਲੈਂਦੇ ਸੀਗੇ, ਠੀਕ ਹੈ। ਉਹਨਾਂ ਦੇ ਵਿੱਚ ਕੀ ਹੋਇਆ ਕਿ ਮਠਿਆਈ ਦੇ ਡੱਬੇ ਚੱਕੀ ਸਾਰੇ ਤੁਰੇ ਜਾਂਦੇ ਸੀ, ਵਰਕਰ ਵੀ ਸਭ ਤੁਰੇ ਜਾਂਦੇ ਸੀ। ਮਠਿਆਈਆਂ ਪਹਿਲਾਂ ਕੱਲ ਸੁਨੀਲ ਜਾਖੜ ਦੇ ਘਰੇ, ਫੇਰ ਉਹਦੇ ਬਾਅਦ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੇ ਘਰੇ,
उस तो बाद इत्थे नहीं काम रुकिया, फिर कुलजीत नागरे ने नाम उड़ाता कि कुलजीत नागरा का नाम फाइनल हो गया। ठीक है, फिर जी नवजोत सिंह सिद्धू का नाम ते पेज फस गया। ठीक है, लोग उधर नूं भज लए। सारा दिन एडा पंबल पूसा मीडिया ने क्रिएट किया, लेकिन ये सीगे सुर्खियां चंगियां मीडिया ने, जेड़ा खास करके मीडिया किसानी अंदोलन के दौरान जन्मिया सीगा, यानी कि जिन्हों सतमाहा कह दी, वो सतमाहा जेड़ा मीडिया सी वो जेड़ा सी उन्हें सुर्खियां चंगियां बटोरियां। ठीक है, लाइक भी चंगे मिले, देखने वाले बहुत सी, ला 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 हो गई, फोटो पा देने। कई मेरे वर्गे सी, उन्होंने पोस्टां ही पातियां कि आ सीएम मेरे नाल दो डिप्टी सीएम, किसी ने राजकुमार वेरका का नाम ठोकता, किसी ने ब्रह्मिंदरा का ठोक दिता, किसी ने जाके जेड़ा सी भारत भूषण आशू का नाम ठोकता, किसी ने ओपी सोनी का नाम ठोकता, किसी ने सुंदर श्याम अरोड़े का नाम ठोक दिता। मतलब छड्डिया ही कख नहीं। मतलब जिन्ने MLA सी, जेड़ा देखदा सी कि हिंदुआं चों मोहरी आ, वो सारे पाते, जेड़े दलितां तो मोहरी देखदे सी वो सारे पाते, जेड़े जट देखदे सी सारे ठोकते, कोई नहीं छड्डिया। सब नूं लगातार वो मुख मंत्री सवेर दे बनाउंदे आ। ते अखीर आके जदों चरणजीत चन्नी का नाम आया, उस तो पहला सुखजिंदर सिंह सुक्खी रंधावे का फाइनल करके सारे MLA ਉਹਦੇ घरे कोठी भजे फिरदे, ला 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 हो गई। कहंदे जी सुखजिंदर सिंह रंधावे ने फोन लाता गवर्नर नूं, ते गवर्नर ने ਉਹਨੂੰ मिलण दा ਉਹਨੇ समा मंगिया, ਉਹਨਾਂ ने कहता जी तुसीं आ जाओ, ते मुड़ के ਉਹੀ जर्नलिस्ट कहता नहीं जी ਉਹਦਾ नाम रोक दिता गया, हुण चन्नी का नाम अनाउंस कर दिता। यानी कि एडा सवेर का कच करन लाला लाला पूरा दिन इस मीडिया ने ला के रखी आ। हुण आ गई गल, तुसीं जिहड़ा सवाल कीता ਉਹਦਾ जवाब दे दिया। देखो टक्कर तुहाडी किहदे नाल आ, पंजाब दे लोग चाहुंदे की आ? दो मेन इशू ने जिहड़े फसे होए ने। ड्रग्स का मसला, जिहदे ते कांग्रेस भी बहुत बोलदी सी, जिहदे ते आम आदमी पार्टी बहुत बोलदी सी। 2017 तो सत्ता च आके ਉਹਦੇ ते कख भी अज तक कीता नहीं है। लोग ਉਹਦਾ हिसाब मंगदे आ और मंगणगे भी आने वाले समय च। जिद्दण 22 की चोण वेले लोकां च जाओगे, लोग गल के परना पाउणगे तुहाडे। ये नहीं उन्होंने सरोपा ना समझ लो, लोगों ने वो देना गल घुट्टण लई देना कि आओ दसो इत्थे कीता की है, तुसीं ਉਹਦਾ जवाब देना पैना। दूजा बेअदबी वाले इशू का देना पैना कि बेअदबी च की उस मसले च की कीता दसो। जे ये दो मसले सॉल्व नहीं हुंदे तां इन्हां दा बुरा हाल होना। इन्हां दा जिहड़ा 1997 च कांग्रेस का हाल होया सी जां 1977 च होया सी, ये उस जगह ते जाके खड़नगे। वो कर कौन सकदा सी? तुसीं सुनील जाखड़ दा नाम लिया, इहदे च कोई दो राय नहीं। सुनील जाखड़ कर सकदा सी, सुखजिंदर सिंह सुक्खी रंधावा कर सकदा सी, ਉਹਦੇ च काबलियत सीगी। ठीक है, ਉਹਦੇ ਨਾਲ एक विवाद जुड़दा सी कि 1984 च ऑपरेशन ब्लू स्टार वेले ਉਹਦਾ ਪਿਓ ਜਿਹੜਾ ਸੀ ਉਹ ਸੰਤੋਖ ਸਿੰਘ ਰੰਧਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ। ਉਹਨੇ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਆ ਇੱਕ ਵਿਵਾਦ ਉਹਦੇ ਨਾਲ ਜੁੜਦਾ ਸੀ। ਅਦਰਵਾਈਜ਼ ਵਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਹੋ ਕੇ ਟੱਕਰਦਾ ਸੀ ਮਾਝੇ ਦੇ ਵਿੱਚ ਵਿਧਾਨ ਸਭਾ ਚ। ਇੰਦਰਾ ਵਾਲਾ ਵਿਵਾਦ ਤਾਂ ਵੈਸੇ ਲੋਕੀ ਹੁਣ ਏਡਾ ਬੌਦਰ ਨਹੀਂ ਸੀ ਕਰਦੇ, ਪਰ ਉਹਦੇ ਚ ਜੇ ਦੇਖਿਆ ਜਾਵੇ, ਆਪਾਂ ਜੇ ਸਟੈਪ ਬਾਈ ਸਟੈਪ ਆਲੋਚਨਾ ਕਰੀਏ, ਸੁਰਿੰਦਰ ਵੀਰ 4.5 ਸਾਲ ਦੇ ਜੇਲ੍ਹ ਮੰਤਰੀ ਦੇ ਕਾਰਜਕਾਲ ਨੂੰ ਬਹੁਤਾ ਬਿਹਤਰ ਨਹੀਂ ਕਿਹਾ ਜਾ ਸਕਦਾ ਸੁਖਜਿੰਦਰ ਰੰਧਾਵੇ ਨੂੰ। ਇਹ ਠੀਕ ਹੈ ਕਿ CM ਦੀ ਸੀਟ ਦੇ ਵਾਸਤੇ ਉਹ ਸਟਰੋਂਗ ਕੈਂਡੀਡੇਟ ਰਹਿਣਾ ਸੀ, ਚੰਨੀ ਦੇ ਨਾਲੋਂ ਕਿਤੇ ਵੱਧ ਕਾਬਲ ਰਹਿਣਾ ਸੀ, ਪਰ ਸਭ ਤੋਂ ਬਿਹਤਰ ਇਹਨਾਂ ਦੇ ਲਈ CM ਸੀ ਜੇ ਦੇਖਿਆ ਜਾਵੇ ਤਾਂ ਸੁਨੀਲ ਜਾਖੜ। ਮਹਾਜਨ ਬੰਦਾ ਸੀ, ਬਿਊਰੋਕ੍ਰੇਸੀ ਦੇ ਵਿੱਚ ਉਹਦੀ ਚੰਗੀ ਪੈਂਟ ਸੀ। ਹੁਣ ਬਿਊਰੋਕ੍ਰੇਸੀ ਨੂੰ ਹੈਂਡਲ ਕਰਨਾ CM ਦੇ ਵਾਸਤੇ ਸਭ ਤੋਂ ਵੱਡਾ ਟਾਸਕ ਹੁੰਦਾ ਹੈ। ਇਹ ਬਾਦਲ ਵੱਡੇ ਛੋਟੇ ਲਾ ਲਈਏ ਜਾਂ ਖਾਸ ਕਰਕੇ ਕੈਪਟਨ, ਇਹਨਾਂ ਦੀ ਕਮਾਂਡ ਬਿਊਰੋਕ੍ਰੇਸੀ 'ਚ ਰਹੀ ਹੈ, ਕੋਈ ਦੋ ਰਾਵਾਂ ਨਹੀਂ। ਹੁਣ ਚੰਨੀ ਹੋਰਾਂ ਦਾ ਜੋ ਕੰਸੈਪਟ ਹੈਗਾ, ਚੰਨੀ ਹੋਰਾਂ ਨੂੰ ਬਿਊਰੋਕ੍ਰੇਸੀ ਨੇ ਰਾਹ ਨਹੀਂ ਦੇਣਾ, ਤੇ ਉਹ ਗੱਲ ਤੇ ਜੇ ਸਲਾਹੀਆਂ ਤੋਂ ਸਲਾਹ ਲੈਂਦਾ ਰਹੇਗਾ, ਅੰਦਰ ਵੜਿਆ ਵਾਂ ਜੀ, ਅੰਦਰ ਨਿਕਲਿਆ ਵਾਂ ਜੀ, ਤੇ ਅਗਲਾ ਕੁਰਸੀ ਨਹੀਂ ਛੱਡਦਾ। ਸੁਖਜਿੰਦਰ ਰੰਧਾਵੇ ਦਾ ਜੇਲ੍ਹ ਮੰਤਰੀ ਦਾ ਕਾਰਜਕਾਲ ਵੀ ਬਿਹਤਰ ਨਹੀਂ ਸੀ, ਇਸ ਕਰਕੇ ਚਲੋ ਸੈਕੰਡ ਆਪਸ਼ਨ ਉਹ ਬੈਟਰ ਸੀ। ਜੇ ਸਿੱਧੂ ਨੂੰ ਨਹੀਂ ਬਣਾਉਣਾ, ਸੁਨੀਲ ਜਾਖੜ ਨੂੰ ਨਹੀਂ ਬਣਾਉਣਾ, ਤਾਂ ਇਹ ਬਿਹਤਰ ਸੀਗਾ ਸੁਖਜਿੰਦਰ ਰੰਧਾਵਾ। ਪਰ ਹੁਣ ਸੁਖਜਿੰਦਰ ਰੰਧਾਵੇ ਨੂੰ ਲੈ ਕੇ ਪੇਚ ਉਹੀ, ਫਿਰ ਜੱਟ ਦਾ ਵੈਰੀ, ਤੇ ਸਿੱਧੂ ਨੇ ਫਿਰ ਪਾਸਾ ਪਲਟਿਆ। ਪਰ ਇਹਦੇ 'ਚ ਇੱਕ ਗੱਲ ਦੱਸੋ, ਕੀ ਕਮਜ਼ੋਰ CM ਨੇ? ਕੋਈ ਦੋ ਰਾਵਾਂ ਨਹੀਂ ਹੈ। ਇਹਨਾਂ ਨੂੰ ਮੋਹਰਾ ਬਣਾ ਕੇ ਆਪਣੀਆਂ ਕਿੜਾਂ ਕਢਾ ਜਾਣਗੇ, ਫੈਸਲੇ ਕਰਾ ਜਾਣਗੇ ਬਾਦਲਾਂ ਦੇ ਖਿਲਾਫ ਜਾਂ ਮਾਫੀਏ ਦੇ ਖਿਲਾਫ,
ਮੈਨੂੰ ਇੱਕ ਪ੍ਰਸੰਗ ਚੇਤੇ ਆਉਂਦਾ, ਇੱਕ ਵਾਰੀ ਇੱਥੇ ਨਾ ਪ੍ਰੈਸ ਕਾਨਫਰੰਸ ਤੋਂ ਬਾਅਦ ਅਵਤਾਰ ਸਿੰਘ ਮੱਕੜ ਕਹਿਣ ਲੱਗੇ ਜੀ ਜੱਟ ਕਹਿੰਦੇ ਬਹੁਤ ਸਿਆਣੇ ਹੋ ਗਏ ਅੱਜ ਕੱਲ੍ਹ, ਕਹਿੰਦੇ ਸਾਨੂੰ ਦੋ ਭਾਪਿਆਂ ਨੂੰ ਆਪਸ 'ਚ ਲੜਾਈ ਜਾਂਦੇ ਨੇ। ਕਿਉਂਕਿ ਉਦੋਂ ਅਵਤਾਰ ਸਿੰਘ ਮੱਕੜ SCPC ਪੰਜਾਬ ਦੇ ਪ੍ਰਧਾਨ ਸੀਗੇ, ਦਿੱਲੀ ਵਾਲੀ ਦੇ ਸੀਗੇ ਸਰਨੇ ਭਰਾ। ਕਹਿੰਦੇ ਦੇਖੋ ਭਾਪੇ ਸਿਆਣੇ ਹੁੰਦੇ ਆ, ਲੜਦੇ ਨਹੀਂ, ਪਰ ਕਹਿੰਦੇ ਪੰਜਾਬ ਵਾਲੇ ਜੱਟਾਂ ਨੇ ਸਾਨੂੰ ਦੋਨਾਂ ਨੂੰ ਲੜਾ ਰੱਖਿਆ। ਸੋ ਇਹ ਜਿਹੜੇ ਦੋਨੇ ਪੰਜਾਬ ਦੇ ਜੱਟਾਂ ਦੀ ਲੜਾਈ ਹੈ, ਇਹਦੇ 'ਚ ਕਿਤੇ ਨਾ ਕਿਤੇ ਕੁਝ ਫੈਸਲੇ ਜਿਹੜੇ ਪੰਜਾਬ ਦੇ ਲਈ ਲੋੜੀਂਦੇ ਨੇ, ਜਾਂ ਇਹਨਾਂ ਦੀ ਨਿੱਜੀ ਖੇਡ ਹੈ ਬਾਦਲਾਂ ਦੇ ਮਜੀਠੀਆਂ ਦੇ ਖਿਲਾਫ, ਕੀ ਉਹ ਚੰਨੀ ਨੂੰ ਮੋਹਰਾ ਬਣਾ ਕੇ ਕਰਾ ਸਕਣਗੇ ਦਬਾਅ 'ਚ ਆ ਕੇ? ਕਿਉਂਕਿ ਉਹਦੇ ਤਾਂ ਘੁੱਗੀਓ ਮਰਾਉਣੀ ਹੈ। ਕਮਜ਼ੋਰ CM ਦੀ ਇਹ ਬਦਕਿਸਮਤੀ ਵੀ ਹੁੰਦੀ ਹੈ ਕਿ ਉਹ ਆਪਣੇ ਤੌਰ ਤੇ ਇਸ ਤਰ੍ਹਾਂ ਦੇ ਦਬਾਅ 'ਚ ਆ ਕੇ ਫੈਸਲੇ ਕਰ ਸਕਦਾ ਇਹਨਾਂ ਦੇ। ਜੀ, ਪਹਿਲੀ ਗੱਲ ਤੇ ਹੈ ਕਿ ਤੁਸੀਂ ਕਿੰਨੀ ਕੋ ਬਿਊਰੋਕ੍ਰੇਸੀ ਚੇਂਜ ਕਰੋਗੇ। ਪਹਿਲਾ ਸਵਾਲ ਤਾਂ ਇਹੀ ਖੜਾ। ਦਿਨ ਤੁਹਾਡੇ ਕੋਲ 100 ਵਾ ਗਿਣਤੀ ਦਾ, 100 ਦੇ ਵੀ 87 ਹੋ ਸਕਦੇ ਆ, 110 ਨਹੀਂ ਹੋਣੇ। ਪਹਿਲਾ ਸਵਾਲ ਇਹ ਖੜਾ। ਹੁਣ ਅਗਲੀ ਗੱਲ, ਪੰਜਾਬ ਦੇ ਲੋਕ, ਮੈਂ ਪਹਿਲਾਂ ਕਿਹਾ ਕਿ ਚਾਹੁੰਦੇ ਕੀ ਨੇ? ਪੰਜਾਬ ਦੇ ਲੋਕ ਚਾਹੁੰਦੇ ਬੇਅਦਬੀ ਦਾ ਮੁੱਦਾ ਹੱਲ ਹੋਵੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਪਹੁੰਚਾਇਆ ਉਹਨਾਂ ਨੂੰ ਨੱਥ ਪਵੇ। ਦੋ ਮੁੱਦੇ। ਤੀਸਰਾ ਮੁੱਦਾ ਜਿਹੜਾ ਉਹ ਆ ਨਜਾਇਜ਼ ਟਰਾਂਸਪੋਰਟ ਦਾ। ਚੌਥਾ ਮੁੱਦਾ ਨਜਾਇਜ਼ ਮਾਈਨਿੰਗ ਦਾ। ਇਹਨਾਂ ਦੇ ਉੱਤੇ ਕੌਣ ਕੌਣ ਕੰਮ ਕਰਦਾ? ਠੀਕ ਹੈ, ਹੁਣ ਕੀ ਹੋਇਆ ਕਿ 2 ਡਿਪਟੀ CM ਜਿਨ੍ਹਾਂ ਦਾ ਅਨਾਉਂਸ ਨਹੀਂ ਹੋਇਆ ਪਰ ਹੋ ਜਾਏਗਾ ਲੱਗਦਾ ਥੋੜੀ ਦੇਰ ਤੱਕ। ਇੱਕ ਡਿਪਟੀ CM ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਹੋਏਗਾ, ਜਿਹਦੇ ਕੋਲੇ ਹੋਮ ਡਿਪਾਰਟਮੈਂਟ ਜਾਏਗਾ, ਇਹ ਕਲੀਅਰ ਹੋ ਚੁੱਕਿਆ। ਤੇ ਦੂਜਾ ਬ੍ਰਹਮਿੰਦਰਾ ਆਏਗਾ, ਕਿਉਂਕਿ ਬ੍ਰਹਮਿੰਦਰੇ ਨੂੰ ਇਸ ਕਰਕੇ ਲਿਆ ਗਿਆ ਕਿ ਇੱਕ ਉਹ ਮਹਾਜਨ ਚੋਂ ਤੇ ਦੂਸਰਾ ਉਹ CM ਖੇਮਾ। ਕਿਉਂਕਿ ਜਦੋਂ ਅੰਦਰ ਜਿਹੜੀ ਤੁਸੀਂ ਕੱਲ ਗੱਲ ਕੀਤੀ ਸੀ ਸਾਰੇ MLA ਤੋਂ ਜਦੋਂ ਉਹਨਾਂ ਦੇ ਵਿਊਜ਼ ਲਏ ਗਏ, ਉਹਦੇ 'ਚ ਕੈਪਟਨ ਖੇਮੇ ਦੇ ਪੱਖ 'ਚ 12 MLA ਭੁਗਤੇ ਨੇ। ਮਤਲਬ 13ਵਾਂ MLA ਨਹੀਂ ਉਹਨਾਂ ਨੂੰ ਮਿਲਿਆ, 12 ਭੁਗਤੇ ਨੇ। ਤੇ 13ਵਾਂ ਮੁੱਖ ਮੰਤਰੀ ਖੁਦ ਸੀ ਜਿਹੜਾ ਸਰਕਾਰ ਚਲਾ ਰਿਹਾ ਸੀ, ਉਹਦੇ ਪੱਖ 'ਚ 12 ਗਏ ਨੇ। ਇੱਥੋਂ ਅੰਦਾਜ਼ਾ ਲਾ ਲਓ ਕੀ ਬਣਦਾ ਹੁੰਦਾ। ਇਸ ਕਰਕੇ ਹੁਣ ਸਮੱਸਿਆ ਕਿੱਥੇ ਖੜੀ ਆ? ਸਮੱਸਿਆ ਖੜੀ ਆ ਕਿ ਜਿਹੜਾ ਮੁੱਢ ਹੁੰਦਾ, ਜੇ ਮੁੱਢ ਸਟਰੋਂਗ ਹੋਵੇ ਤੇ ਟਾਹਣੀਆਂ ਬੱਚੀਆਂ ਰਹਿੰਦੀਆਂ ਨੇ। ਜੇ ਮੁੱਢ ਹੀ ਕਮਜ਼ੋਰ ਹੋਵੇ ਫਿਰ ਟਾਹਣੀਆਂ ਵੀ ਬਹੁਤਾ ਲੰਬਾ ਸਮਾਂ ਨਹੀਂ ਚੱਲ ਸਕਦੀਆਂ। ਠੀਕ ਹੈ, ਸੁਰਿੰਦਰ ਕਾਲ ਲੈ ਲਈਏ। ਹਾਂਜੀ ਲਓ ਜੀ, ਹੋਲਡ ਰੱਖਿਓ। ਲਓ ਦੋਸਤੋ, ਨਾਲ ਤੁਹਾਡੀ ਇਨਪੁਟ ਵੀ ਪਾਵਾਂਗੇ, ਥੋੜੀ ਦੇਰ ਹੀ ਪ੍ਰੋਗਰਾਮ ਕਰਾਂਗੇ, ਬਹੁਤਾ ਦੇਰ ਨਹੀਂ। ਬਲਜਿੰਦਰ USA ਤੋਂ ਸਵਾਗਤ ਹੈ ਤੁਹਾਡਾ, ਵੈਲਕਮ। ਬਲਜਿੰਦਰ ਜੀ ਗੱਲ ਕਰੋ। ਵੈਸੇ ਤਾਂ ਹੋਣਾ ਇਹ ਚਾਹੀਦਾ ਸੀ ਜੀ, ਆਪਣਾ ਰੰਧਾਵਾ ਸਾਹਿਬ ਨੂੰ ਚੀਫ ਮਿਨਿਸਟਰ ਬਣਾਉਂਦੇ, ਇਹਨੂੰ ਬਣਾਉਂਦੇ ਡਿਪਟੀ ਚੀਫ ਮਿਨਿਸਟਰ। ਇਹਦਾ ਤਾਂ ਉਹ ਕੰਮ ਹੈ ਜੀ, ਉਹ ਆਪਾਂ ਮਿੱਟੀ ਨੂੰ ਹੱਥ ਪਾ ਕੇ ਕੁੱਤੇ ਨੂੰ ਭਜਾ ਦਿੰਦੇ ਆ, ਉਹ ਕੰਮ ਹੋਣਾ ਇਹਦੇ ਨਾਲ। ਥੈਂਕ ਯੂ, ਮਿਹਰਬਾਨੀ। ਹਾਂ, ਆਪਸ਼ਨ ਇਹ ਵੀ ਠੀਕ ਸੀ, ਕਿਉਂਕਿ ਦੇਖੋ ਬ੍ਰਹਮਿੰਦਰਾ ਵਜ਼ੀਰ ਰਿਹਾ, ਕਾਰਜਕਾਲ ਉਹਦਾ ਵੀ ਵਿਵਾਦਤ ਸੀ। ਬ੍ਰਹਮ ਨੂੰ ਡਿਪਟੀ CM ਲਾਉਣਾ, ਕਿਉਂਕਿ ਉਹ ਠੀਕ ਹੈ, ਕੈਪਟਨ ਖੇਮੇ ਵੀ ਸੀ। ਇਹ ਤਾਂ ਫਿਰ ਸੁਰਿੰਦਰ ਵੀਰ ਫੈਸਲਾ ਕੋਈ ਵੀ ਨਹੀਂ ਬਿਹਤਰ। ਇਹ ਠੀਕ ਹੈ ਕਿ ਜੇ ਦੂਸਰੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਅਸੀਂ ਦਲਿਤ CM ਬਣਾਉਣਾ, ਤੁਸੀਂ ਇਸ ਭਾਈਚਾਰੇ ਚੋਂ ਜੇ ਤੁਹਾਨੂੰ ਲੱਗਦਾ ਸੀ ਪਹਿਲੀ ਵਾਰੀ ਡਿਪਟੀ CM ਬਣਨਾ ਵੀ ਬਹੁਤ ਵੱਡੀ ਕਾਬਲੀਅਤ ਸੀਗੀ, ਤੇ ਪਹਿਲੀ ਵਾਰੀ ਚੱਕ ਕੇ CM ਲਾ ਦੇਣਾ ਤੇ ਡਿਪਟੀ CM ਬ੍ਰਹਮਿੰਦਰੇ ਨੂੰ ਬਣਾ ਦੇਣਾ, ਮੇਰੇ ਖਿਆਲ ਕਾਂਗਰਸ ਨੇ ਤਾਂ ਸਹੁੰ ਹੀ ਖਾ ਲਈ ਹੈ। ਕਿਉਂਕਿ ਦੇਖੋ BJP ਤਾਂ ਇਹਨਾਂ ਨੂੰ ਕਾਂਗਰਸ ਮੁਕਤ ਕਰਨ ਨੂੰ ਫਿਰਦੀ ਹੋਇਆ, ਤੇ ਇਹਨਾਂ ਨੇ ਮਤਲਬ ਆਪਣੇ ਆਪ ਹੀ ਕਾਂਗਰਸ ਮੁਕਤ ਕਰ ਦੇਣਾ। ਇਹ ਨਵੀਂ ਬਣਾਈ ਟੀਮ ਤੋਂ ਹੁਣ ਬ੍ਰਹਮਿੰਦਰਾ ਵੀ ਤਾਂ ਵਿਵਾਦਤ ਹੀ ਰਿਹਾ, ਉਹਦੀ ਫੈਕਟਰੀ ਦਾ ਸੀਗਾ ਉਹ ਕੇਸ ਜਿਹੜਾ ਉੱਠਿਆ ਸੀ, ਹਨਾ, ਕਿ ਇਹ ਆਪਣੀ ਫੈਕਟਰੀ ਦੀਆਂ ਦਵਾਈਆਂ ਸਪਲਾਈ ਕਰਦਾ ਹੈ। ਜਿਹੜਾ ਸਿਮਰ ਬੈਂਸ ਹੋਰਾਂ ਨੇ ਕੇਸ ਪਾਇਆ ਸੀਗਾ ਉਹਦੇ ਖਿਲਾਫ, ਮਾਨਹਾਨੀ ਦਾ ਮੁਕੱਦਮਾ ਵੀ ਸੀ, ਜੋ ਦੋਸ਼ ਲੱਗੇ ਸੀ। ਉਹਨਾਂ ਦਾ 4-5 ਸਾਲ ਉਹਨਾਂ ਨੇ ਕਾਰਜਕਾਲ ਕੀਤਾ ਬ੍ਰਹਮਿੰਦਰਾ ਨੇ, ਤੇ ਉਹਦਾ ਕਦ-ਬੁੱਤ ਤਾਂ ਪਹਿਲਾਂ ਹੀ ਵੱਡਾ ਸੀ। ਉਹਨੂੰ ਡਿਪਟੀ CM ਬਣਾਉਣ ਦਾ ਕੀ ਫਾਇਦਾ ਸੀਗਾ? ਆਲਰੇਡੀ ਵਜ਼ੀਰ ਰਹਿਣ ਦਿੰਦੇ। ਪਰ ਡਿਪਟੀ CM ਤੁਸੀਂ ਠੀਕ ਹੈ, ਜੇ ਇਸ ਭਾਈਚਾਰੇ ਨੂੰ ਸੀ, ਉਹਨਾਂ ਨੇ ਤਾਂ ਕਹਿੰਦਾ ਵਾਅਦਾ ਕੀਤਾ ਸੀ ਕਿ ਅਸੀਂ ਬਣਾਵਾਂਗੇ, ਇਹ ਆਲਰੇਡੀ ਡਿਪਟੀ CM ਬਣਾ ਦਿੰਦੇ, ਤੇ ਉਹ ਬੈਟਰ ਸੀ। ਭਾਵੇਂ ਚੰਨੀ ਨੂੰ ਹੀ ਬਣਾ ਦਿੰਦੇ, ਰਾਜਕੁਮਾਰ ਵੇਰਕਾ ਜਾਂ ਹੋਰ ਪਹਿਲਾਂ ਵੀ ਸਿਆਸਤ ਮਾਣਦੇ ਰਹੇ ਨੇ, ਰੱਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਸੀ। ਸੋ ਇਹਨੂੰ ਬਣਾ ਦਿੰਦੇ ਤਾਂ ਇਹ ਬੈਟਰ ਸੀਗਾ। ਤੇ ਇਸ ਸਿਲਸਿਲੇ ਵਿੱਚ ਆਪਣੇ ਨਾਲ ਕਾਲਰ ਜੁੜੇ ਨੇ। ਹੈਲੋ, ਤੇ ਸੌਰੀ ਜੀ ਸੁਰਿੰਦਰ, ਕੰਟੀਨਿਊ। ਕੀ ਇਹਨਾਂ ਨੂੰ ਡਿਪਟੀ CM ਅਗਰ ਬਣਾ ਦਿੰਦੇ ਤਾਂ ਬਿਹਤਰ ਫੈਸਲਾ ਸੀ? CM ਜਾਖੜ ਜਾਂ ਕਿਸੇ ਹੋਰ ਨੂੰ ਬਣਾਇਆ ਜਾ ਸਕਦਾ ਸੀ, ਉਹ ਬਿਹਤਰ ਹੋਣਾ ਸੀ ਇਹਨਾਂ ਦੇ ਵਾਸਤੇ। ਕਾਲਰ ਲੈ ਲਈਏ ਨਾਲ। ਵੈਲਕਮ ਜੀ, 80 ਨੰਬਰ ਗੁਰਮੀਤ ਸਿੰਘ। ਸਵਾਗਤ ਸਾਹਿਬ। ਤੇ
ਮੈਂ ਇਸ ਤਰ੍ਹਾਂ ਕਹਿੰਦਾ ਵੀ ਸੁਨੀਲ ਜਾਖੜ ਜੀ ਸੀਐਮ ਜੇ ਬਣ ਜਾਂਦੇ ਤਾਂ ਰਾਤ 2-3 ਮਹੀਨੇ ਦੇ ਸਾਰੇ ਉਹਨਾਂ ਐਮਐਲਏ ਵੀ ਹੈ ਨਹੀਂ, ਦੁਬਾਰਾ ਉਹਨਾਂ ਵਾਸਤੇ ਚੋਣ ਦੁਬਾਰਾ ਹੋਣੀ ਸੀ, ਇੱਕ ਪੰਗਾ ਨਹੀਂ 6 ਮਹੀਨੇ ਟਾਈਮ ਸੀ ਜੀ, ਉਦੋਂ ਤੱਕ ਲੰਘ ਜਾਣਾ ਸੀ। ਗੁਰਮੀਤ ਸਿੰਘ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ, 6 ਮਹੀਨੇ ਟਾਈਮ ਹੁੰਦਾ ਤੇ ਇਹਨੇ ਨੂੰ ਕਾਰਜਕਾਲ ਪੂਰਾ ਹੋ ਜਾਣਾ ਸੀ, ਕੰਡਕਟ ਲੱਗ ਜਾਣਾ ਸੀ, ਉਹ ਦਿੱਕਤ ਨਹੀਂ ਸੀ ਉਹਨਾਂ ਦੇ ਐਮਐਲਏ ਵਾਲੀ। ਥੈਂਕ ਯੂ ਗੁਰਮੀਤ ਜੀ ਜੀ, ਥੈਂਕ ਯੂ। ਨਹੀਂ ਉਹਦੇ ਚ ਉਹ ਦਿੱਕਤ ਨਹੀਂ ਸੀ, ਉਹ ਤਾਂ ਆਪਾਂ ਕੱਲ ਹੀ ਕਲੀਅਰ ਕਰ ਦਿੱਤਾ ਸੀਗਾ ਜੀ। ਸੁਰਿੰਦਰਵੀਰ ਕੰਟੀਨਿਊ ਪਲੀਜ਼। ਕੀ ਬ੍ਰਹਮਿੰਦਰਾ ਨੂੰ ਡਿਪਟੀ ਸੀਐਮ ਬਣਾਉਣਾ, ਉਹ ਤਾਂ ਫਿਰ ਉਹੀ ਹੈ ਪਹਿਲੇ ਰੱਜਿਆਂ ਨੂੰ ਰਜਾਉਣ ਵਾਲਾ, ਤੇ ਫਿਰ ਸੱਪ ਕੀ ਕੱਢਿਆ, ਕਰੋਗੇ ਕੀ ਕਰ ਸਕੋਗੇ? ਕੀ ਚੰਨੀ ਤੋਂ ਇਹ ਮਨ ਭਾਉਂਦੇ ਫੈਸਲੇ ਕਰਾ ਸਕਣਗੇ ਸਿੱਧੂ ਕਿ ਨਹੀਂ ਜੀ? ਨਹੀਂ, ਮੈਂ ਦੇਖੋ ਗੱਲ ਇਹ ਆ ਕਿ ਉਹ ਪਿੰਡ ਦਾ ਨਾ ਪਤਾ, ਜਿਹੜੇ ਨਾ ਉਹ ਪਰਾਲੀ ਵਾਲੇ ਢੇਰ, ਉੱਥੋਂ ਪਤਾ ਲੱਗ ਜਾਂਦਾ ਹੁੰਦਾ ਕਿ ਪਿੰਡ 'ਚ ਕੁਝ ਹੈਗਾ ਕਿ ਨਹੀਂ ਹੈਗਾ। ਜਿਹੜੇ ਉਹ ਸਾਧ ਮੰਗਣ ਵੀ ਆਉਂਦੇ ਆ ਨਾ, ਉਹ ਵੀ ਦੇਖ ਲੈਂਦੇ ਪਰਾਲੀ ਦਾ ਢੇਰ ਲੱਗਾ ਕਿ ਨਹੀਂ, ਉਹ ਕਹਿੰਦੇ ਇੱਥੇ ਤਾਂ ਪਰਾਲੀ ਦਾ ਢੇਰ ਹੀ ਨਹੀਂ ਹੈਗਾ, ਇੱਥੇ ਕਿਹੜੇ ਨੇ ਆਪਾਂ ਨੂੰ ਕੱਖ ਦੇਣਾ। ਉਹ ਵੀ ਆਪਦੀ ਗੱਡੀ ਅਗਲੇ ਪਿੰਡ ਨੂੰ ਲੈ ਕੇ ਲੰਘ ਜਾਂਦੇ ਆ। ਹੁਣ ਸਮੱਸਿਆ ਇਹ ਆ ਕਿ ਤੁਸੀਂ ਲਾਉਣ ਲੱਗੇ ਹੋ, ਤੁਸੀਂ 32% ਵੱਲ ਤਾਂ ਚੱਲ ਗਏ, ਪਰ ਤੁਸੀਂ 21% ਵੱਲ ਨਹੀਂ ਦੇਖਿਆ। ਜਿਹੜਾ 21% ਆ, ਉਹਨਾਂ ਨੇ 32% ਜਿਹੜੇ ਆ ਇਹਦੇ ਵਿੱਚੋਂ ਵੀ 25% ਦੀ ਧੱਕੇ ਨਾਲ ਵੋਟ ਪਵਾ ਲੈਣੀ ਆ। ਤੁਹਾਨੂੰ ਉਹਨੂੰ ਸਾਂਭਣਾ ਚਾਹੀਦਾ ਸੀਗਾ। ਇਹ ਵੱਡੀ ਸਮੱਸਿਆ ਤੁਸੀਂ ਪੈਦਾ ਕਰ ਲਈ ਆ। ਠੀਕ ਆ, ਮੈਂ ਤੁਹਾਨੂੰ 2-3 ਉਦਾਹਰਨਾਂ ਦੇ ਦੇਣਾ। ਕੀ ਆ ਕਿ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਅਲਾਇੰਸ ਪਹਿਲਾਂ ਵੀ ਰਿਹਾ 1996 ਦੀ ਪਾਰਲੀਮੈਂਟ ਵੇਲੇ। ਬਹੁਜਨ ਸਮਾਜ ਪਾਰਟੀ ਦੀ ਵੋਟ ਟਰਾਂਸਫਰ ਹੋਈ, ਅਕਾਲੀ ਦਲ ਦੀ ਵੋਟ ਟਰਾਂਸਫਰ ਨਹੀਂ ਸੀ ਹੁੰਦੀ। ਅਪਰ ਕਾਸਟ ਕਦੀ ਵੀ ਲੋਅਰ ਕਾਸਟ ਵੱਲ ਨਹੀਂ ਜਾਂਦਾ, ਇਹ ਬੜੀ ਸਮੱਸਿਆ। ਠੀਕ ਆ, ਰਿਜ਼ਰਵ ਹਲਕਿਆਂ 'ਚ ਵੀ ਇਹ ਬਹੁਤ ਕੁਛ ਵਾਪਰਦਾ ਵਾ। ਠੀਕ ਆ, ਮੈਂ ਇੱਕ ਹੋਰ ਗੱਲ ਦੇਖੀ, ਉਹ ਕੀ ਸੀਗੀ ਕਿ ਕਈ ਵਾਰੀ ਵੋਟ ਜਿਹੜੀ ਉਹ ਪੈਸੇ ਦੇ ਜ਼ੋਰ ਨਾਲ ਜਾਂਦੀ ਆ। 1996 'ਚ 98 'ਚ ਅਕਾਲੀ ਦਲ ਨੇ ਕੁਛ ਟਿਕਟਾਂ ਜਿਹੜੀਆਂ ਸੀ ਬੀਜੇਪੀ ਨੂੰ 3 ਛੱਡਤੀਆਂ, ਤੇ ਬਾਕੀ 2 ਸੀ, ਇੱਕ ਸੀਟ ਜਿਹੜੀ ਸੀ ਆਈ ਕੇ ਗੁਜਰਾਲ ਨੂੰ ਛੱਡਤੀ, ਜਿਹੜੀ ਜਲੰਧਰ ਵਾਲੀ ਸੀਗੀ। ਉੱਥੇ ਕੀ ਹੋਇਆ, ਅਮਰਾਓ ਸਿੰਘ ਕਾਂਗਰਸ ਦਾ ਕੈਂਡੀਡੇਟ ਸੀ ਤੇ ਕਾਂਗਰਸ ਤੇ ਬੀਐਸਪੀ ਦਾ ਸਮਝੌਤਾ ਹੋ ਗਿਆ। ਬੀਐਸਪੀ ਨੂੰ 4 ਸੀਟਾਂ ਦੇ ਦਿੱਤੀਆਂ, 2 ਕਮਿਊਨਿਸਟਾਂ ਨੂੰ ਛੱਡਤੀਆਂ। ਅੱਛਾ, ਜਲੰਧਰ ਦੇ ਵਿੱਚ ਕੀ ਹੋਇਆ, ਉੱਥੇ ਜਾ ਕੇ ਕੁਦਰਤੀ ਕੰਪੇਨ ਚੱਲਦੀ। ਮੈਂ ਕਿਹਾ ਚਲੋ ਅਮਰਾਓ ਸਿੰਘ ਨੂੰ ਪੁੱਛ ਲਈਏ, ਉਹ ਪਿੰਡਾਂ 'ਚ ਘੁੰਮ ਰਿਹਾ। ਮੈਂ ਅਮਰਾਓ ਸਿੰਘ ਨੂੰ ਇੰਨਾ ਪੁੱਛਿਆ, ਮੈਂ ਕਿਹਾ ਵੀ ਤੁਹਾਡੀ ਕੰਪੇਨ ਦਾ ਕੀ ਹਾਲ ਆ? ਕਹਿੰਦੇ ਕੰਪੇਨ ਦਾ ਹਾਲ ਮਾਂ ਦਾ ਸਿਰ ਹੋਵੇ, ਕੰਪੇਨ ਦਾ ਹਾਲ ਕੀ ਹੋਵੇ? ਸਾਡੀ ਹਾਈ ਕਮਾਂਡ ਨੇ ਤੇ ਸਟੇਟ ਦੇ ਕਹਿੰਦਾ ਪ੍ਰਧਾਨਗੀ ਰਜਿੰਦਰ ਕੌਰ ਭੱਟਰ ਕੋਲੇ ਆ, ਕਹਿੰਦਾ ਇਹਨਾਂ ਨੇ 4 ਸੀਟਾਂ ਤਾਂ ਬਹੁਜਨ ਸਮਾਜ ਪਾਰਟੀ ਨੂੰ ਛੱਡਤੀਆਂ ਤੇ 2 ਸੀਟਾਂ ਕਮਿਊਨਿਸਟਾਂ ਨੂੰ ਛੱਡਤੀਆਂ। ਸਾਡੇ ਪੱਲੇ ਕੀ ਬਚਿਆ? ਬਾਕੀ ਕਹਿੰਦਾ ਜਿਹੜੀਆਂ 7 ਬਾਜੀਆਂ 7 ਜੋ ਕਹਿੰਦਾ ਮੇਰੇ ਵਾਲੇ ਤੇ ਉਹ ਜਿਹੜੇ ਜਿਨ੍ਹਾਂ ਨਾਲ ਸਾਡਾ ਸਮਝੌਤਾ, ਉਹ ਸਾਰੇ ਕਹਿੰਦਾ ਗੁਜਰਾਲ ਨਾਲ ਤੁਰੇ ਫਿਰਦੇ ਆ, ਤਾਂ ਕਹਿੰਦਾ ਮੈਂ ਕਿੱਥੋਂ ਜਿੱਤਣਾ? ਯਾਨੀ ਕਿ ਹਾਲਾਤਾਂ ਇਹ ਜੀ। ਬਿਲਕੁਲ, ਸਾਡੇ ਨਾਲ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਅਮਰੀਕਾ 'ਚ, ਜਿਨ੍ਹਾਂ ਦੇ ਕਈ ਸਾਰੇ ਨੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ, ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਕੈਲੀਫੋਰਨੀਆ ਦੇ ਵਿੱਚ ਲਾਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲਾਸਟਲ ਐਗਜ਼ਿਟ 278 ਤੇ। ਤੇ ਇੱਥੇ ਤੁਹਾਨੂੰ ਜਿਹੜਾ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਤੇ ਨਾਲ ਲਿਕਰ ਸ਼ਾਪ ਹੈ, ਉਹ ਫ੍ਰੀ ਨਹੀਂ ਹੈ। ਤੇ ਦੂਸਰਾ, ਜੇ ਤੁਸੀਂ ਹੋਰ ਕੋਈ ਡੀਲ ਬਣਾਉਣੀ ਹੈ ਜਾਂ ਬਲਬੀਰ ਸਿੰਘ ਉਸਮਾਨਪੁਰ ਹੋਰਾਂ ਦਾ ਜਿਸ ਤਰ੍ਹਾਂ ਫਿਊਲ ਕਾਰੋਬਾਰ ਹੈ, ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਸੋ ਗੈਸ ਸਟੇਸ਼ਨਾਂ ਵਾਲੇ ਸੱਜਣ ਇਹਨਾਂ ਤੋਂ ਫਿਊਲ ਫਰੈਂਚਾਈਜ਼ ਖਰੀਦ ਸਕਦੇ ਨੇ। ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਇਹਨਾਂ ਤੋਂ ਖਰੀਦਿਆ ਜਾ ਸਕਦਾ। ਕੋਈ ਡੀਲ ਬਣਾਉਣੀ ਹੈ, ਬਲਬੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹਿਬ ਹਰਜਾਪ ਸਿੰਘ ਦਾ ਨੰਬਰ ਹੈ 425 232 8413 425232 8413। ਬਾਈ ਜੀ ਤੁਸੀਂ ਆਨ 에ਅਰ ਹੋ, ਸਤਿ ਸ਼੍ਰੀ ਅਕਾਲ। ਹੈਲੋ, ਸੌਰੀ, ਮਾਫੀ ਚਾਹੁੰਦਾ ਮੈਂ, ਕਿਉਂਕਿ ਇਹਨੂੰ ਐ ਸਬਜੈਕਟ ਪੂਰਾ ਹੋ ਜੇ। ਪਲੀਜ਼ ਬੇਨਤੀ ਹੈ ਕਿ ਥੋੜਾ ਜਿਹਾ ਹੋਲਡ ਰੱਖ ਲਿਆ ਕਰੋ। ਤੇ WhatsApp ਤੇ ਤਾਂ ਚਲੋ ਹੁੰਦਾ ਕਿ ਕਾਲ ਬੈਕ ਵੀ ਹੋ ਜਾਂਦੀ ਹੈ, ਤੇ ਤੁਹਾਡੇ ਪੈਕੇਜ ਦੀ ਵੀ ਦਿੱਕਤ ਕਈ ਵਾਰੀ ਹੁੰਦੀ ਹੈ, ਇੰਨੀ ਦੇਰ ਕਾਲ ਪੈਂਦੀ ਹੈ ਤੇ ਤੁਹਾਨੂੰ ਦਿੱਕਤ ਆਉਂਦੀ ਹੈ। ਅਨਲਿਮਟਿਡ ਜਦੋਂ ਨਹੀਂ ਲਿਆ ਹੁੰਦਾ, ਉਸ ਦੀ ਵੀ ਮਾਫੀ। ਸਾਡੇ ਨਾਲ ਪ੍ਰੋਗਰਾਮ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨੇ। ਸਿਆਟਲ ਇਲਾਕੇ 'ਚ ਲੋਕਲ ਲੋਡ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰੋ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨਾਲ। ਲੰਮੀ ਰੂਟਾਂ ਤੋਂ ਉਕਤਾਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਜਾਂ ਤੁਹਾਨੂੰ ਡਰਾਈਵਰ ਦੀ ਜੌਬ ਚਾਹੀਦੀ ਹੈ, ਆਵਰਲੀ ਪੇ ਕੀਤਾ ਜਾਂਦਾ, ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਵੇਜਸ ਦਿੱਤੇ ਜਾਂਦੇ ਨੇ।
ਤੇ ਤੁਸੀਂ ਸੰਪਰਕ ਕਰਨਾ ਵਾਸ਼ਿੰਗਟਨ ਫਰੇਟ ਸਰਵਿਸ ਦੇ ਜਗਦੇਵ ਸਿੰਘ ਸੰਧੂ ਦੇ ਨਾਲ 253 266 6924 2532666924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060। ਸੁਰਿੰਦਰ ਵੀਰ, ਥੋੜਾ ਜਿਹਾ ਫੇਸਬੁੱਕ ਤੇ ਵੀ ਮੈਂ ਕਮੈਂਟ ਮੋਟੇ ਪਾ ਦਿਆਂ ਤੇ ਕਈਆਂ ਨੂੰ ਲੱਗਦਾ ਕਿ ਸਾਡੇ ਕਮੈਂਟ ਨਹੀਂ ਲੈ ਜਾਂਦੇ। ਮਨਜੀਤ ਸਿੰਘ ਕਹਿੰਦੇ ਜੱਟ ਜਿੰਨੇ ਵੀ ਸੀਐਮ ਬਣੇ ਨੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਬੇੜਾ ਗਰਕ ਕਰ ਦਿੱਤਾ ਜੱਟ ਸੀਐਮ ਨੇ। ਤੇ ਮਨਜੀਤ ਸਿੰਘ ਕਹਿੰਦੇ ਤੈਨੂੰ ਟਵਾਣੇ ਜੱਟ ਪਸੰਦ ਨੇ। ਵੀਰ ਤੂੰ ਸ਼ਰੇਆਮ ਗਲਤ ਹੈ। ਕਦੇ ਮੇਰੇ ਨਿੱਜੀ ਆ ਕੇ ਵੇਖੀ, ਸਾਡੇ ਬੈਕਗਰਾਉਂਡ ਵੇਖੀ। ਅੱਜ ਵੀ ਸਾਡੀ ਮਨਜੀਤੋ ਆਂਟੀ ਜਿਹੜੀ, ਮਾਫ ਕਰਨਾ, ਭਾਵੇਂ ਇਸ ਭਾਈਚਾਰੇ 'ਚੋਂ ਸਾਡੇ ਨਾਲ ਉਹਨਾਂ ਦਾ ਐਡਾ ਸਲੂਕ ਹੈ ਕਿ ਅੱਜ ਵੀ ਅਸੀਂ ਉਹਨਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾ ਲੈਂਦੇ ਹਾਂ। ਮੇਰਾ ਸਭ ਤੋਂ ਪਰਮ ਦੋਸਤ ਸੀਗੇ ਪਿੰਡ ਦੇ ਵਿੱਚੋਂ, ਉਹਨਾਂ 'ਚ ਜੱਟ ਕੋਈ ਵੀ ਨਹੀਂ ਸੀਗਾ। ਹੁਣ ਵੀ ਮੀਡੀਆ 'ਚ ਜਿਹੜੇ ਮੇਰੇ ਪਰਮ ਦੋਸਤ ਨੇ ਉਹਨਾਂ 'ਚੋਂ ਜੱਟ ਘੱਟ ਨੇ। ਇਸ ਭਾਈਚਾਰੇ 'ਚੋਂ ਮੇਰੇ ਪਰਮ ਮਿੱਤਰ ਜ਼ਿਆਦਾ ਨੇ ਤੇ ਖਾਣ ਪਾਣ ਦਾ ਰੱਖ ਰਖਾਓ ਦਾ ਕੋਈ ਵੀ ਫਰਕ ਨਹੀਂ। ਕੀ ਕੈਪਟਨ ਅਮਰਿੰਦਰ ਜਾਂ ਬਾਦਲ ਜੱਟ ਸੀਗੇ? ਗੈਰ ਜੱਟ ਸੀ ਜਿਨ੍ਹਾਂ ਦੀ ਅਸੀਂ ਹੁਣ ਤੱਕ ਆਲੋਚਨਾ ਕਰਦੇ ਹਾਂ। ਰਾਣਾ ਗੁਰਜੀਤ ਜਿਹਨੇ ਕੇਸ ਵੀ ਕੀਤਾ ਸੀ, ਉਹ ਕੋਈ ਗੈਰ ਜੱਟ ਸੀ? ਸੋ ਇਸ ਕਰਕੇ ਇਹ ਨਾ, ਜਿੰਨੀ ਦੇਰ ਮਨਜੀਤ ਸਿੰਘ ਜੀ ਤੁਹਾਡੇ ਵਰਗੇ ਲੋਕ ਆਪਣੇ ਜ਼ਿਹਨ 'ਚੋਂ ਇਹ ਜਾਤ ਪਾਤ ਨਹੀਂ ਕੱਢਣਗੇ, ਇਦਾਂ ਹੀ ਲੁੱਟੇ ਪੁੱਟੇ ਜਾਓਗੇ। ਜਿਹੜੇ ਹੁਣ ਮੈਂ ਤੁਹਾਡਾ ਜਵਾਬ ਦੇ ਦਿਆਂ, ਮਾਇਆਵਤੀ ਬਣੀ, ਕੀ ਕੀਤਾ ਦਲਿਤਾਂ ਵਾਸਤੇ? ਹੰਸਰਾਜ ਹੰਸ ਬਣੇ ਤੇ ਕਿੰਨੇ ਕੁ ਗਰੀਬਾਂ ਦੇ ਵਿਹੜਿਆਂ 'ਚ ਖਾੜੇ ਹੰਸਰਾਜ ਹੰਸ ਲਾਏ ਨੇ। ਤੇ ਇਸ ਕਰਕੇ ਜਿਹੜੇ ਜੱਟ ਬਣੇ ਨੇ ਉਹਨਾਂ ਨੇ ਕਿੰਨਿਆਂ ਕੁ ਨੇ ਗਰੀਬ ਜੱਟਾਂ ਦਾ ਕੁਝ ਕੀਤਾ? ਇਹ ਵੀਰ, ਇਹ ਜਾਤ ਵਿਸ਼ੇਸ਼ ਦੀ ਜਿਹੜੀ ਰੂੜੀ ਹੈ ਨਾ, ਸਾਨੂੰ ਦਿਮਾਗ 'ਚੋਂ ਕੱਢਣੀ ਪੈਣੀ ਹੈ। ਤੁਹਾਡੇ ਵਰਗੇ ਲੋਕ ਜੇ ਇਹ ਸੋਚਦੇ ਨੇ, ਕਿਉਂਕਿ ਮੈਂ ਤਾਂ ਆਪਣਾ ਧਰਮ ਵਿਸ਼ੇਸ਼ ਨੂੰ ਤਵੱਜੋ ਨਹੀਂ ਦਿੰਦਾ। ਇਹ ਠੀਕ ਹੈ ਕਿ ਟਵਾਣਾ ਮੈਂ ਰੇਡੀਓ ਦਾ ਨਾਂ ਰੱਖਿਆ ਸਿਰਫ ਇਸ ਕਰਕੇ ਕਿ ਇਹ ਮੇਰੀ ਸ਼ਨਾਖਤ ਹੈ। ਅਦਰਵਾਈਜ਼ ਮੈਂ ਤਾਂ ਆਪਣੇ ਨਾਂ ਨਾਲ ਮਰਾਸੀ ਲਾ ਕੇ ਜ਼ਿਆਦਾ ਖੁਸ਼ ਹੋਣਾ ਸੀ ਜੇ ਮੇਰਾ ਨਾਂ ਨਾਲ ਟਵਾਣਾ ਨਾ ਲੱਗ ਜਾਂਦਾ। ਸੋ ਇਸ ਕਰਕੇ ਮਨਜੀਤ ਸਿੰਘ ਜੀ, ਤੁਹਾਡੇ ਵਰਗੀ ਮਾਨਸਿਕਤਾ ਨੂੰ ਲੋਕ ਕੈਸ਼ ਕਰਦੇ ਨੇ। ਕੈਪਟਨ ਕਿਹੜਾ ਡਾਂਗ ਚੁੱਕੀ ਫਿਰਦਾ ਸੀ, ਉਹ ਤਾਂ ਅਰੂਸਾ। ਖੈਰ, ਇਹਦੇ 'ਚ ਗੱਲ ਇਹ ਨਹੀਂ। ਜਿਹੜਾ ਬਲਾਸਟ ਹੋਇਆ ਸੀ ਨਾ ਮਨਜੀਤ ਸਿੰਘ ਜੀ, ਹਿਸਟਰੀ ਵੇਖੋ, ਜਿਹੜਾ ਬਲਾਸਟ ਮੌੜ ਮੰਡੀ ਹੋਇਆ ਸੀ ਜਿੱਥੇ ਗਰੀਬਾਂ ਦੇ ਬੱਚੇ ਮਰੇ ਨੇ, ਉਹ ਬਲਾਸਟ ਤੋਂ ਬਾਅਦ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਇਹ ਵਹਿਮ ਹੋ ਗਿਆ ਸੀ ਕਿ ਤਾਕਤਵਰ ਸੀਐਮ ਹੈ, ਜੇ ਤੇ ਪੰਜਾਬ 'ਚ ਜਿਵੇਂ ਬਲਾਸਟ ਹੋਣ ਲੱਗੇ ਤਾਂ ਕੈਪਟਨ ਹੀ ਸੰਭਾਲ ਸਕਦਾ। ਹੁਣ ਵੀ ਇਹੀ ਕੁਝ ਹੋਣਾ ਹੈ। ਇਸ ਕਰਕੇ ਉੱਥੇ ਕਿਸੇ ਵੀ ਜਾਤ ਦਾ ਹੋਵੇ, ਸਟਰੋਂਗ ਬੰਦੇ ਦੀ ਜ਼ਰੂਰਤ ਸੀ। ਮੈਂ ਜਿਹੜੀ ਚੁਆਇਸ ਦੱਸੀ ਕਿ ਸੁਨੀਲ ਜਾਖੜ, ਉਹ ਕੌਣ ਨੇ? ਉਹ ਜੱਟ ਨੇ। ਤੇ ਸੁਨੀਲ ਜਾਖੜ ਜਿਹੜੇ ਨੇ ਮੇਰੇ ਪਸੰਦੀਦਾ ਸੀ। ਮੇਰੀ ਪਸੰਦ ਇਹ ਨਹੀਂ ਕਿ ਮੈਂ ਤੋਂ ਕੋਈ ਕੰਮ ਕਰਾਉਣਾ, ਮੈਂ ਤਾਂ ਕਦੇ ਮਿਲਿਆ ਵੀ ਨਹੀਂ। ਮਤਲਬ ਜਿਵੇਂ ਜੇ ਸਿੱਧੂ ਬਣਦਾ ਜਾਂ ਰੰਧਾਵਾ ਬਣਦਾ, ਇਹਨਾਂ ਨੇ ਇੱਟ ਖੜਕਾ ਆਪਸ ਕਰਨਾ ਸੀ, ਪੰਜਾਬ ਦੀ ਭਲਾਈ ਲਈ ਕੁਝ ਨਹੀਂ ਸੀ ਕਰਨਾ। ਇਹਨਾਂ ਨੇ ਆਪਣੀ ਜਿੱਦ ਭਗਾਉਣੀ ਸੀ। ਤੇ ਇਸ ਕਰਕੇ ਬਿਹਤਰ ਸੀਐਮ ਜੇ ਪੰਜਾਬ ਨੂੰ ਡੁੱਬਦੇ ਨੂੰ ਬਚਾਉਣਾ ਸੀ ਜਾਂ ਕੋਈ ਸਿਆਣਪ ਵਾਲਾ ਮਹਾਜਨੀ ਫੈਸਲਾ ਕਰਨਾ ਸੀ, ਉਹ ਸ਼ਾਇਦ ਸੁਨੀਲ ਜਾਖੜ ਕਰ ਸਕਦਾ ਸੀ। ਇਸ ਕਰਕੇ ਵੀਰਿਆ, ਮਨਜੀਤ ਸਿਆਂ, ਜਦੋਂ ਤੱਕ ਤੁਹਾਡੇ ਵਰਗੇ ਸੱਜਣ ਇਹ ਸੋਚਦੇ ਰਹਿਣਗੇ ਕਿ ਟਵਾਣੇ ਤੈਨੂੰ ਜੱਟ ਪਸੰਦ ਨੇ, ਤੇ ਜਾਂ ਤਾਂ ਫਿਰ ਲਾਹਨਤ ਆ ਮੇਰੀ ਪੱਤਰਕਾਰੀ ਦੇ ਤੇ ਜਾਂ ਲਾਹਨਤ ਆ ਤੁਹਾਡੀ ਸੋਚ ਤੇ, ਜੇ ਅਜੇ ਵੀ ਤੁਸੀਂ ਇੱਥੇ ਖੜੇ ਹੋ। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਸੁਰਿੰਦਰ ਨਾਲ ਕੰਟੀਨਿਊ ਕਰਦੇ ਹਾਂ। ਸੋ ਇਸ ਕਰਕੇ ਤੁਹਾਡੇ ਵਰਗੇ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕਰਦੇ ਨੇ ਅਗਲੇ। ਹਰਪਾਲ ਚੀਮਾ, ਖਹਿਰੇ ਨੂੰ ਹਟਾ ਕੇ ਇਹਨਾਂ ਨੇ ਬਣਾਇਆ। ਚੀਮੇ ਨੇ ਕਿਹੜਾ ਕੱਦੂ 'ਚ ਤੀਰ ਮਾਰ ਲਿਆ? ਖਹਿਰਾ ਸਟਰੋਂਗ ਲੀਡਰ ਸੀ, ਇਹ ਨਹੀਂ ਕਿ ਜੱਟ ਸੀ, 12 ਸਾਰਾ ਲੈਂਦਾ ਸੀ। ਅੱਜ ਆਮ ਆਦਮੀ ਪਾਰਟੀ ਕਿਤੇ ਹੋਣੀ ਸੀ ਜਿਹੜੀ ਜ਼ੀਰੋ ਤੇ ਆ ਗਈ ਹੈ। ਇਸ ਕਰਕੇ ਦਲਿਤ ਬਣਨ ਨਾਲ ਜਾਂ ਉਹਦੇ ਬਣਨ ਨਾਲ ਕਿੰਨਾ ਕੁ ਹੰਸਰਾਜ ਹੰਸ ਤੁਹਾਡੇ ਵਿਹੜਿਆਂ 'ਚ ਖਾੜੇ ਲਾ ਗਏ ਨੇ? ਕਿੰਨਾ ਕੁ ਰਾਜਕੁਮਾਰ ਵੇਰਕਾ ਨੇ ਤੁਹਾਨੂੰ ਪੁੱਤ ਬਣਾ ਕੇ ਜਾਂ ਤੁਹਾਡੇ ਵਿਆਹ ਦੇ ਵਿੱਚ ਆ ਕੇ ਕੋਈ ਸ਼ਗਨ ਕਰਤੇ ਹੋਣੇ ਨੇ? ਚਰਨਜੀਤ ਸਿੰਘ ਚੰਨੀ ਨੇ ਕਿੰਨਾ ਕਰ ਦਿੱਤਾ? ਸੋ ਜਿੰਨੀ ਦੇਰ ਇਹ ਸਾਡੇ ਜਾਤ ਦਾ ਪੰਗਾ ਨਹੀਂ ਉੱਠੇਗਾ ਨਾ, ਮੈਂ ਤਾਂ ਜਾਤ ਤਾਂ ਕੀ ਆਪਣਾ ਧਰਮ ਭਾਰੂ ਨਹੀਂ ਪੈਣ ਦਿੰਦਾ ਆਪਣੀ ਪੱਤਰਕਾਰੀ ਤੇ ਤੁਸੀਂ ਆਰਾਮ ਦੇ ਨਾਲ ਚਿੱਕੜ ਸੁੱਟਣ ਲੱਗ ਪੈਂਦੇ ਹੋ ਕਿ ਮੈਨੂੰ ਜੱਟ ਪਸੰਦ ਨੇ, ਬਲਾ ਪਸੰਦ ਨੇ, ਧਮਕਾ ਪਸੰਦ ਨੇ। ਜੀ ਸੁਰਿੰਦਰ, ਕੰਟੀਨਿਊ ਪਲੀਜ਼। ਹੈਲੋ ਸੁਰਿੰਦਰ ਭਾਈ ਜੀ, ਕੰਟੀਨਿਊ ਪਲੀਜ਼। ਹਾਂਜੀ ਪਲੀਜ਼। ਹਾਂ, ਮੈਂ ਕਾਰਜਕਾਲ ਤੇ ਆਉਣਾ ਕਿ ਦੇਖੋ, ਮੈਂ ਜਦੋਂ ਤੋਂ 1966 ਤੋਂ ਪੰਜਾਬ ਬਣਿਆ ਨਾ, ਦੇਖੋ ਇਹਦੇ ਵਿੱਚ ਤਕਰੀਬਨ 11 ਸੀਐਮ ਪਹਿਲਾਂ ਹੋ ਚੁੱਕੇ ਜਿਨ੍ਹਾਂ ਦਾ ਕਾਰਜਕਾਲ ਪੂਰਾ ਨਹੀਂ ਹੋਇਆ। ਜਿਸ ਤਰ੍ਹਾਂ ਦੀ ਹੁਣ ਕੜੀ ਕੁੜੀ ਆ, ਮਤਲਬ ਜਦੋਂ 1966 'ਚ
ਪੰਜਾਬ ਅਲੱਗ ਸੂਬਾ ਬਣਿਆ, ਯਾਨੀ ਕਿ ਜਿਹਨੂੰ ਨਵਾਂ ਪੰਜਾਬ ਹੋਣ ਵਾਲਾ ਸੂਬਾ ਤਾਂ ਨਾ ਕਹੋ, ਸੂਬੀ ਕਹਿ ਦੋ, ਕੋਈ ਸੂਬੀ ਬਣਿਆ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਕੁੱਲ 127 ਦਿਨਾਂ ਤੱਕ ਗਿਆਨੀ ਗੁਰਬਖਸ਼ ਸਿੰਘ ਮੁਸਾਫਰੇ ਦਾ ਮੁੱਖ ਮੰਤਰੀ ਰਹੇ। ਉਸ ਤੋਂ ਬਾਅਦ ਸੰਤ ਫਤਿਹ ਸਿੰਘ ਦਾ ਧੜੇ ਦਾ ਜਿਹੜਾ ਅਕਾਲੀ ਦਲ ਸੀ, ਅਕਾਲੀ ਦਲ 2 ਸੀ, ਜਿਹੜਾ ਸੰਤ ਫਤਿਹ ਸਿੰਘ ਦਾ ਧੜਾ ਸੀ ਉਹਨਾਂ ਦੇ ਜਿਹੜੇ ਜਸਟਿਸ ਗੁਰਨਾਮ ਸਿੰਘ ਸੀਗੇ, ਠੀਕ ਹੈ ਜੀ, ਉਹ 262 ਦਿਨਾਂ ਤੱਕ ਮੁੱਖ ਮੰਤਰੀ ਰਹੇ। ਫਿਰ ਜਿਹੜੀ ਉਸ ਵੇਲੇ ਜਨਤਾ ਪਾਰਟੀ ਹੁੰਦੀ ਸੀ ਪੰਜਾਬ ਵਾਲੀ, ਪੰਜਾਬ ਜਨਤਾ ਪਾਰਟੀ ਹੁੰਦੀ, ਉਹਦੇ ਲਛਮਣ ਸਿੰਘ ਗਿੱਲ 272 ਦਿਨਾਂ ਤੱਕ ਇਸ ਅਹੁਦੇ ਤੇ ਰਹੇ ਤੇ ਉਹਨਾਂ ਦੇ ਅਸਤੀਫੇ ਕਾਰਨ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। ਫਿਰ ਦੁਬਾਰਾ ਗੁਰਨਾਮ ਸਿੰਘ ਜਿਹੜੇ ਸੀ ਉਹ 17 ਫਰਵਰੀ 1969 ਨੂੰ ਮੁੱਖ ਮੰਤਰੀ ਵਜੋਂ ਫਿਰ ਦੁਬਾਰਾ ਆਏ। 1 ਸਾਲ ਤੇ 38 ਦਿਨਾਂ ਤੱਕ ਉਹ ਫਿਰ ਅਹੁਦੇ ਤੇ ਰਹੇ ਤੇ 27 ਮਾਰਚ 1970 ਨੂੰ ਉਹਨਾਂ ਨੇ ਅਸਤੀਫਾ ਜਿਹੜਾ ਸੀ ਉਹ ਦੇ ਦਿੱਤਾ। ਤਾਂ ਫਿਰ ਉਹਨਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 1 ਸਾਲ ਤੇ 79 ਦਿਨ ਮਤਲਬ 79 ਦਿਨਾਂ ਤੱਕ ਮੁੱਖ ਮੰਤਰੀ ਰਹੇ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਮਾੜੀ ਕਾਰਜਕਾਰੀ ਕਾਰਨ ਅਸਤੀਫਾ ਦੇ ਦਿੱਤਾ ਤੇ ਫਿਰ 270 ਦਿਨਾਂ ਤੱਕ ਰਾਸ਼ਟਰਪਤੀ ਰਾਜ ਲੱਗਾ ਰਿਹਾ ਪੰਜਾਬ 'ਚ। ਫਿਰ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਅਗਲਾ ਮੁੱਖ ਮੰਤਰੀ ਆਇਆ ਜਿਹੜਾ 5 ਸਾਲ ਪੂਰੇ ਕਰ ਗਿਆ। ਉਸ ਤੋਂ ਬਾਅਦ 1970 'ਚ ਪ੍ਰਕਾਸ਼ ਸਿੰਘ ਬਾਦਲ 2 ਸਾਲ ਤੇ 242 ਦਿਨ ਜਿਹੜਾ ਸੀਗਾ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਰਿਹਾ ਤੇ ਦੁਬਾਰਾ ਰਾਸ਼ਟਰਪਤੀ ਰਾਜ 110 ਦਿਨ ਲੱਗਿਆ ਰਿਹਾ। ਯਾਨੀ ਕਿ ਜਦੋਂ ਇੰਦਰਾ ਗਾਂਧੀ 1980 'ਚ ਆ ਗਈ ਸੀ, ਜਿਹੜੀਆਂ ਸਟੇਟਾਂ ਤੇ ਜਨਤਾ ਪਾਰਟੀ ਤੇ ਉਹਦੀਆਂ ਭਾਈਵਾਲਾਂ ਦੀਆਂ ਸਰਕਾਰਾਂ ਸੀ ਉਹ ਸਾਰੀਆਂ ਤੋੜਤੀਆਂ ਤੇ ਚੋਣਾਂ ਨਹੀਂ ਕਰਾਈਆਂ, ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਤੇ ਕਿਹਾ ਕਿ ਚੋਣਾਂ ਬਾਅਦ ਚ ਹੋਣਗੀਆਂ। 110 ਦਿਨ ਉਦੋਂ ਰਾਸ਼ਟਰਪਤੀ ਰਾਜ ਲਾਗੂ ਰਿਹਾ। ਇਸ ਤੋਂ ਬਾਅਦ 1980 ਚ ਦਰਬਾਰਾ ਸਿੰਘ ਆਇਆ, 3 ਸਾਲ ਤੇ 122 ਦਿਨ ਉਹ ਅਹੁਦੇ ਤੇ ਰਿਹਾ। ਫਿਰ 1 ਸਾਲ ਤੇ 358 ਦਿਨ ਰਾਸ਼ਟਰਪਤੀ ਰਾਜ ਲਾਗੂ ਰਿਹਾ। 1985 ਚ ਸਰਜੀਤ ਸਿੰਘ ਬਰਨਾਲਾ ਕੇਵਲ 1 ਸਾਲ ਤੇ 255 ਦਿਨਾਂ ਦਾ ਕੇਸ ਅਹੁਦੇ ਤੇ ਰਿਹਾ। ਫਿਰ ਬੇਅੰਤ ਸਿੰਘ ਆਇਆ, ਬੇਅੰਤ ਸਿੰਘ 3 ਸਾਲ 187 ਦਿਨ ਇਸ ਅਹੁਦੇ ਤੇ ਰਿਹਾ। ਹਰਚਰਨ ਸਿੰਘ ਬਰਾੜ 1 ਸਾਲ ਤੇ 82 ਦਿਨ ਮੁੱਖ ਮੰਤਰੀ ਰਿਹਾ। ਰਜਿੰਦਰ ਕੌਰ ਭੱਟਲ ਕੇਵਲ 82 ਦਿਨ ਰਹੀ। ਫਿਰ ਪ੍ਰਕਾਸ਼ ਸਿੰਘ ਬਾਦਲ 1997 ਤੋਂ 2002 ਤੇ 2007 ਤੋਂ 17 ਤੱਕ 15 ਸਾਲ ਮੁੱਖ ਮੰਤਰੀ ਰਹਿ ਗਿਆ। ਅਮਰਿੰਦਰ ਸਿੰਘ 2002 ਤੋਂ 2007 ਤੱਕ 5 ਸਾਲ ਪੂਰੇ ਕੀਤੇ ਤੇ ਹੁਣ 4 ਸਾਲ ਤੇ 185 ਦਿਨਾਂ ਦਾ ਉਹਨਾਂ ਦਾ ਮਤਲਬ ਕਾਰਜਕਾਲ ਜਿਹੜਾ ਉਹ 4 ਸਾਲ ਤੇ 185 ਦਿਨ ਸੀ। ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਕੁੱਲ 100 ਦਿਨ ਮਿਲ ਰਹੇ ਆ। ਮੌਕੇ ਤੇ ਕੈਲਕੂਲੇਟ ਕਰਾਂਗੇ ਕਿ ਕੇਸ ਵੇਲੇ ਕੋਡ ਆਫ ਕੰਟੈਕਟ ਲੱਗਦਾ ਉਦੋਂ ਤੱਕ ਉਹਨਾਂ ਦਾ ਕਾਰਜਕਾਲ ਜਿਹੜਾ ਉਹ 100 ਦਿਨ ਦਾ ਬਣਦਾ ਤੇ 100 ਤੋਂ ਘੱਟ ਦਾ ਕੀ ਕੁਛ ਹੁੰਦਾ। ਯਾਨੀ ਕਿ ਕੁੱਲ ਮਿਲਾ ਕੇ ਆ ਕਿ 12ਵਾਂ ਸੀਐਮ ਹੋਏਗਾ ਪੰਜਾਬ ਦਾ ਜਿਹਦਾ ਕਾਰਜਕਾਲ ਪੂਰਾ ਨਹੀਂ ਹੋਏਗਾ। 5 ਸਾਲ ਦੇ ਜਿਹੜੇ ਕਾਰਜਕਾਲ ਨੇ ਉਹਦੇ 'ਚ 3 ਟਰਮਾਂ ਜਿਹੜੀਆਂ ਉਹ ਪ੍ਰਕਾਸ਼ ਸਿੰਘ ਬਾਦਲ ਦੀਆਂ ਪੂਰੀਆਂ ਤੇ 1 ਅਮਰਿੰਦਰ ਸਿੰਘ ਦੀ ਤੇ 1 ਗਿਆਨੀ ਜੈਲ ਸਿੰਘ ਦੀ ਪੂਰੀ ਆ। ਬਾਕੀ ਕੋਈ ਵੀ ਸੀਐਮ ਜਿਹੜਾ ਉਹ 5 ਸਾਲ ਦਾ ਕਾਰਜਕਾਲ ਪੂਰਾ ਜਿਹੜਾ ਉਹ ਨਹੀਂ ਕਰ ਸਕਿਆ ਜੀ। ਇਹ ਪੰਜਾਬ ਦੇ 17ਵੇਂ ਸੀਐਮ ਨੇ ਤੇ ਕੀ 32% ਜਿਹੜੀ ਦਲਿਤ ਵੋਟ ਹੈ, ਜਿਵੇਂ ਹੁਣ ਮਨਜੀਤ ਬਾਈ ਜੀ ਨੇ ਕਹਿਤਾ ਕਿ ਟਵਾਣੇ ਨੂੰ ਤੇ ਜੱਟ ਪਸੰਦ ਨੇ, ਇਹ ਜਿਹੜਾ ਮਤਲਬ ਸਾਡੇ ਪੱਤਰਕਾਰਾਂ ਚੋਂ, ਸਾਡੇ ਲੇਖਕਾਂ ਚੋਂ, ਸਾਡੇ ਲੋਕਾਂ ਚੋਂ, ਸਾਡੇ ਜੱਜਾਂ ਚੋਂ, ਸਾਡੇ ਧਰਮਾਂ ਦੇ ਆਗੂਆਂ ਚੋਂ ਜਾਤ ਨਹੀਂ ਨਿਕਲਦੀ। ਜਿਹੜਾ ਇਹ ਵਹਿਮ ਹੈ ਕਿ ਆਪਣਾ ਮਾਰੂ ਛਾਵੇਂ ਸਿੱਟੂ, ਇਹਨੇ ਸਾਡਾ ਬੇੜਾ ਗਰਕਿਆ। ਜੇ ਪੰਜਾਬ ਦੀ ਵੋਟ ਸਮੀਕਰਨ ਵੇਖੇ ਜਾਣ ਤਾਂ 19% ਜੱਟ ਸਿੱਖ ਵੋਟ ਹੈ ਤੇ 38.49% ਹਿੰਦੂ ਵੋਟ ਹੈ, 31.94% ਦਲਿਤ ਭਾਈਚਾਰਾ SC/ST ਵੋਟ ਹੈ ਤੇ 10.57% ਹੋਰ ਨੇ। ਹੁਣ ਮਾਫ ਕਰਨਾ, ਕਈ ਤੇ ਸੱਜਣ ਵੀਰ ਦਲਿਤ ਲਫ਼ਜ਼ ਦੇ ਹੀ ਇਤਰਾਜ਼ ਕਰਦੇ ਨੇ, ਪਰ ਕੱਲ ਹਰੀਸ਼ ਰਾਵਤ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਰਾਜਕੁਮਾਰ ਵੇਰਕਾ ਨੂੰ ਵੀ ਕਹਿ ਰਿਹਾ ਸੀ ਕਿ ਦਲਿਤ ਆਗੂ ਨੇ ਸਾਡੇ। ਤੇ ਇਸ ਦੌਰਾਨ ਇਹ ਜਿਹੜੇ 17ਵੇਂ ਸੀਐਮ ਨੇ ਵੈਸੇ ਪੰਜਾਬ ਦੇ ਚਰਨਜੀਤ ਚੰਨੀ, ਤੇ ਇਹ ਜਿਹੜਾ 32.5% ਵੋਟ ਹੈ, ਜਿਹੜੀ 32% ਵੋਟ ਆ, 32.25, ਕੀ ਉਹਨੂੰ ਇਹ ਕੈਸ਼ ਕਰ ਸਕਣਗੇ, ਬਣਾ ਸਕਣਗੇ? ਉਮੀਦ ਕਰੀਏ ਕਿ ਬਿਹਤਰ ਕੰਮ ਕਰਨ, ਪਰ ਹੁਣ ਤੱਕ ਦਾ ਜਿਹੜਾ ਕਾਰਜਕਾਲ ਆ ਅਸੀਂ ਉਹਦੀ ਪੜਚੋਲ ਕਰਦੇ ਹਾਂ। ਬਿਹਤਰ ਕੰਮ ਕਰਨਗੇ ਜੇ ਉਹੀ ਸਾਧੂਆਂ ਪੰਡਤਾਂ। ਹੁਣ ਵੇਖੋ, ਜੇ ਦੇਖਿਆ ਜਾਵੇ ਕਿ ਹਾਥੀ ਤੇ ਚੜ੍ਹਨਾ ਜਾਂ ਗੇਟ ਇਧਰੋਂ ਕੱਢ ਲਓ, ਇਹ ਕਰਦਾ ਕੌਣ ਆ? ਪੰਡਤ ਬ੍ਰਾਹਮਣ ਕਰਦਾ ਨਾ ਇਹ ਸਾਰੀਆਂ ਚੀਜ਼ਾਂ, ਜੋਤਿਸ਼ ਵਗੈਰਾ। ਤੇ ਇਸ ਭਾਈਚਾਰੇ ਨੂੰ ਸਭ ਤੋਂ ਬੇੜਾ ਗਰਕ ਕਿਹਨੇ ਕੀਤਾ ਹੁਣ ਤੱਕ? ਜਿਹੜੀ ਮਨੂ ਸਿਮਰਤੀਆਂ ਜਾਤ ਦੀ ਵੰਡ ਕੀਤੀ ਬ੍ਰਾਹਮਣ ਨੇ। ਤੇ ਫਿਰ ਉਹਨਾਂ ਦੇ ਕਹੇ ਤੀ ਤੁਸੀਂ ਇਹ ਕੁਛ ਕਰਦੇ ਹੋ, ਤੇ ਫਿਰ ਕਿੱਥੇ ਤੁਹਾਡਾ ਮਤਲਬ ਸੋਚ ਕਿੱਥੇ ਖੜੀ ਹੈ?
इस दौरान ये जिहड़े 17वें सीएम ने उदां 12वें सीएम ने की 32% वोट नूं भना पाउणगे सीएम बनण दे नाल? जी सुरेंद्र। नहीं, मैनूं देखो गल यह है कि पहला उन्होंने हुण सौं चक लैण दो, ਉਹਦੇ बाद पता लग जूगा। कल 11 वजे का समा तय हो गया। कल शायद कला मुख मंत्री ही सौं चुकेगा, ਜਾਂ ਜਿਹੜੇ 2 डिप्टी सीएम अजे उन्हों का अनाउंस नहीं होया, वो नाल चकदे आ जां नहीं चकदे जे पता नहीं है। पर इन्ना क्लीयर हो गया कि मुख मंत्री कल नूं 11 वजे सौं चुकेगा। बाकी 2 दिन बाद आउंदे, 4 दिन बाद आउंदे, वो बाद की गल डिसाइड होएगा की करना, किनू लियाउणा, किनू छड्डना, की कुछ आ वो होऊगा। सारे धड़िਆਂ ਨੂੰ मानता देणगे, ਉਹ 'ਚ SC ਨੂੰ भी देखणगे, BC ਨੂੰ देखणगे, ਉਹ 'ਚ महाजन देखणगे, ਉਹ 'ਚ जट देखणगे, सारिਆਂ ਨੂੰ देखणगे किनू किते एडजस्ट करना वा। हुण गल इस तो अगली आ, तुसीं दलित वोट ले आओ, पर ਜਿਹੜੀ ਉਹਦੇ ਨਾਲ ਜੱਟ वोट सिख वोट ਤੁਹਾਡੇ ਤੋਂ ਭੱਜ ਜਾਣੀ ਆ, ਉਹਦਾ ਬੰਦੋਬਸਤ कर लो। जे ਇਹ ਪਾੜਾ नहीं सी ਤਾਂ फिर इन्नी देर क्यों लगी? पहला सवाल तो यह खड़ा, जे पाड़ा नहीं सी तो बीजेपी की डुबदी नैया करके बीजेपी ने क्यों कहा कि असी दलित जिहड़ा उहनूं सीएम बना देंगे? जे पाड़ा नहीं सी तो फिर अकाली दल ने क्यों कहा कि असी एक हिंदू ते एक दलित 2 डिप्टी सीएम लावांगे? यही कांग्रेस का जिहड़ा पिछले 6 महीने तो कलेश चल रहा सी, उहदे विच भी यही मुद्दा उठिया सी, एक हिंदू चेहरा एक दलित 2 जिहड़े आ वो डिप्टी सीएम लावांगे। जिहड़ा एक पंजाब दा प्रधान बनाया, उस प्रधान दे नाल जिहड़े 3-4 प्रधान फिट कीते ने, कौन ने? एक जट लाया, एक जिहड़ा BC चो लाया, एक जिहड़ा वो दलित लाया, ते एक हिंदू चेहरा लाया। वो की सीगा? वो भी तो इसे करके लाए ने। हुण गल तां इह सी कि ये सारे सबका इहनूं कैप्टन अमरिंदर सिंह चलण नहीं सी दे रहा। ਇਹਦੇ 'ਚ कोई दो रहा नहीं, चाहे नवजोत सिंह सिद्धू आ, चाहे सुखजिंदर सिंह सुखी रंधावा, चाहे वो प्रगट सिंह आ, चाहे सुख सरकारिया, चाहे तेतर रजिंदर बाजवा, ये सारिਆਂ ਦਾ ते चरणजीत चन्नी इन्हां दा खेमा एक आ। हाँ, उम्मीद करनी चाहिए आ कि पंजाब लई कुछ कर देना। पंजाब लई करना की मैं पहला गिण के हटिया कि ब्यूरोक्रेसी तुहाडे काबू आएगी। कैप्टन अमरिंदर सिंह ने बहुत ही ब्यूरोक्रेसी फिट करती हुई है, जिन्हों तुसी चेंज नहीं कर सकोगे। 3 सिट काम कर रही ने। मैं कल भी शाम के प्रोग्राम से गल कही सी, एक बेअदबी वाला जिहड़ा इशू सी ओहदे ते 2 सिट्टां जिहड़ियां जिथे एक जगह लाठी चार्ज होया सी ते एक जगह गोली चली सी, वो 3 सिट्टां अलग ने, तीनों हाई कोर्ट के हुक्म नाल बणीआं होईआं। तिन्नां नूं तुसी चेंज नहीं कर सकते। ਉਹਦੇ अगेंस्ट तुसी अपील पाउणी सी, सुप्रीम कोर्ट उत्थों तक नहीं गए। हुण गल ते आ कि सूबा सरकार बैठी कीते सी, एक रिटायर अफसर दे सिर ते बैठी सी, हाई कमांड सुत्ती रही। ठीक है, हाई कमांड हुण जागी आ, पर हुण जागी दा कोई फायदा नहीं। साल पहला जागी हुंदी, कोई किसे तन पत्तन बेड़ी लग जांदी। हुण समा थोड़ा, थोड़े समय च तुसी बहुता कुछ करना चाहुंदे हो तां किद्दां कर लोगे? यानी कि जे समय सिर सब्जी बनाना धरी जाए तो फिर गैस नूं फुल करके जां चुल्हे 'च वध सेक बाल के अग देख लो, सारी सड़ जाती आ। हुण समा थोड़ा, तुसी काम करना चाहना कित्थे कित्थे कर लोगे? तुसी नशे ते कर लोगे, तुसी बेअदबी ते कर लोगे, माइनिंग ते कर लोगे, तुसी अपने ते की कहंदे हुंदे आ ट्रांसपोर्ट जिहड़ी नजायज़ चलदी उहनूं फड़ लोगे, की कर लोगे? उधर तुहाडे हालात की बनी हुई आ। मैं ओहदी भी एक वेरवा गिणदियां कि पटियाले ने सुख का साह लिया कि पटियाले दो मतलब की कहते होंगे आ भी धरनिया तो जिहड़ा खैड़ा छुटिया। हुण मैं परमिंदर 2-3 मिनट दे दिओ, मैं गिणदियां कि पटियाले च धरने किन्ने सी। दुख निवारण साहब के सामने NSQF वाले वोकेशनल अध्यापक यूनियन, कोविड वलंटीयर यूनियन ते एक है ETT 2364 अध्यापक यूनियन वाले, ये उत्ते दुखनवार साहब के सामने सी। जिहड़ी लाल सिंह की कोठी सी ਉਹਦੇ नेड़े कच्चे ते मान भत्ते वाले मुलाजम यूनियन जिहड़ी आ ਉਹ बैठे सी। जिथे मोहरे खंडा चौक आ उत्ते टैट पास यानी कि टीचर एलिजिबिलिटी टैस्ट पास जिहड़ा अध्यापक यूनियन ਉਹ बैठी सी। पाथी रोड ते पानी वाली टैंकी ते जिहड़ी 2007 पुलिस च भर्ती होए सी उम्मीदवार जिन्हां दी सिलेक्शन हो गई सी पर ज्वाइन नहीं सी कराया, वो बैठे पानी वाली टैंकी ते चढ़े बैठे। ठीक है,
ਜਿਹੜਾ ਪਾਵਰਕੌਮ ਦਾ ਮੁੱਖ ਦਫ਼ਤਰ ਆ ਉਹਦੀ ਛੱਤ ਦੇ ਉੱਤੇ ਮ੍ਰਿਤਕਾਂ ਦੇ ਜਿਹੜੇ ਵਾਰਸ ਆ ਉਹਨਾਂ ਦੀ ਇੱਕ ਸੰਘਰਸ਼ ਕਮੇਟੀ ਬਣੀ ਹੋਈ ਆ, ਉਹ ਚੜੇ ਪਏ, ਉਹ ਛੱਤ ਤੇ ਚੜੇ ਪਏ ਆ ਮੁੱਖ ਦਫ਼ਤਰ ਦੀ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਦੇ। ਜਿਹੜਾ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਆ ਉਹ 'ਚ ਠੇਕਾ ਮੁਲਾਜ਼ਮ ਸੰਘਰਸ਼ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਪੱਕਾ ਮੋਰਚਾ ਜਿਹੜਾ ਉੱਤੇ ਚੱਲ ਰਿਹਾ। ਹੁਣ ਗੱਲ ਤੇ ਆ ਕਿ ਇੰਨੇ ਮੋਰਚੇ ਜਿਹੜੇ ਉਹ ਪਟਿਆਲੇ 'ਚ ਸੀਗੇ, ਠੀਕ ਹੈ। ਹੁਣ ਪਟਿਆਲੇ ਨੂੰ ਨਿਜਾਕਤ ਮਿਲੀ। ਹੁਣ ਅੱਜ ਸ਼ਾਮ ਤੱਕ ਇਹੀ ਸੀ, ਇਹ ਸੋਚ ਰਹੇ ਸੀ ਜਿਹੜੇ ETT ਟੈਟ ਪਾਸ ਅਧਿਆਪਕ ਯੂਨੀਅਨ ਸੀ, ਇਹ ਸੋਚਦੇ ਸੀ ਵੀ ਅਸੀਂ ਹੁਣ ਜਿਹੜਾ ਅੱਜ ਐਤਵਾਰ ਦਾ ਸੰਘਰਸ਼ ਸੀ ਜਿਹੜਾ ਇਹਨਾਂ ਮੋਤੀ ਮਹਿਲ ਵੱਲ ਨੂੰ ਮਾਰਚ ਕਰਨਾ ਸੀ, ਉਹ ਕਹਿੰਦੇ ਕਿੱਥੇ ਕਰੀਏ। ਹੁਣ ਇਹਨਾਂ ਨੂੰ ਰਾਹ ਮਿਲ ਗਿਆ, ਹੁਣ ਇਹ ਸਾਰੇ ਦੇ ਸਾਰੇ ਚਮਕੌਰ ਸਾਹਿਬ ਵੱਲ ਨੂੰ ਸਿੱਧੇ ਹੋ ਜਾਣਗੇ। ਨਹੀਂ, ਸਿੱਧੂ ਦੀ ਰਿਹਾਇਸ਼ ਨੇੜੇ ਨਹੀਂ ਹੈ, ਚਮਕੌਰ ਸਾਹਿਬ ਵੱਲ ਧਰਨੇ ਲੱਗਿਆ ਕਰਨਗੇ। ਬਾਕੀ ਸਾਰੇ ਜਿਹੜੇ ਸਿੱਧੂ ਦੀ ਰਿਹਾਇਸ਼ ਤੇ ਵੀ ਸ਼ੁਰੂਆਤ ਹੋ ਗਈ ਹੈ, ਯਾਦਵਿੰਦਰਾ ਕਲੋਨੀ, ਕਿਉਂਕਿ ਪੰਜਾਬ ਕਾਂਗਰਸ ਪ੍ਰਧਾਨ ਅੱਗੇ ਤਾਂ ਕਹਿੰਦਾ ਸੀ ਸਾਡੇ ਕੁਛ ਹੱਥ ਵਸ ਨਹੀਂ ਹੈ, ਹੁਣ ਤੇ ਸਿੱਧੂ ਦੇ ਹੱਥ ਵਸ ਹੈ। ਯਾਦਵਿੰਦਰਾ ਕਲੋਨੀ ਧਰਨੇ ਲੱਗਣਗੇ, ਰਹਿੰਦੇ ਖੂੰਦੇ ਚਮਕੌਰ ਸਾਹਿਬ ਲੱਗਣਗੇ। ਇਹਦੇ 'ਚ ਹੁਣ ਜੇ ਪਿਛਲਾ ਤਜਰਬਾ ਵੇਖਿਆ ਜਾਵੇ, ਮੇਰੇ ਖਿਆਲ 2% ਜੇ ਵੋਟ ਉਧਰੋਂ ਫਾਇਦਾ ਹੁੰਦਾ ਤਾਂ ਮਾਫ ਕਰਨਾ, ਜੱਟਾਂ 'ਚ ਕੋਈ ਬਹੁਤਾ ਫਰਕ ਨਹੀਂ ਪੈਣਾ, ਜੱਟ ਵੋਟ 1-2% ਪਊ, ਪਰ ਹਿੰਦੂ ਵੋਟ ਬਹੁਤੀ ਟੁੱਟੂ। ਕਿਉਂਕਿ ਜਿਹੜੇ ਹਿੰਦੂ ਮਾਨਸਿਕਤਾ ਨਾ ਉਹ ਜਿਹੜਾ ਜਾਤ ਵਰਨ ਵੰਡ ਆ ਨਾ, ਭਾਵੇਂ ਉਹ ਸ਼ੋਅ ਨਾ ਕਰਨ, ਉਹ ਜਾਤ ਵਰਨ ਵੰਡ ਦੇ ਵਿੱਚੋਂ ਨਹੀਂ ਨਿਕਲਦੀ। ਇਹ ਜਿਹੜਾ ਪੰਜਾਬ ਦੇ ਵਿੱਚ ਜੱਟ ਬਨਾਮ ਦਲਿਤ ਦਾ ਰੌਲਾ ਪਾਇਆ ਹੋਇਆ ਨਾ, ਇਹ ਪਾਉਣ ਵਾਲੀ ਵਿਚਲੀ ਲੌਬੀ RSS ਵਰਗੇ ਲੋਕ ਨੇ। ਇਹ ਠੀਕ ਹੈ ਕਿ ਜੇ ਇਹ ਹੁਣ ਜਿਵੇਂ ਮਨਜੀਤ ਕਹਿੰਦਾ ਪਿਛਲਾ ਰਿਕਾਰਡ ਚੱਕ ਲਓ, ਜਦੋਂ 23% ਦਲਿਤਾਂ ਨੂੰ ਜ਼ਮੀਨ ਦਾ ਰੌਲਾ ਸੀ ਤਾਂ ਸਭ ਤੋਂ ਵੱਧ ਜੋ ਮੈਂ ਜਿੱਥੇ ਸੀ, ਸਭ ਤੋਂ ਵੱਧ ਇਹਨਾਂ ਦੀ ਭਗਵੰਤ ਮਾਨ ਦੀ ਜਾਂ ਹੋਰ ਜੱਟ ਆਗੂਆਂ ਦੀ ਖਚਾਈ ਕੀਤੀ ਸੀ ਕਿ ਭਾਈ ਇਹ ਪੁਰਖੇ ਨੇ, ਇਹਨਾਂ ਦੀ 23% ਜ਼ਮੀਨ ਇਹਨਾਂ ਦੇ ਹੱਥ 'ਚ ਆਉਂਦੀ ਹੈ। ਤੇ ਕੋਈ ਵੀ ਜੱਟ ਆਗੂ ਨਹੀਂ ਸੀ ਬੋਲਿਆ ਜੱਟ ਦਾ ਤੇ ਭੋਲੂ ਨਰੈਣੇ ਦਾ, ਉਹ ਫਿਤਰਤ ਮਾੜੀ ਇਹਨਾਂ ਨੇ ਨਿਭਾਈ। ਬੋਲਿਆ ਆ ਕੇ ਸੁਰਿੰਦਰ ਚੌਧਰੀ ਜਲੰਧਰ ਤੋਂ। ਇਹ ਸ਼ੁਰੂਆਤ ਸੰਗਰੂਰ ਦੇ ਪਿੰਡਾਂ 'ਚ ਹੋਈ ਸੀ, ਮਤੋਈ, ਬਲਦ ਕਲਾਂ, ਇੱਕ ਬੇਬੇ ਦੀ ਮੌਤ ਵੀ ਹੋਈ ਸੀ, 50-60 ਬੰਦਿਆਂ ਤੇ ਪਰਚੇ ਹੋਏ ਸੀਗੇ ਭਵਾਨੀਗੜ੍ਹ ਦੇ ਵਿੱਚ। ਸੋ ਇਸ ਕਰਕੇ ਮਨਜੀਤ ਸਿੰਘ ਵਰਗਿਆਂ ਨੂੰ ਬੜਾ ਸਖਾਲਾ ਕਹਿਣਾ ਕਿ ਤੁਹਾਨੂੰ ਤਾਂ ਜੱਟ ਪਸੰਦ ਨੇ। ਇਹ ਜਿਹੜੀ 2-4% ਵੋਟ ਹੈ ਜਿਹੜੀ, ਇਹਨੂੰ ਠੀਕ ਹੈ ਕਿ ਇਹ ਦਲਿਤ ਆਗੂ ਦੇ ਬਣਨ ਦੇ ਨਾਲ CM ਕਿ ਪਹਿਲੀ ਵਾਰੀ ਦਲਿਤ ਬਣਿਆ, ਉਹਨਾਂ ਨੇ ਕਹਿਣਾ ਦੇਖੋ ਕਿੱਡਾ ਵੱਡਾ ਕੰਮ ਕਰਤਾ, ਪਰ ਕੀਤਾ ਕੀ ਹੈ। ਇਹਨਾਂ ਦੇ ਦਲਿਤ ਬਣਨ ਨਾਲ ਫਰਕ ਕੀ ਪੈਣਾ। ਇਹ ਜਿੰਨੇ ਵੀ ਦਲਿਤ ਆਗੂ ਨੇ ਬਹੁਤਾ ਕੁਛ ਇਹ ਨਹੀਂ ਕਰਦੇ। ਰਹੀ ਜਾਤ ਵਿਸ਼ੇਸ਼ ਦੀ ਗੱਲ, ਹੁਣ ਜੇ ਇਹ ਰਵਿਦਾਸੀਏ ਭਾਈਚਾਰੇ ਚੋਂ ਨੇ ਜਾਂ ਰਾਮਦਾਸੀਏ ਭਾਈਚਾਰੇ ਚੋਂ ਨੇ, ਕੀ ਇਹ ਵਾਲਮੀਕੀਆਂ ਨਾਲ ਰਿਸ਼ਤਾ ਕਰਦੇ ਨੇ? ਜਾਂ ਆਪਣੇ ਬਰਾਬਰ ਦੀ ਦੂਜੀ ਕਮਿਊਨਿਟੀ ਹੇਠਲੀ ਛੱਡੋ, ਜੇ ਰਵਿਦਾਸੀਏ ਨੇ ਕੀ ਉਹ ਵਾਲਮੀਕੀਆਂ ਨਾਲ ਮੁੰਡੇ ਕੁੜੀ ਦਾ ਵਿਆਹ ਕਰਦੇ ਨੇ? ਨਹੀਂ ਕਰਦੇ। ਉਹ ਚਾਹੁੰਦੇ ਨੇ ਕਿ ਸਾਡੇ ਮੁੰਡੇ ਪੰਡਤਾਂ ਦੇ ਜਾਂ ਜੱਟਾਂ ਦੇ ਤਾਂ ਵਿਆਹੇ ਜਾਣ, ਪਰ ਅਸੀਂ ਆਪਣੇ ਮੁੰਡੇ ਜਾਂ ਕੁੜੀ ਵਾਲਮੀਕੀਆਂ ਦੇ ਨਹੀਂ ਵਿਆਹਣਾ। ਮੈਨੂੰ ਦੱਸ ਦਿਓ ਕਿ SC ST ਦੇ ਆਪਸ 'ਚ ਕਿੰਨੇ ਕੁ ਰਿਸ਼ਤੇ ਨੇ? ਜਾਤ ਨੂੰ ਛੱਡਦਾ ਕੌਣ ਹੈ? ਔਰ ਇਹ ਜਿਹੜਾ ਵਰਤਾਰਾ ਨਾ, ਮੈਂ ਰੇਡੀਓ ਤੇ ਬੈਠਾ ਗਰੰਟੀ ਨਾਲ ਕਹਿ ਰਿਹਾ ਕਿ ਕੱਲ ਨੂੰ ਜੇ ਮੇਰੇ ਬੱਚੇ ਕੋਈ ਇੰਟਰਕਾਸਟ ਮੈਰਿਜ ਕਰਾਉਂਦੇ ਨੇ ਆਪਣੀ ਪਸੰਦ ਦੀ, ਤੇ ਮੈਨੂੰ ਇਤਰਾਜ਼ ਨਹੀਂ ਹੋਏਗਾ, ਟੂ ਬੀ ਵੈਰੀ ਫਰੈਂਕ, ਬਸ਼ਰਤੇ ਕਿ ਬੱਚੇ ਉਹਨਾਂ ਦੇ ਬਰਾਬਰ ਦੇ ਪੜ੍ਹੇ ਲਿਖੇ ਹੋਣ, ਹੈ ਨਾ। ਸੋ ਇਹ ਗੱਲ ਜ਼ਿੰਮੇਵਾਰੀ ਨਾਲ ਕਹਿਣੀ ਬਹੁਤ ਔਖੀ ਹੈ, ਪਰ ਇਹ ਕਹਿ ਰਹੇ ਹਾਂ ਤੇ ਨਿਭਾਂਗੇ ਵੀ। ਪਰ ਇਹਦੇ 'ਚ ਇਹ ਨੇ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਦਲਿਤ ਦਾ ਕੀੜਾ ਬਣਿਆ ਹੋਇਆ ਨਾ, ਜਾਤ ਦਾ ਕੀੜਾ ਬਣਿਆ ਹੋਇਆ, ਕਿ ਇਹ SC ST ਵਰਗ ਵਾਲੇ ਕੀ SC ST ਦੇ ਘਰੇ ਬੱਚਾ ਵਿਆਹੁੰਦੇ ਨੇ? ਮੈਨੂੰ ਡਾਟਾ ਕਢਾ ਦਿਓ। ਹਾਲਾਂਕਿ ਜੱਟਾਂ ਤੇ ਦਲਿਤਾਂ 'ਚ ਰਿਸ਼ਤੇ ਜ਼ਿਆਦਾ ਹੋਣਗੇ, ਪਰ SC ਤੇ ST 'ਚ ਰਿਸ਼ਤੇ ਬਹੁਤ ਘੱਟ ਨੇ। ਆ ਵਿਹੜਿਆਂ ਵਾਲੇ ਆਪਸ 'ਚ ਨਹੀਂ ਵਰਤਦੇ। ਜਿਹੜੀਆਂ ਹੇਠਲੀਆਂ ਕਾਸਟ ਨੇ, ਬਗਾਰੀ ਨੇ, ਜਾਂ ਜਿਹੜੇ ਮੂਸੇਹਾਰ ਨੇ, ਜਾਂ ਹੋਰ ਜਾਤਾਂ ਨੇ ਪੰਜਾਬ 'ਚ, ਟੱਪਰੀਵਾਸ ਨੇ, ਉਹਨਾਂ ਨਾਲ ਤਾਂ 1% ਵੀ ਕੇਸ ਨਹੀਂ ਹੋਏਗਾ ਇੰਟਰਕਾਸਟ ਦਾ। ਅਜੇ ਜੱਟਾਂ ਦੇ ਦਲਿਤਾਂ ਨਾਲ ਰਿਸ਼ਤੇ ਹੋਣਗੇ। ਇਸ ਕਰਕੇ ਇਹ ਜਿਹੜਾ ਅਖੌਤੀ ਵਹਿਮ ਹੈ, ਇਹਦੇ 'ਚ ਹੁਣ ਬਹੁਤੀ ਵੋਟ, ਜੇ 2% 1.5% ਵੋਟ ਨੂੰ ਹੁਲਾਰਾ ਮਿਲੇਗਾ ਵੀ ਚੰਨੀ ਸਾਹਿਬ ਦੇ ਬਣਨ ਦੇ ਨਾਲ, ਤਾਂ ਉਦੋਂ ਵੱਡਾ ਡੈਂਟ ਹਿੰਦੂ ਵੋਟ ਨੇ ਪਾ ਦੇਣਾ। ਉਹਨਾਂ ਨੇ ਕਹਿਣਾ, ਕਿਉਂਕਿ ਉਹਨਾਂ ਦੇ ਜਿਹੜੀ ਮਾਨਸਿਕਤਾ ਕੱਟੜਤਾ ਹੈ, ਇੱਕ ਦੂਸਰੇ ਨੂੰ ਟੱਚ ਕਰਨ ਤੋਂ ਵੀ ਗਰੇਜ਼ ਕਰਦੇ ਨੇ ਉਹ ਲੋਕ। ਮਨੂ ਸਿਮਰਤੀਆਂ ਨੇ ਜ਼ਹਿਰ ਹੀ ਇੰਨਾ ਭਰ ਰੱਖਿਆ। ਉਹ ਵੋਟ 38% ਹੈ, 38.5%। ਬ੍ਰਹਮ ਮਹਿੰਦਰਾ ਦੇ
ਡਿਪਟੀ ਸੀਐਮ ਬਣਨ ਨਾਲ ਬਹੁਤਾ ਫਰਕ ਨਹੀਂ ਸੀ ਪੈਣਾ, ਜਾਖੜ ਦੇ ਸੀਐਮ ਬਣਨ ਨਾਲ ਜ਼ਿਆਦਾ ਫਰਕ ਪੈਣਾ ਸੀ ਜੇ ਕਾਂਗਰਸ ਨੇ ਅਕਲ ਤੋਂ ਕੰਮ ਲਿਆ ਹੁੰਦਾ। ਆਪਣੇ ਨਾਲ ਕੋਐਂਟਰੀ ਤੋਂ ਗੁਰਵੀਰ ਸਿੰਘ ਜੁੜੇ ਨੇ। ਗੁਰਵੀਰ, ਸਵਾਗਤ ਹੈ ਬਾਈ, ਵੈਲਕਮ। ਹਾਂਜੀ ਥਵਾਣਾ ਸਾਹਿਬ, ਮੈਂ ਤਾਂ ਇਹੀ ਕਹਿਣਾ ਸੀ, ਮੈਂ ਕਿਹਾ ਜਿੱਦਾਂ ਹੁਣ ਕਈ ਬੰਦੇ ਕਹਿੰਦੇ ਦਲਿਤ ਵੋਟ, ਅਸਲ ਵਿੱਚ ਉਹਨਾਂ ਨੇ ਤਾਂ ਆਪਣੇ ਵੱਲੋਂ ਵੋਟਿੰਗ ਕਾਰਡ ਖੇਲਿਆ ਇੱਕ ਵੀ ਇਹ ਦਲਿਤ ਵੋਟ ਲਈ ਉਹ ਗਾਂ ਹੀ ਟਰਾਈ ਕਰਦੇ ਸ਼ਾਇਦ ਸਾਡੀ ਗਵਰਨਮੈਂਟ ਆ ਜੂਗੀ। ਹੁਣ ਸਿੱਧੂ ਮੋਹਰੇ ਕਿਉਂ ਨਹੀਂ ਹੋਇਆ ਵੀ? ਜੇ ਸਿੱਧੂ ਮੋਹਰੇ ਹੁੰਦਾ ਉਹਦੇ ਸਿਰ ਤੇ ਸਾਰਾ ਭਾਂਡਾ ਭੱਜਣਾ, ਕਿਉਂਕਿ ਟਾਈਮ ਬਹੁਤ ਥੋੜਾ ਹੈ, ਕੀ ਕੁਛ ਕਰ ਲੈਣਗੇ। ਇਸ ਕਰਕੇ ਹੁਣ ਜਿਹੜੇ ਬੰਦੇ, ਚਲੋ ਦਲਿਤ ਹੋਵੇ ਕੋਈ ਵੀ ਬੰਦਾ ਚੰਗਾ ਹੋਣਾ ਚਾਹੀਦਾ, ਕੀ ਪਤਾ ਹੁਣ ਜੇ ਅੱਗੇ ਜੇ ਇਨ ਕੇਸ ਇਹਨਾਂ ਦੀ ਗਵਰਨਮੈਂਟ ਆ ਜਾਂਦੀ ਆ, ਇਹਨਾਂ ਨੇ ਚੰਨੀ ਨੂੰ ਬਿਲਕੁਲ ਲਾਂਭੇ ਕਰ ਦੇਣਾ। ਇਹ ਸਿਰਫ ਇਹਨਾਂ ਨੇ ਆਪਣੀ ਵੋਟ ਕੈਸ਼ ਕਰਨ ਲਈ ਚੰਨੀ ਨੂੰ ਥੋੜੇ ਚਿਰ ਲਈ ਮੋਹਰੇ ਲਿਆਂਦਾ ਆ। ਤੇ ਬਾਕੀ ਮੈਂ ਤੇ ਇਹੀ ਕਹਿਣਾ ਸੀ, ਬਾਕੀ ਪ੍ਰੋਗਰਾਮ ਬਹੁਤ ਵਧੀਆ ਹੈ, ਚਲੋ ਸਪੈਸ਼ਲ ਪ੍ਰੋਗਰਾਮ ਵੀ ਤੁਸੀਂ ਕੀਤਾ, ਥੈਂਕ ਯੂ ਵੈਰੀ ਮਚ ਤੁਹਾਡਾ। ਮੈਂ ਰਾਤ ਦਾ ਦੇਖੀ ਜਾਣਾ, ਘੜੀ ਮੁੜੀ ਕਦੀ ਕੋਈ ਖਬਰ ਆ ਗਈ, ਕਦੀ ਕੋਈ ਮੁੱਖ ਮੰਤਰੀ ਬਣ ਗਿਆ, ਕਦੀ ਕੋਈ ਬਣ ਗਿਆ। ਟਾਈਮ ਟਪਾਉਂਦੇ ਆ ਆਪਣੀ TRP। ਹਾਂਜੀ ਹਾਂਜੀ ਹਾਂਜੀ। ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਸੀ, ਉਹ ਇੱਕ ਆਪਣੇ ਸਰਦਾਰ ਜੀ ਐਨਕਾਂ ਵਾਲੇ ਆ, ਉਹ ਕੀ ਉਹਨਾਂ ਦਾ ਨਾਂ ਆ, ਜਿਹੜੇ ਕਹਿੰਦੇ ਮੇਰਾ 2.5 ਕਿਲੋ ਖੂਨ ਵੀ ਡੁੱਲ ਗਿਆ। ਉਹ ਕਾਫੀ ਜਿੱਦਾਂ ਅੱਗੇ ਅੱਗੇ ਜਿੱਧਰ ਨੂੰ ਜਾਂਦੇ, ਕਦੀ ਉਹ ਸਿੱਧੂ ਉਧਰ ਵੀ ਉਹ ਅੱਗੇ ਆ, ਉਹ ਉਹਨਾਂ ਦੇ ਉੱਤੇ ਵੀ ਮਾੜਾ ਜਿਹਾ ਸਿਲੰਡਰ ਨਾਗਰਾ ਨਾਗਰਾ ਤੇ ਹਾਂਜੀ ਹਾਂਜੀ ਓਕੇ ਚਲੋ ਠੀਕ ਹੈ, ਵਾਕਫ ਹੈ ਹਾਂਜੀ ਜੀ। ਥੈਂਕ ਯੂ ਵੈਰੀ ਮਚ ਟਵਾਣਾ ਸਾਹਿਬ, ਓਕੇ ਬਹੁਤ ਵਧੀਆ, ਥੈਂਕ ਯੂ। ਬਿਲਕੁਲ ਹਾਂ, ਕੁਲਜੀਤ ਨਾਗਰਾ ਦੇ ਰੋਲ ਤੇ ਇਹਨਾਂ ਨੇ ਚਿੰਤਾ ਕੀਤੀ ਹੈ ਕਿ ਉਹ ਵੀ ਕੁਲਜੀਤ ਨਾਗਰਾ ਵੀ ਉਰੀ ਵਾਂਗੂ ਘੁੰਮਿਆ। ਵਜ਼ਾਰਤ ਦੇ ਵਿੱਚ ਤਾਂ ਮੇਰੇ ਖਿਆਲ ਸੁਰਿੰਦਰਵੀਰ ਉਮੀਦ ਹੈ ਕਿ ਵਜ਼ਾਰਤ 'ਚ ਗੁਣਾ ਕੁਛ ਨਵਿਆਂ ਦੇ ਪੈ ਜਾਊਗਾ। ਸਾਧੂ ਸਿੰਘ ਧਰਮਸੋਤ ਜਾਂ ਹੋਰ ਕਈਆਂ ਦੀ ਤਾਂ ਪੱਕੀ ਛੁੱਟੀ ਹੈ। ਤੇ ਪਰ ਹੁਣ ਜੇ ਦਲਿਤ ਨੂੰ ਇੱਕ ਨੂੰ ਸੀਐਮ ਬਣਾ ਦਿੱਤਾ, ਪਰ ਦੂਜੇ ਦਲਿਤ ਦੀ ਛੁੱਟੀ ਹੁੰਦੀ ਹੈ, ਤੇ ਫਿਰ ਉਹ ਨਾਰਾਜ਼ ਨਹੀਂ ਹੋਣਗੇ। ਕੀ ਬਣੇਗਾ? ਸਾਧੂ ਸਿੰਘ ਧਰਮਸੋਤ ਹੁੰਦਾ ਜਿਨ੍ਹਾਂ ਨੇ ਦਲਿਤ ਹੋ ਕੇ ਦਲਿਤਾਂ ਦੇ ਵਜ਼ੀਫੇ ਖਾਣ ਦੇ ਦੋਸ਼ ਲੱਗ ਰਹੇ ਨੇ, ਉੱਥੇ ਫਿਰ ਦਲਿਤ ਕੀ ਕਹੋਗੇ ਤੁਸੀਂ ਕਿ ਉਹ ਚੰਗਾ ਸੀਗਾ? ਜੀ ਸੁਰਿੰਦਰਵੀਰ। ਮੈਂ ਮਹਾਜਨਾਂ ਤੇ ਇੱਕ ਗੱਲ ਕਰਦੇ ਆ। ਕੱਲ ਸਵੇਰ ਦੀ ਮੈਂ ਤੈਨੂੰ ਇੱਕ ਘਟਨਾ ਦੱਸ ਦਿਆਂ, ਇੱਥੋਂ ਦੇਖੋ ਕਿ ਮਹਾਜਨ ਕਿਸ ਬੰਨੇ ਜਾ ਸਕਦਾ। ਠੀਕ ਹੈ, ਮੈਂ ਬਾਥਰੂਮ 'ਚ ਨਿਕਲ ਰਿਹਾ ਸੀਗਾ, ਠੀਕ ਹੈ, ਬੀਬੀ ਨੇ ਆ ਕੇ ਬੈਲ ਮਾਰੀ ਇੱਕ, ਕਹਿੰਦੇ ਵੀਰ ਜੀ ਮੈਨੂੰ ਨਾ ਤੁਲਸੀ ਦੇ ਦਿਓ। ਮੈਂ ਕਿਹਾ ਬੀਬਾ ਏਦਾਂ ਦੀ ਤੁਲਸੀ, ਮੈਂ ਤੁਹਾਡੇ ਸਾਹਮਣੇ ਬਾਥਰੂਮ 'ਚ ਨਿਕਲਿਆ, ਮੇਰੇ ਕੋਲ ਸਮਾਂ ਨਹੀਂ, ਤੁਸੀਂ ਸ਼ਾਮ ਨੂੰ ਲੈ ਜਾਓ। ਕਹਿੰਦੇ ਅਸੀਂ ਦੁਪਹਿਰ ਤੋਂ ਬਾਅਦ ਤੁਲਸੀ ਨਹੀਂ ਲੈਂਦੇ, ਮਤਲਬ ਅੰਧ ਵਿਸ਼ਵਾਸ। ਠੀਕ ਹੈ, ਮੈਂ ਕਿਹਾ ਜੀ ਕੱਲ ਐਤਵਾਰ ਸਵੇਰੇ ਲੈ ਜਾਓ। ਕਹਿੰਦੇ ਅਸੀਂ ਐਤਵਾਰ ਵੀ ਨਹੀਂ ਲੈਂਦੇ। ਠੀਕ ਹੈ, ਮੈਂ ਕਿਹਾ ਪਰਸੋਂ ਸਵੇਰੇ ਲੈ ਜਾਓ, ਜਿੰਨੇ ਬੂਟੇ ਕਹੋ ਮੈਂ ਕੱਢ ਕੇ ਦੇ ਦਾਂਗਾ। ਕਹਿੰਦੇ ਪਰਸੋਂ ਨੂੰ ਲੇਟ ਹੋ ਜਾਵਾਂਗੇ। ਹੁਣ ਤੁਸੀਂ ਅੰਧ ਵਿਸ਼ਵਾਸ ਦੇਖੋ ਉਹਨਾਂ ਦਾ, ਉਹ ਕਿਹਦੇ ਮਗਰ ਲੱਗੇ ਨੇ। ਠੀਕ ਹੈ, ਮੈਂ ਕਿਹਾ ਵੀ ਹੁਣ ਇਹਦੇ ਚ ਮੇਰਾ ਦੇ ਮਗਰ ਲੱਗੇ ਨੇ, ਬਾਹਮਣ ਦੇ ਮਗਰ ਲੱਗੇ ਨੇ, ਬੇੜਾ ਗਰਕ ਕਰ ਰਹੇ ਨੇ ਆਪਣਾ। ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਵੀ ਮੈਂ ਕਿਹਾ ਵੀ ਹੁਣ ਇਹ ਚ ਮੇਰਾ ਕਸੂਰ ਕੀ ਆ? ਮੈਂ ਕੱਪੜੇ ਨਹੀਂ ਪਾਏ, ਤੁਹਾਡੀ ਬੈਲ ਵੱਜੀ, ਮੈਂ ਬਾਥਰੂਮ ਚੋਂ ਸਿੱਧਾ ਬਾਹਰ ਤੁਹਾਡੇ ਕੋਲ ਆ ਗਿਆ, ਮੇਰੀ ਮਜਬੂਰੀ ਸਮਝੋ। ਕਹਿੰਦੇ ਜੀ ਮੇਰੀ ਮਜਬੂਰੀ ਤੁਸੀਂ ਸਮਝੋ। ਮੈਂ ਕਿਹਾ ਭਾਈ ਉਹ ਪੰਡਤ ਨੂੰ ਜਾ ਕੇ ਪੁੱਛਿਆ, ਉਹ ਤੇਰੀ ਮਜਬੂਰੀ ਸੈੱਟ ਕਰੂ, ਮੈਂ ਨਹੀਂ ਕਰ ਸਕਦਾ। ਠੀਕ ਹੈ, ਮੈਂ ਕਿਹਾ ਮੈਂ ਪੈਸੇ ਲੈਣੇ ਆ ਤੁਲਸੀ ਦੇ। ਨਹੀਂ, ਮੈਂ ਫਿਰ ਸਿੱਧਾ ਕਿਹਾ, ਮੈਂ ਕਿਹਾ ਬੀਬਾ ਮੈਂ ਤਾਂ ਨਾ ਇਹ ਰੱਖੀ ਆ ਚਾਹ ਦੇ ਪਾਉਣ ਲਈ, ਸਾਡੇ ਲਈ ਇਹ ਟੌਨਿਕ ਆ, ਸਾਡੇ ਲਈ ਦਵਾਈ ਦਾ ਕੰਮ ਦਿੰਦੀ ਆ, ਤੁਸੀਂ ਜਿੱਥੇ ਪੂਜਾ ਕਰਨੀ ਕਰੀ ਜਾ, ਗੱਲ ਖਤਮ ਆ। ਮੈਂ ਤੇ ਦੇਊਂਗਾ ਕੱਢ ਕੇ, ਜਦੋਂ ਮੇਰੇ ਕੋਲ ਟਾਈਮ ਹੋਊਗਾ ਆ ਜੀ ਲੈ ਜੀ, ਮੈਂ ਤੇਰੇ ਤੋਂ ਪੈਸੇ ਨਹੀਂ ਲੈਣੇ, ਜਿੰਨੇ ਕਹੇਗੀ ਉਹਨੇ ਬੂਟੇ ਕੱਢ ਕੇ ਦੇ ਦੂੰਗਾ। ਪਰ ਜੇ ਤੂੰ ਕਵੇਂ ਵੀ ਤੈਨੂੰ ਪੰਡਤ ਨੇ ਦੱਸਿਆ ਐਸੇ ਟਾਈਮ ਲੈਣੀ ਆ, ਉਹ ਮੇਰੇ ਕੋਲ ਟਾਈਮ ਨਹੀਂ ਹੈ, ਸਿੱਧੀ ਗੱਲ ਆ। ਮਤਲਬ ਇਸ ਕਰਕੇ ਇਹ ਵੋਟ ਬੈਂਕ ਜਿਹੜਾ, ਇਹ ਵੋਟ ਬੈਂਕ ਭੁਗਤਦਾ ਕਿਹਦੇ ਰਾਹੀਂ ਆ? ਠੀਕ ਹੈ, ਜਿਨ੍ਹਾਂ ਦਾ ਲਗਨ ਵੀ ਕੱਢਣਾ ਪੰਡਤ ਨੇ, ਠੀਕ ਹੈ, ਜਿਨ੍ਹਾਂ ਦਾ ਮਹੂਰਤ ਵੀ ਪੰਡਤ ਨੇ ਕੱਢ ਕੇ ਦੇਣਾ, ਜਿਹਨੇ ਦੀ ਵਿਆਹ ਦੀ ਡੇਟ ਵੀ ਪੰਡਤ ਨੇ ਕੱਢ ਕੇ ਦੇਣੀ ਆ। ਠੀਕ ਹੈ, ਕਿੰਨੇ ਵੱਜ ਗਿਆ, ਕਿੰਨੇ ਮਿੰਟ ਤੇ ਉਹਨਾਂ ਦੇ ਫੇਰੇ ਹੋਣੇ ਆ, ਕੀ ਕੁਛ ਹੋਣਾ, ਉਹ ਸਾਰਾ ਕੁਝ ਪੰਡਤ ਨੇ ਕੱਢਣਾ ਤੇ ਉਹਨਾਂ ਪੰਡਤ ਮਗਰ ਲੱਗਣਾ ਤੇ ਪੰਡਤ ਦੇ ਕਹਿਣ ਮੁਤਾਬਕ ਉਹਨਾਂ ਦਾ ਵੋਟ ਬੈਂਕ ਜਾਣਾ। ਤੇ ਫਿਰ ਉੱਥੇ ਉਹਨੂੰ ਕਿੱਦਾਂ ਤੁਸੀਂ ਰੋਕੋਗੇ? ਠੀਕ ਹੈ ਨਾ, ਇਹ ਬੜੀ ਵੱਡੀ ਸਮੱਸਿਆ ਵਾ, ਕਿਉਂਕਿ ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਸੀ ਉਹ ਮਹਾਜਨ ਦੀ ਵੋਟ ਖਿੱਚ ਸਕਦਾ ਸੀ, ਕੈਪਟਨ ਅਮਰਿੰਦਰ ਸਿੰਘ ਖਿੱਚ ਸਕਦਾ ਸੀ ਮਹਾਜਨ ਦੀ ਵੋਟ, ਕੋਈ ਦੋ ਰਾਇਆ ਨਹੀਂ। ਔਰ ਤੀਜਾ ਸੁਨੀਲ ਜਾਖੜ ਖਿੱਚ ਸਕਦਾ ਸੀ। ਇਹ ਤਿੰਨ ਬੰਦੇ ਜਿਹੜੇ ਮਹਾਜਨਾਂ ਦੀ ਵੋਟ ਖਿੱਚ ਸਕਦੇ ਸੀ। ਜੇ ਤੁਸੀਂ ਕਹਿ ਦੋ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਮਹਾਜਨਾਂ ਦੀ ਵੋਟ ਖਿੱਚ ਲੈ, ਨਹੀਂ ਖਿੱਚ ਸਕਦਾ। ਤ੍ਰਿਪਤਰਜਿੰਦਰ ਬਾਜਵਾ ਖਿੱਚ ਲੈ, ਨਹੀਂ ਖਿੱਚ ਸਕਦਾ। ਸੁਖ ਸਰਕਾਰੀਆ ਖਿੱਚ ਲੈ, ਨਹੀਂ ਖਿੱਚ ਸਕਦਾ। ਚਰਨਜੀਤ ਚੰਨੀ ਨਹੀਂ ਖਿੱਚ ਸਕਦਾ। ਠੀਕ ਹੈ, ਰਾਜਕੁਮਾਰ ਵੇਰਕਾ ਤੁਸੀਂ ਕਹੋ ਮਹਾਜਨਾਂ ਦੀ ਵੋਟ ਖਿੱਚ ਲੈ, ਨਹੀਂ ਖਿੱਚ ਸਕਦਾ। ਤੁਹਾਡੀ ਇੱਕ ਪਰਸਨੈਲਿਟੀ ਹੋਣੀ ਚਾਹੀਦੀ, ਉਹਦੇ ਨਾਲ ਤੁਹਾਡਾ ਨਾਮ ਲੋਕਾਂ 'ਚ ਚੱਲਦਾ ਹੋਣਾ ਚਾਹੀਦਾ। ਜਿੰਨੀ ਦੇਰ ਤੱਕ ਉਹ ਨਹੀਂ ਚੱਲਦਾ ਉਨੀ ਦੇਰ ਤੱਕ ਲੋਕ ਤੁਹਾਡੇ ਮਗਰ ਧਿਰ ਬਣ ਕੇ ਨਹੀਂ ਖੜਨਗੇ। ਜਦੋਂ ਤੁਹਾਡੇ ਮਗਰ ਧਿਰ ਬਣ ਕੇ ਨਹੀਂ ਖੜਦੇ ਤੇ ਤੁਸੀਂ ਚੋਣ ਕਿੱਦਾਂ ਜਿੱਤ ਜਾਓਗੇ?
ਚੋਣ ਜਿੱਤਣ ਲਈ ਧਿਰ ਜ਼ਰੂਰੀ ਆ, ਧਿਰ ਬਗੈਰ ਤੁਹਾਨੂੰ ਵੋਟ ਨਹੀਂ ਪੈਂਦੀ ਹੈ। ਵਜ਼ੀਰਾਂ ਚੋਂ ਕਿਹਦੇ ਗੁਣਾ ਪੈ ਸਕਦਾ? ਸੁਰਿੰਦਰਵੀਰ, ਸਮਾਪਤੀ ਵੱਲ ਨੂੰ ਚੱਲੀਏ, ਵੀਕਐਂਡ ਹੈ ਤੇ ਕੁਝ ਮਸ਼ਰੂਫੀਅਤ ਹੁੰਦੀ ਹੈ। ਨਹੀਂ, ਮੈਂ ਉਹਦੇ ਨਾਲ ਸਹਿਮਤ ਹਾਂ। ਅਜੇ ਦੇਖੋ ਪਤਾ ਗੱਲ ਕੀ ਆ, ਅਜੇ ਕਹਿ ਨਹੀਂ ਸਕਦੇ। ਅਜੇ ਤਾਂ ਦੋਨੋਂ ਡਿਪਟੀ ਸੀਐਮ ਜਿਹੜੇ ਆ ਅਨਆਫੀਸ਼ੀਅਲੀ ਆਪਣੇ ਕੋਲ ਅਪਡੇਟ ਆ ਕਿ ਇਹ 2 ਡਿਪਟੀ ਸੀਐਮ ਹੋਣਗੇ। ਔਰ ਉਹਨਾਂ ਚ ਸੁਖਜਿੰਦਰ ਸਿੰਘ ਸੁੱਖੀ ਰੰਧਾਵੇ ਦੇ ਉਹਨਾਂ ਨੇ 4 ਡਿਪਾਰਟਮੈਂਟ ਵੀ ਕਲੀਅਰ ਕਰ ਦਿੱਤੇ ਆ, ਜਿਹੜੇ ਉਹਨਾਂ ਚ ਇੱਕ ਹੋਮ ਆ, 3 ਡਿਪਾਰਟਮੈਂਟ ਦਾ ਅਜੇ ਤੱਕ ਮੇਰੇ ਕੋਲ ਵੇਰਵਾ ਨਹੀਂ ਆਇਆ। ਪਰ ਇਹ ਹੋ ਗਿਆ ਕਿ ਉਹਦੇ ਇਕੱਲੇ ਕੋਲੇ 4 ਡਿਪਾਰਟਮੈਂਟ ਆਉਣਗੇ, ਕਿਉਂਕਿ ਉਹ ਤਕੜਾ ਦਾਅਵੇਦਾਰ ਸੀ, ਉਸੇ ਹਿਸਾਬ ਨਾਲ ਸੈੱਟ ਹੋਇਆ। ਔਰ ਇਹ ਵੀ ਅਪਡੇਟ ਹੋ ਰਹੀ ਹੈ ਕਿ ਨਵਜੋਤ ਸਿੱਧੂ ਵੀ ਮਿਨਿਸਟਰ ਹੋਵੇਗਾ, ਇਹ ਵੀ ਅਪਡੇਟ ਆ ਰਹੀ ਆ। ਠੀਕ ਹੈ, ਜੇ ਨਵਜੋਤ ਸਿੱਧੂ ਆਉਂਦਾ ਤੇ ਕਿਹੜਾ ਡਿਪਾਰਟਮੈਂਟ ਆਉਂਦਾ, ਇਸ ਕਰਕੇ ਲੱਗਦਾ ਕਿ ਕੁਲਜੀਤ ਨਾਗਰਾ ਔਰ ਉਹਨਾਂ 'ਚ ਰਾਜਾ ਵੜਿੰਗ ਇਹ 2 ਨਵੇਂ ਚਿਹਰਿਆਂ 'ਚ ਆਉਣਗੇ ਹੀ ਆਉਣਗੇ, ਇਹ ਕਲੀਅਰ ਹੋ ਰਿਹਾ। ਔਰ ਦੋਨੋਂ ਨਾਮ ਸ਼ਾਇਦ ਉਹ ਸ਼ਾਮਲ ਵੀ ਕਰਨ, ਕਿਉਂਕਿ ਉਹ ਦੋਨੋਂ ਬੰਨੇ ਮੰਤਰੀ ਵੀ ਹੋਣਗੇ ਤੇ ਨਾਲ ਦੀ ਨਾਲ ਉਹ ਵਰਕਿੰਗ ਪ੍ਰਧਾਨ ਵੀ ਆ। ਇਸ ਕਰਕੇ ਕਿਤੇ ਨਾ ਕਿਤੇ ਉਹਦਾ ਇਹ ਆ ਕਿ ਉਹਦਾ ਬੈਨੀਫਿਟ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਲੇਕਿਨ ਮੰਤਰੀਆਂ ਦੀ ਲਿਸਟ ਜਿਹੜੀ ਆ, ਉਹ ਜਿਹੜੀ ਛੁੱਟੀ ਹੋਣੀ ਆ ਉਹ ਬੜੀ ਕਲੀਅਰ ਆ। ਰਾਣਾ ਸੋਢੀ ਛੁੱਟੀ ਹੋਏਗੀ, ਜਿੱਥੋਂ ਤੱਕ ਸਾਧੂ ਸਿੰਘ ਧਰਮਸੋਧ ਛੁੱਟੀ ਹੋਏਗੀ। ਠੀਕ ਹੈ, ਉਹਦੇ ਬਾਅਦ ਅਰਨਾ ਚੌਧਰੀ ਛੁੱਟੀ ਹੋਏਗੀ। ਅਰਨਾ ਚੌਧਰੀ ਦੀ ਜਗ੍ਹਾ ਕਿਹਦਾ ਨਾਮ ਲੱਗਦਾ ਕਿਹਦਾ ਨਹੀਂ, ਉਹ ਬਾਅਦ ਦੀ ਗੱਲ ਆ। ਠੀਕ ਹੈ, ਇਹ ਤਕਰੀਬਨ 7-8 ਮੰਤਰੀ ਅਜਿਹੇ ਹੋਣਗੇ। ਮਨੀਸ਼ਾ ਗੁਲਾਟੀ ਦੀ ਛੁੱਟੀ ਹੋਏਗੀ। ਹਾਂ, ਨਹੀਂ ਉਹ ਮਨੀਸ਼ਾ ਗੁਲਾਟੀ ਚੱਲ ਜਾਏਗੀ। ਦੇਖੋ ਐਡਵੋਕੇਟ ਜਨਰਲ ਗਿਆ, ਠੀਕ ਹੈ, ਉੱਥੇ ਜਿਹੜੀ ਬਾਕੀ ਫੌਜ ਬੈਠੀ ਇੱਕ ਇੱਕ ਕਰਕੇ ਭੱਜ ਜਾਣੀ, ਜਦੋਂ ਏਜੀ ਚੱਲ ਜਾਵੇ ਬਾਕੀ ਆਪੇ ਚਲੇ ਜਾਂਦੇ ਨੇ। ਠੀਕ ਹੈ, ਹੁਣ ਉਹਦੇ ਬਾਅਦ ਤੁਹਾਡਾ ਹੁਣ ਰਹਿ ਕੇਵਲ ਗਿਆ ਮੁੱਖ ਸਕੱਤਰ ਤੇ ਡੀਜੀਪੀ, ਬਾਕੀ ਤਾਂ ਭੱਜ ਗਿਆ। ਜਿਹੜਾ ਸੁਰੇਸ਼ ਕੁਮਾਰ ਸੀਗਾ, ਜਿਹੜਾ ਸਾਰਿਆਂ ਦੇ ਉੱਤੇ ਦੂਸਰਾ ਚੌਂਕੜੀ ਮਾਰ ਕੇ ਬੈਠਾ, ਉਹ ਚੱਲ ਗਿਆ। ਦੂਜੀ ਗੱਲ, ਵੱਡਾ ਸਕੂਨ ਮਿਲੇਗਾ ਸਕੂਲ ਐਜੂਕੇਸ਼ਨ ਨੂੰ, ਕਿਉਂਕਿ ਸਕੂਲ ਐਜੂਕੇਸ਼ਨ ਦੇ ਵਿੱਚ ਮਾਸਟਰ ਕੱਲ ਰਾਤ ਦੇ ਨਾਲ ਲੰਬੀਆਂ ਤਾਣ ਕੇ ਸੁੱਤੇ ਹੋਣਗੇ ਵੀ ਸੁਰੇਸ਼ ਕੁਮਾਰ ਆਪਣਾ ਕ੍ਰਿਸ਼ਨ ਕੁਮਾਰ ਸਾਡੇ ਕੋਲੋਂ ਲੱਥ ਰਿਹਾ। ਬਸ ਠੀਕ ਹੈ, ਕੁਝ ਖਬਰਾਂ ਤੇ ਚਰਚਾ ਜਿਹੜੀਆਂ ਨੇ ਕਰਦੇ ਆ। ਇੱਕ ਕਾਲ ਵੀ ਲੈ ਲਈਏ ਬਲਵਿੰਦਰ ਸਿੰਘ ਉਮੈਦਪੁਰੀ ਹੋਰਾਂ ਦੀ। ਮੁਸਤਫਾ ਨੇ ਸਵਾਗਤ ਹੈ ਜੀ ਤੁਹਾਡਾ, ਵੈਲਕਮ ਬਲਵਿੰਦਰ ਸਿੰਘ ਉਮੈਦਪੁਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਸਵਾਗਤ। ਹਾਂਜੀ ਹਾਂਜੀ, ਆਹ ਸਰ ਜੀ, ਇਹ ਤਾਂ ਤੁਹਾਡੀਆਂ ਗੱਲਾਂ ਬਿਲਕੁਲ ਸੱਚੀਆਂ ਨੇ। ਤਾਂ ਮੂਹਰੇ ਝੰਗਾਂ ਬੰਨਣੀਆਂ ਨੇ, ਇਹਨਾਂ ਦੇ ਮਗਰ ਤੌੜੀਆਂ ਸੁੱਚਮ ਹੁੰਦੇ ਜਾਣ, ਇਹ ਉਹ ਮਨੂ ਸਿਮਰਤੀ ਵਾਲਾ ਕੰਮ ਹੋਣਾ ਸਰ। ਬਿਲਕੁਲ ਬਿਲਕੁਲ, ਥੈਂਕ ਯੂ। ਹਾਂਜੀ ਹਾਂਜੀ। ਹੁਣ ਸੁਰਿੰਦਰ ਵੀਰ, ਥੈਂਕ ਯੂ ਬਲਵਿੰਦਰ। ਹੁਣ ਜਿਸ ਪੰਡਤ ਦੇ ਕਹੇ ਤੋਂ ਚੰਨੀ ਸਾਹਿਬ ਨੂੰ ਵੱਡਾ ਅਹੁਦਾ ਮਿਲ ਗਿਆ, ਉਹ ਪੰਡਤ ਦੀਆਂ ਤਾਂ ਪੌਂ 12। ਹੁਣ ਹਰ ਐਰਾ ਗੈਰਾ ਤੁਰਿਆ ਫਿਰੇਗਾ ਉਸ ਪੰਡਤ ਦੇ ਘਰ, ਉਹਨੇ ਕਹਿਣਾ ਦੇਖਿਆ ਹਾਥੀ ਤੇ ਚੜਨ ਦਾ ਟੋਟਕਾ ਸੀ। ਅੰਧ ਵਿਸ਼ਵਾਸ ਪਾਉਣਾ ਵਧਾ ਕੌਣ ਰਿਹਾ? ਪੰਡਤ। ਇਹ ਤਾਂ ਬੇਵਕੂਫੀ ਕਰੀ ਹੈ ਉਹਨਾਂ ਨੇ, ਕੋਈ ਦੋਰਾਵਾ ਨਹੀਂ ਹੈ। ਕਾਂਗਰਸ ਪਾਰਟੀ ਦਾ ਗਲਤ ਫੈਸਲਾ ਇਹ ਨਹੀਂ ਨਿਭਾ ਸਕਣਗੇ ਜਿਸ ਬੰਦੇ ਨੂੰ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਨਹੀਂ ਹੈ, ਜਿਹੜਾ ਇੰਨਾ ਕਮਜ਼ੋਰ ਹੈ। ਵੈਸੇ ਤਾਂ ਮਾਨਸਿਕ ਤੌਰ ਤੇ ਸਾਰੇ ਕਮਜ਼ੋਰ ਨੇ ਇਹ ਲੋਕ, ਕੈਪਟਨ ਅਮਰਿੰਦਰ ਕੇ, ਬਾਦਲ ਕੇ, ਸਭ ਕੋਈ ਨਗ ਪਾਈ ਫਿਰਦਾ, ਕੋਈ ਕੁਛ ਹੈ। ਪਰ ਇਹ ਜਿਹੜੇ ਨੇ ਇਹਦੇ ਨਾਲ ਅੰਧ ਵਿਸ਼ਵਾਸ ਨੂੰ ਫੈਲਾਉਂਦੇ ਲੋਕ ਨੇ। ਪਰ ਦੂਸਰਾ ਜਿਹੜਾ ਸਖਤ ਡਿਸੀਜਨ ਲੈਣ ਦਾ ਫੈਸਲਾ ਵੀ ਸੀਐਮ ਦੇ ਵਿੱਚ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਹੁਣ 2-3 ਸਵਾਲ ਨੇ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ, ਜੋ ਮੈਨੂੰ ਲੱਗਦਾ, ਮੈਂ ਉਦੋਂ ਵੀ ਸਵਾਲ ਪੁੱਛਿਆ ਸੀ, ਤੁਸੀਂ ਉਹਦੇ ਬਾਰੇ ਆਪਣੀ ਰਾਏ ਮੇਰੇ ਖਿਆਲ ਜ਼ਰੂਰ ਰੱਖੋਗੇ, ਬਦਲ ਗਈ ਹੋਊਗੀ ਰਾਏ ਤੁਹਾਡੀ ਵੀ। ਜਿਹੜੇ ਸਮੀਕਰਨ ਬਣ ਰਹੇ ਨੇ, ਜਿਵੇਂ ਹੁਣ ਸਿੱਧਾ ਹੀ ਆਜ ਤੱਕ ਵਾਲਿਆਂ ਨੇ ਜਾਂ ਹੋਰਾਂ ਨੇ ਤਾਂ ਕਹਿ ਦਿੱਤਾ ਕਿ ਮੈਂ ਤਾਂ ਵੈਸੇ ਚੈਨਲ ਨੂੰ ਬਹੁਤ ਘੱਟ ਵੇਖਦਾ, ਖਾਸ ਮੌਕੇ ਤੇ ਇਹਨਾਂ ਦਾ ਓਪੀਨੀਅਨ ਵੇਖਦਾ ਉਹਨਾਂ ਨੂੰ, ਗੋਸਵਾਮੀ ਜਾਂ ਜਿਹੜਾ ਮੋਦੀ ਲਾਣੇ ਦਾ, ਉਹ ਸਾਰੇ ਬਾਗੋ ਬਾਗ ਨੇ, ਸਿੱਧੂ ਨੂੰ ਟਾਰਗੇਟ ਕਰ ਰਹੇ ਨੇ ਕਿ ਐਂਟੀ ਨੇਸ਼ਨ ਹੈ। ਕੀ ਫਿਰ ਕਾਂਗਰਸ ਪਾਰਟੀ ਪ੍ਰਮੁੱਖ ਕੀ ਇਹ ਹੁਣ ਤੱਕ ਐਂਟੀ ਨੇਸ਼ਨ ਰਹੇ ਨੇ? ਤੇ ਇਸ ਦੌਰਾਨ ਮੁਹੰਮਦ ਮੁਸਤਫਾ ਨੇ ਆਖਿਆ ਕਿ ਮੈਂ ਪੱਤਰੇ ਉਡਾ ਦਿਆਂਗਾ, 500 ਪੰਨਿਆਂ ਦੀ ਕਿਤਾਬ ਹੈ, ਜਿਵੇਂ ਤੁਸੀਂ ਲਿਖਦੇ ਹੋ ਇਦਾਂ ਹੀ, ਕਿ ਕਪਤਾਨ ਸਾਹਿਬ ਹੱਦ ਨਾ ਟੱਪਣ, ਉਹ ਜਿਹੜਾ ਨੈਸ਼ਨਲਿਜ਼ਮ ਦਾ ਪਾਠ ਨਾ ਪੜਾਉਣ ਸਿੱਧੂ ਨੂੰ। ਜੱਫੀ ਪਾਈ ਹੈ ਨਹੀਂ ਪਾਈ ਉਹਦੇ ਮਾਨੇ ਹੋਰ ਨੇ। ਜੱਫੀ ਤਾਂ ਬਿਰਿਆਨੀ ਤਾਂ ਮੋਦੀ ਸਾਹਿਬ ਬਥੇਰੀ ਖਵਾਉਂਦੇ ਰਹੇ ਨੇ ਤੇ ਖਾਂਦੇ ਰਹੇ ਨੇ ਪਾਕਿਸਤਾਨ ਵਾਲਿਆਂ ਦੀ। ਵਾਜਪਾਈ ਸਾਹਿਬ ਵੀ ਬੱਸ ਲੈ ਕੇ ਗਏ ਸੀਗੇ। ਸੋ ਇਸ ਕਰਕੇ ਜੇ ਸਿੱਧੂ ਗਏ ਨੇ, ਉਹ ਉਹਨਾਂ ਦੇ ਨਿੱਜੀ ਦੋਸਤ ਨੇ, ਉਹ ਕੋਈ ਪਾਕਿਸਤਾਨ ਨੂੰ ਕੋਈ ਭੇਦ ਨਹੀਂ ਦੇ ਆਏ। ਮੁਸਤਫਾ ਦੀ ਟਿੱਪਣੀ ਤੇ ਦੂਸਰਾ ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ ਦੇ ਨਾਲ ਹੇਠ ਉੱਤਾ ਹੋ ਰਿਹਾ
ਜਾਂ ਤਾਂ ਕੋਈ ਨਵੀਂ ਪਾਰਟੀ ਜਿਹੜੀ ਬਣਾਈ ਜਾਵੇਗੀ ਜਾਂ ਫਿਰ ਬੀਜੇਪੀ ਦੇ ਨਾਲ ਅਲਾਇੰਸ ਹੋ ਸਕਦਾ ਹੈ, ਕਿਉਂਕਿ ਬੀਜੇਪੀ ਨੂੰ ਮੋਦੀ ਸਰਕਾਰ ਨੂੰ ਜਿਵੇਂ ਕਾਰਵਾਂ ਕਿਸਾਨਾਂ ਦਾ ਵੱਧ ਰਿਹਾ, ਹਰ ਹਾਲਤ ਕੁਛ ਨਾ ਕੁਛ ਲੈ ਦੇ ਕੇ ਸਮਝੌਤਾ ਕਰਨਾ ਪੈਣਾ। ਅੱਜ ਵੀ ਵੱਡੀ ਮਹਾਪੰਚਾਇਤ ਹੋਈ ਹੈ ਕਿਸਾਨਾਂ ਦੀ। ਇਸ ਦੌਰਾਨ ਔਜਲੇ ਦੀ ਕਾਲ ਲੈ ਲਾ, ਮੈਂ ਸਿਕੰਦਰ ਹੋਰਾਂ ਦੀ ਫਿਰ ਕੰਟੀਨਿਊ ਕਰਦੇ ਹਾਂ। ਔਜਲਾ ਸਾਹਿਬ ਵੈਲਕਮ, ਤੁਸੀਂ ਆਨ ਏਅਰ ਹੋ। ਸਤਿ ਸ਼੍ਰੀ ਅਕਾਲ ਟੋਨ ਬਈ ਤੇ ਸਿੰਦਰ ਵੀ ਜੀ, ਸਰਕਾਰ ਸਰੋਤਿਆਂ ਨੂੰ। ਦੇਖੋ ਪਹਿਲਾਂ ਤਾਂ ਮੇਰੇ ਵੀ ਵਿਚਾਰ ਇਹੀ ਸੀ ਮਨ ਚ ਵੀ ਬਣਨੀ ਉਹੀ ਚਾਹੀਦੀ, ਸੁਨੀਲ ਜਾਖੜ ਬਣਨਾ ਚਾਹੀਦੀ, ਬਾਕੀ ਥੱਲੇ ਇਹਨਾਂ ਨੂੰ ਲਾਉਣ ਦੇ ਬਹੁਤ ਜ਼ਿਆਦਾ ਫਰਕ ਪੈਣਾ। ਘੱਟੋ ਘੱਟ ਕੋਈ ਵੀ ਸਿਆਸਤਦਾਨ ਆ ਉਹਦਾ ਆਧਾਰ ਤਾਂ ਪੰਜਾਬ ਤੱਕ ਹੋਣਾ ਚਾਹੀਦਾ ਨਾ ਮਾੜਾ ਮੋਟਾ। ਅਕਸ ਨੂੰ ਤੁਸੀਂ CM ਬਣਾਉਣਾ, ਇਹਨੂੰ ਮੰਤਰੀ ਹੁੰਦੇ ਵੀ ਮੈਨੂੰ ਇਹ ਦੱਸੋ ਲੁਧਿਆਣਾ ਸਾਈਡ ਤੋਂ ਲੈ ਕੇ ਗਾਹਾਂ ਤੱਕ ਕੌਣ ਜਾਣਦਾ ਹੋਊਗਾ ਜੀ। ਕਈ ਪਿੰਡਾਂ ਦੇ ਸਰਪੰਚਾਂ ਦੀਆਂ ਵੱਧ ਚੱਲ ਜਾਂਦੀਆਂ ਹੁੰਦੀਆਂ MLA ਨਾਲੋਂ। ਅਗਲੇ ਯੁਰਤ ਹੋਣੀ ਚਾਹੀਦੀ ਹੈ, ਇੰਨੇ ਜੋਗਾ ਹੈ ਨਹੀਂ ਇਹ ਜੀ। ਤੇ ਨੰਬਰ 2 ਟਵਾਣਾ ਸਾਹਿਬ, ਜਿਹੜੀ ਬਿਊਰੋਕ੍ਰੇਸੀ ਹੈ ਤੇ ਬਸ ਦੀ ਉਹ ਗੱਲ ਹੈ ਨਹੀਂ ਹੈਗੀ ਇਹਦੇ ਬਿਊਰੋਕ੍ਰੇਸੀ ਬਸ ਦੀ ਗੱਲ। ਹਾਂਜੀ, ਤੇ ਇਹ ਕੱਲਾ ਚਿਹਰਾ ਬੁਲਾਉਣ ਨਾਲ ਅੱਗੇ ਦੂਲੋ ਬਣਾਇਆ ਹੀ ਸੀ 2007 ਚ, ਦੂਲੋ ਬਣਾਇਆ ਸੀ, ਫੇਰ ਕੀ ਹੋ ਗਿਆ ਸੀਗਾ ਜੀ? ਬੁਰੀ ਤਰ੍ਹਾਂ ਸੋਫੜਾ ਸਾਫ ਫੇਲ ਪ੍ਰਧਾਨ ਸੀਗਾ। ਮੈਂ ਕਮੈਂਟ ਲਾਇਆ ਹੀ ਥੱਲੇ ਵੀ ਪੰਜਾਬ ਨੂੰ ਤਾਂ ਪੈਚ ਲੱਗਣ ਨਾ ਲੱਗੇ, ਕਾਂਗਰਸ ਵੀ ਪੈਚਾ ਜੋਗੀ ਨਹੀਂ ਰਹਿਣੀ। ਅੱਗੇ ਆਪਾਂ ਸਾਈਕਲ ਚਲਾਉਂਦੇ ਉਹ ਟਿਊਬ ਵਾਲਾ ਕਹਿੰਦੇ ਭਾਈ ਨਾ ਇਹ ਚ ਹੋਰ ਪੈਂਚਰ ਲੱਗਣਾ, ਨਾ ਇਹ ਟਿਊਬ ਕਿਸੇ ਕੰਮ ਦੀ ਰਹੀ ਹੈ, ਇਹਨੂੰ ਬਦਲ ਦੋ। ਆਪਣੇ ਵੇਲੇ ਆਪਾਂ ਇਹੀ ਸੁਣਦੇ ਹੁੰਦੇ ਨਾ ਪੈਂਚਰਾਂ ਤੋਂ ਵੀ ਭਾਈ ਪੈਂਚਰ ਜੋਗੀ ਵੀ ਜਗ੍ਹਾ ਨਹੀਂ ਰਹੀ ਤੇ ਟਿਊਬ ਵੀ ਕਿਸੇ ਕੰਮ ਦੀ ਰਹੀ, ਇਹਨੂੰ ਬਦਲ ਦੋ। ਬਿਲਕੁਲ ਕੰਮ ਕਰਕੇ ਜਾਊ ਚੱਲੀ। ਥੈਂਕ ਯੂ ਔਜਲਾ ਸਾਹਿਬ, ਮਿਹਰਬਾਨੀ। ਸੁਰਿੰਦਰ ਸਿੰਘ ਔਜਲਾ ਜੁੜੇ ਸਨ। ਸੁਰਿੰਦਰ ਵੀਰ, ਅੱਜ ਵੀ ਜਿਵੇਂ ਮੋਹਾਲੀ ਦੇ ਵਿੱਚ ਵੱਡੀ ਕਿਸਾਨ ਪੰਚਾਇਤ ਹੋਈ ਹੈ, ਜਿਹਦੇ ਵਿੱਚ ਪੰਜਾਬ ਹਰਿਆਣਾ ਨੇੜਲੇ ਇਲਾਕੇ ਚੋਂ ਵੱਡੀ ਗਿਣਤੀ ਚ ਲੋਕ ਬੀਬੀਆਂ ਆਈਆਂ ਨੇ ਤੇ ਇਸ ਸੰਬੰਧੀ ਕਾਫੀ ਇਕੱਠ ਸੀਗਾ। ਇਸ ਦੌਰਾਨ ਬਲਵੀਰ ਸਿੰਘ ਰਾਜੇਵਾਲ, ਗੌਰਵ ਟਕੈਤ ਤੇ ਮਨਜੀਤ ਪ੍ਰੋਫੈਸਰ ਹੋਰੀ ਵੀ ਪਹੁੰਚੇ, ਪਿਆਰੇ ਲਾਲ ਗਰਗ ਹੋਰੀ ਵੀ ਪਹੁੰਚੇ। ਇਸ ਸੰਬੰਧੀ ਰੁਲਦੂ ਸਿੰਘ ਮਾਨਸਾ ਜਾਂ ਹੋਰ ਲੋਕ ਵੀ ਸੀਗੇ, ਲੱਖੋਵਾਲ ਵੀ ਸੀਗਾ। ਤੇ ਇਸ ਮਹਾਪੰਚਾਇਤ ਦੇ ਦੌਰਾਨ ਵੀ ਸਾਰੀਆਂ ਧਿਰਾਂ ਦੇ ਲੋਕ ਆਏ ਸੀ ਤੇ ਉਹਨਾਂ ਨੇ 27 ਤਰੀਕ ਦੇ ਭਾਰਤ ਬੰਦ ਦੀ ਇਕਜੁੱਟਤਾ ਦੀ ਗੱਲ ਕੀਤੀ, ਲਾਮਬੰਦੀ ਦੀ ਗੱਲ ਕੀਤੀ। ਜਿਵੇਂ ਦੇ ਸਮੀਕਰਨ ਬਣ ਰਹੇ ਨੇ ਕਿ ਬੀਜੇਪੀ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਕਾਨੂੰਨ ਰੱਦ ਕਰਨੇ ਪੈਣੇ ਆ, ਸਮਝੌਤਾ ਕਰਨਾ ਪੈਣਾ। ਇਹ ਅੰਦੋਲਨ ਹਰ ਤਰੀਕੇ ਨਾਲ ਕਾਮਯਾਬ ਹੁੰਦਾ ਜਾ ਰਿਹਾ ਹੈ। ਉਹਦੇ ਵਿੱਚ ਜੇ ਬੀਜੇਪੀ, ਕਿਉਂਕਿ ਇਹ ਕੱਟੜ ਪਾਰਟੀ, ਅੱਤਵਾਦੀ ਪਾਰਟੀ ਕਹੀ ਜਾਂਦੀ ਹੈ ਨਾ ਮੁਤਾਬਕ ਦਾ PDP, ਉਹਨਾਂ ਨਾਲ ਵੀ 2.5 ਸਾਲ ਮੁਫਤੀ ਨਾਲ ਮੁਹੱਬਤ ਪਾਈ ਬੈਠੇ ਨੇ JK ਦੇ ਵਿੱਚ। ਹੌਲੀ ਹੌਲੀ ਮੁਫਤੀ ਮੁਹੰਮਦ ਦਾ ਬੇੜਾ ਡੋਬ ਕੇ, ਉਹਦੀ ਬੇਟੀ ਦਾ ਬੇੜਾ ਡੋਬ ਕੇ PDP ਦਾ ਰਾਸ਼ਟਰਪਤੀ ਰਾਜ ਲਾ ਦਿੱਤਾ। ਇਸ ਦੌਰਾਨ ਪੰਜਾਬ ਦੇ ਵਿੱਚ ਜਿਵੇਂ ਕੈਪਟਨ ਦਾ ਆਪਣਾ ਆਧਾਰ ਵੀ ਹੈ, 65 ਵੀ ਉਹਦੀ ਏਜੰਸੀਆਂ 'ਚ ਚੰਗੀ ਹੈ, CM ਦੇ ਤੌਰ ਤੇ ਕੰਮ ਕੀਤਾ। ਬੀਜੇਪੀ ਇਹ ਪੱਤਾ ਜ਼ਰੂਰ ਖੇਡੇਗੀ, ਜਿਵੇਂ ਉਹਨਾਂ ਦਾ ਆਉਣ ਲੱਗ ਪਿਆ ਕਿ ਖੇਲਾ ਹੋਵੋ, ਕਿ ਖੇਲਾ ਹੁਣ ਸ਼ੁਰੂ ਹੋਏਗਾ। ਜਿੰਨੇ ਬੀਜੇਪੀ ਦੇ ਚੈਨਲ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਬਹੁਤ ਪ੍ਰਮੋਟ ਕੀਤਾ, ਨੈਸ਼ਨਲ ਆਗੂ ਦੇ ਤੌਰ ਤੇ ਉਭਾਰਿਆ। ਹਾਲਾਂਕਿ ਸੋਨੀਆ ਨੇ ਮੰਨਿਆ ਵੀ ਹੈ, ਜਦੋਂ ਕਪਤਾਨ ਨੇ ਆਖਿਆ ਕਿ ਮੈਂ ਰਿਜ਼ਾਈਨ ਕਰ ਰਿਹਾ, ਉਹ ਕਹਿੰਦੇ ਸੌਰੀ ਅਮਰਿੰਦਰ। ਤੇ ਇਸ ਦੌਰਾਨ ਪਰ ਫਿਰ ਵੀ ਬੀਜੇਪੀ ਦੇ ਨਾਲ ਅਲਾਇੰਸ ਕਰਦਾ ਨਜ਼ਰ ਆਉਂਦਾ ਕੈਪਟਨ ਅਮਰਿੰਦਰ ਸਿੰਘ। ਜੇ ਤੁਹਾਨੂੰ ਲੱਗੇਗਾ ਕਿ ਕਾਂਗਰਸ 22 ਚ ਮੈਨੂੰ ਤਵੱਜੋ ਦਿੰਦੀ ਹੈ, ਫਿਰ ਤੇ ਕਾਂਗਰਸ ਚ ਰਹੇਗਾ, ਅਦਰਵਾਈਜ਼ ਇਹ ਬੀਜੇਪੀ ਨਾਲ ਸਾਂਢਗਾਂਠ ਕਰ ਸਕਦਾ, ਅੱਜ ਦੀ ਡੇਟ ਚ ਵੀ ਕਰ ਸਕਦਾ। ਪਰ ਅੱਜ ਇਹ ਬੀਜੇਪੀ ਚ ਜਾਂਦਾ ਤਾਂ ਬੁਰੀ ਤਰ੍ਹਾਂ ਵਿਰੋਧ ਹੋਏਗਾ ਕਿਸਾਨ ਅੰਦੋਲਨ ਕਰਕੇ। ਜੇ ਕਿਸਾਨ ਅੰਦੋਲਨ, ਖੇਤੀ ਕਾਨੂੰਨ ਖਤਮ ਹੋ ਜਾਂਦੇ ਨੇ ਤਾਂ ਫਿਰ ਬੀਜੇਪੀ ਚ ਕਪਤਾਨ ਸਾਹਿਬ ਦੇ ਜਾਣ ਦਾ ਕੋਈ ਬਹੁਤਾ ਵਿਰੋਧ ਨਹੀਂ ਹੋਏਗਾ। ਬੀਜੇਪੀ ਵੱਡੀ ਪਾਰਟੀ ਹੈ ਤੇ ਉਸ ਨੂੰ ਇਸ ਤਰ੍ਹਾਂ ਦੇ ਬੰਦਿਆਂ ਦੀ ਜ਼ਰੂਰਤ ਹੈ ਤੇ ਇਹ ਗੇਮ ਵੀ ਚੱਲੇਗੀ, ਕਿਉਂਕਿ ਹੁਣ ਮਾਫ ਕਰਨਾ, ਪੰਜਾਬ 'ਚ ਜਿਹੜੇ ਹਾਲਾਤ ਰਹਿਣਗੇ, ਇੱਕ ਤਾਂ ਬਾਰਡਰ ਸਟੇਟ ਹੈ, ਹੈਰੋਇਨ ਤਾਂ ਅੱਜ ਵੀ 30-35 ਕਿਲੋ ਗੁਜਰਾਤ 'ਚ ਫੜੀ ਗਈ ਹੈ ਇਰਾਨ ਤੋਂ ਆਉਂਦੀ, ਪਰ ਪੰਜਾਬ ਵਾਲੀ ਨੂੰ ਵੱਡਾ ਇਸ਼ੂ ਬਣਾਇਆ ਜਾਂਦਾ। ਗੁਜਰਾਤ 'ਚ ਜਿਹੜੀ ਅੱਜ ਹੈਰੋਇਨ ਫੜੀ ਗਈ ਹੈ 35 ਕਿਲੋ, ਉਹਦਾ ਕੋਈ ਬਹੁਤਾ ਵੱਡਾ ਇਸ਼ੂ ਨਹੀਂ ਹੈ ਨੈਸ਼ਨਲ ਮੀਡੀਆ 'ਚ, ਪਰ ਪੰਜਾਬ 'ਚ 2 ਕਿਲੋ ਫੜੀ ਜਾਵੇ, ਇੱਕ ਡਰੋਨ ਆ ਜਾਵੇ ਤੇ ਨੈਸ਼ਨਲ ਮੀਡੀਆ ਪਰਖੱਚੇ ਉਡਾ ਦਿੰਦਾ ਕਿ ਦੇਖੋ ਪਾਕਿਸਤਾਨ ਨੇ ਇਹ ਕੀਤਾ, ਦੇਖੋ ਪਾਕਿਸਤਾਨ ਨੇ ਆਹ ਕੀਤਾ। ਗੁਜਰਾਤ 'ਚ 35 ਕਿਲੋ ਫੜੀ ਗਈ ਤੇ ਉਹਦੇ ਤੇ ਕੋਈ ਬਹੁਤਾ ਜ਼ਿਕਰ ਨਹੀਂ ਹੈ ਨੈਸ਼ਨਲ ਮੀਡੀਆ 'ਚ ਵੀ ਤੇ ਪੰਜਾਬ ਦੇ ਮੀਡੀਆ 'ਚ ਵੀ। ਸੋ ਇਸ ਦੌਰਾਨ ਬੀਜੇਪੀ ਜਿਹੜਾ ਪੱਤਾ ਖੇਡੇਗੀ, ਕਿਉਂਕਿ ਕੈਪਟਨ ਨੇ ਕਹਿ ਦਿੱਤਾ ਪਹਿਲਾਂ ਤਾਂ ਮੇਰੀ ਆਖਰੀ ਚੋਣ ਸੀ, ਹੁਣ ਮੈਂ ਲੜਾਂਗਾ। ਇਹ ਜਿਹੜਾ ਕੈਪਟਨ ਦੀ ਹੈਂਕੜ ਹੈ, ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਨਾਲ, ਜੋ ਉਹਨਾਂ ਨੇ ਪੁੱਛਿਆ ਵੀ ਗਿਆ ਕਿ ਮੋਦੀ ਤੁਹਾਡੇ ਫੇਵਰੇਟ ਨੇ, ਤੁਸੀਂ ਮੋਦੀ ਦੇ ਫੇਵਰੇਟ ਹੋ, ਤਾਂ ਉਹ ਟਾਲ ਗਿਆ। ਮੋਦੀ ਨਾਲ ਮੁਹੱਬਤਾਂ ਕਪਤਾਨ ਸਾਹਿਬ ਦੀਆਂ ਪੱਕੀਆਂ ਹੋਣਗੀਆਂ ਤੇ ਪੰਜਾਬ ਦੀ ਰਣਨੀਤੀ ਤੇ ਬੀਜੇਪੀ ਕੈਪਟਨ ਅਮਰਿੰਦਰ ਦੇ ਰਾਹੀਂ ਘੁਸਪੈਠ ਕਰੇਗੀ, ਕਿਉਂਕਿ ਉਹ ਹਿੰਦੂਆਂ 'ਚ ਵੀ ਪ੍ਰਵਾਨਿਤ ਹੈ ਤੇ ਆਮ ਪੰਜਾਬੀਆਂ 'ਚ ਵੀ ਉਹ ਪ੍ਰਵਾਨਿਤ ਥੋੜਾ ਬਹੁਤਾ ਹੈਗਾ। ਪਰ ਅੜਿੱਕਾ ਸਿਰਫ ਬੀਜੇਪੀ ਦੇ ਆਉਣ ਦੇ ਕਾਲੇ ਕਾਨੂੰਨ ਨੇ। ਜੇ ਉਹ ਰੱਦ ਹੋ ਜਾਂਦੇ ਨੇ
ਤੇ ਕਿਉਂਕਿ ਕਿਸਾਨਾਂ 'ਚ ਵੀ ਕੈਪਟਨ ਸਾਹਿਬ ਦੇ ਸੈੱਲ ਹੈਗੇ ਨੇ, ਉਹ ਵੀ ਕਿਤੇ ਨਾ ਕਿਤੇ ਇਸ ਸਮਝੌਤੇ ਨੂੰ ਨੇਪਰੇ ਚੜਾਉਣ 'ਚ ਕਪਤਾਨ ਦੀ ਮਦਦ ਕਰਾਉਣਗੇ। ਕੀ ਸਮੀਕਰਨ ਵੇਖਦੇ ਹੋ ਕਪਤਾਨ ਤੇ ਬੀਜੇਪੀ ਦੇ ਇਸ ਅਲਾਇੰਸ ਦੇ ਕੀ ਸੰਭਾਵਨਾਵਾਂ ਨੇ? ਜੀ ਸੁਰਿੰਦਰ ਵੀਰ, ਇਹ ਤੇ ਆਪਾਂ ਫਿਰ ਸਮਾਪਤ ਕਰਾਂਗੇ। ਕੰਟੀਨਿਊ ਪਲੀਜ਼। ਦੇਖੋ ਪਹਿਲੀ ਗੱਲ ਤੇ ਆ, ਜਿਹੜੀਆਂ ਸਟੇਟਮੈਂਟਾਂ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਰਿਜ਼ਾਈਨ ਕਰਨ ਤੋਂ ਬਾਅਦ ਦਿੱਤੀਆਂ ਨੇ, ਉਹਦੀਆਂ ਫਾਈਨਲ ਨਹੀਂ ਮੰਨੀਆਂ ਜਾ ਸਕਦੀਆਂ ਕਿ ਉਹਦਾ ਅੰਤਮ ਨਿਰਣਾ, ਕਿਉਂਕਿ ਉਸ ਵੇਲੇ ਉਹ ਹਤਾਸ਼ ਸੀ। ਹਤਾਸ਼ ਹੋਇਆ ਬੰਦਾ ਕਈ ਕੁਛ ਵੱਧ ਘੱਟ ਬੋਲ ਜਾਂਦਾ। ਜੋ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਬੋਲਿਆ ਉਹ ਖਾਸ ਕਰ ਉਹਦੇ ਅਹੁਦੇ ਦੇ ਮੁਤਾਬਕ, ਉਹਦੇ ਰੁਤਬੇ ਦੇ ਮੁਤਾਬਕ ਸਹੀ ਨਹੀਂ ਸੀ। ਆਮ ਬੰਦੇ ਨੂੰ ਵੀ ਪੁੱਛ ਲਓ, ਉਹਨਾਂ ਨੇ ਵੀ ਉਸ ਦੀ ਆਲੋਚਨਾ ਕੀਤੀ ਆ। ਕਹਿੰਦੇ 4.5 ਸਾਲ ਲੋਕਾਂ ਨੂੰ ਜੁੱਤੀਆਂ ਨਾਲ ਕੁੱਟਣ ਤੋਂ ਇਲਾਵਾ ਕੀਤਾ ਕੱਖ ਨਹੀਂ, ਕਿਸੇ ਦੀ ਗੱਲ ਨਹੀਂ ਸੁਣੀ। ਹੁਣ ਆ ਕੇ ਨਵਜੋਤ ਸਿੱਧੂ ਨੂੰ ਕਹਿੰਦਾ ਇਹਦੇ ਪਾਕਿਸਤਾਨ 'ਚ ਸਬੰਧ ਆ। ਲੋਕਾਂ ਤੋਂ ਪੋਸਟਾਂ ਪਾਤੀਆਂ, ਉਹ ਕਹਿੰਦੇ ਨਵਜੋਤ ਸਿੱਧੂ ਦੇ ਤਾਂ ਪਾਕਿਸਤਾਨ 'ਚ ਸਬੰਧ ਆ, ਤੇਰੇ ਤਾਂ ਨਜਾਇਜ਼ ਸਬੰਧ ਆ। ਲੋਕਾਂ ਦੇ ਇੱਥੋਂ ਤੱਕ ਪੋਸਟਾਂ ਪਾਈਆਂ ਹੋਈਆਂ ਨੇ। ਠੀਕ ਹੈ, ਪੰਜਾਬ ਵਾਲਿਆਂ ਨੇ ਸੁਰਿੰਦਰ ਵੀਰ ਪਾਈਆਂ। ਜੇ ਤੁਸੀਂ ਉਹ ਸਾਰੀਆਂ ਪੋਸਟਾਂ ਵੇਖੋ, ਪੰਜਾਬ ਉੱਤਰੀ ਭਾਰਤ ਵਾਲਿਆਂ ਨੇ ਪਾਈਆਂ, ਪਰ ਜਿਹੜਾ ਭਾਜਪਾ ਦਾ ਲਾਣਾ, ਆਮ ਨੇਤਾ ਨੇ ਜਿਹੜੇ ਭਾਜਪਾ ਵਾਲੇ, ਉਹ ਕਹਿੰਦੇ ਠੀਕ ਹੈ ਰਾਜੇ ਇੱਦਾਂ ਕਰਦੇ, ਉਹ ਬਹੁਤਾ ਬੋਦਰ ਨਹੀਂ ਕਰ ਰਹੇ। ਇਸ ਕਰਕੇ ਭਾਜਪਾ ਨੂੰ ਇੱਦਾਂ ਦਾ ਵਿਅਕਤੀ ਰਾਸ ਆਉਂਦਾ ਹੈ, ਭਾਵੇਂ ਦਾਗੀ ਹੈ ਚਾਹੇ ਉਹਨਾਂ ਨੂੰ ਤਾਂ ਫੀਲਾ ਚਾਹੀਦਾ। ਜੀ ਸੁਰਿੰਦਰ, ਦੇਖੋ ਇੱਕ ਗੱਲ, ਜਿੱਥੋਂ ਤੱਕ ਕਾਨੂੰਨਾਂ ਦਾ ਸਵਾਲ ਹੈ, ਕਾਨੂੰਨਾਂ ਤੇ ਸਮਝੌਤਾ ਨਹੀਂ ਹੋਣਾ, ਮੈਂ ਵਾਰ-ਵਾਰ ਕਹਿ ਰਿਹਾ। ਹੋ ਸਕਦਾ 2024 ਤੱਕ ਨਾ ਹੋਵੇ। ਠੀਕ ਹੈ, ਇਸ ਕਰਕੇ ਭੁੱਲ ਜਾਓ। ਜੇ ਕਾਨੂੰਨਾਂ ਤੇ ਸਮਝੌਤਾ ਨਹੀਂ ਹੁੰਦਾ ਕੋਈ ਵੀ ਕਿਸਾਨ ਜਥੇਬੰਦੀਆਂ ਦਾ ਤੇ ਕੇਂਦਰ ਸਰਕਾਰ ਦਾ, ਫਿਰ ਕੈਪਟਨ ਜੇ ਉਧਰ ਜਾਂਦਾ ਵੀ ਹੈ ਤੇ ਕੈਪਟਨ ਦਾ ਬੋਰੀ ਬਿਸਤਰਾ ਗੋਲ ਹੁੰਦਾ। ਦੂਸਰੀ ਗੱਲ, ਕੈਪਟਨ ਹੁਣ ਕੀ ਦੇਖੇਗਾ? ਕੈਪਟਨ ਕੋਲੇ ਮੈਂਬਰ ਪਾਰਲੀਮੈਂਟ ਕਿੰਨੇ ਨੇ? ਇੱਕ ਉਹਨਾਂ ਦੀ ਪਤਨੀ ਆ, ਦੂਸਰਾ ਉਹਨਾਂ ਨਾਲ ਜਸਵੀਰ ਸਿੰਘ ਡਿੰਪਾ ਖੜਾ, ਤੀਸਰਾ ਉਹਨਾਂ ਨਾਲ ਗੁਰਜੀਤ ਔਜਲਾ ਖੜਾ, ਤੇ ਚੌਥਾ ਉਹਨਾਂ ਨਾਲ ਖੜਾ ਰਮਨੀਤ ਬਿੱਟੂ। ਹਾਲ ਦੀ ਘੜੀ 4 ਖੜੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਮੁਹੰਮਦ ਸ਼ਫੀ ਖੜਦਾ ਜਾਂ ਨਹੀਂ ਖੜਦਾ ਇਹ ਬਾਤ ਦੀ ਗੱਲ ਆ, ਪਰ ਡਾਕਟਰ ਅਮਰ ਸਿੰਘ ਉਹਨਾਂ ਨਾਲ ਨਹੀਂ ਖੜੇਗਾ। ਮਨੀਸ਼ ਤਿਵਾੜੀ ਖੜ ਸਕਦਾ ਕਿਉਂਕਿ ਉਹ G23 'ਚ ਆ। ਠੀਕ ਹੈ ਨਾ। ਹੁਣ ਇਹਦੇ ਬਾਅਦ ਉਹਦੇ ਕੋਲ MLA ਕਿਹੜੇ ਬਚਦੇ ਨੇ? ਅੱਜ ਜਿਹੜੀ ਵੋਟਿੰਗ ਸੀ, ਵੋਟਿੰਗ 'ਚ ਪ੍ਰਨੀਤ ਕੌਰ ਦਾ ਨਾਮ ਇਹਨਾਂ ਦੇ ਗਰੁੱਪ ਨੇ ਰੱਖਿਆ ਸੀ। ਕੁੱਲ 12 ਵੋਟਾਂ ਉਹਦੀ ਫੇਵਰ 'ਚ ਭੁਗਤੀਆਂ ਨੇ। ਪਟਿਆਲੇ 'ਚੋਂ ਕੇਵਲ ਤੇ ਕੇਵਲ ਕੈਪਟਨ ਸਮੇਤ 3 ਵੋਟਾਂ ਸੀ। 2 ਵੋਟਾਂ ਜਿਹੜੀਆਂ ਭੁਗਤੀਆਂ ਬ੍ਰਹਮ ਦੀ ਔਰ ਦੂਜੀ ਸਾਧੂ ਸਿੰਘ ਧਰਮਸੋਤ ਦੀ ਭੁਗਤੀ, ਤੇ ਪ੍ਰਨੀਤ ਕੌਰ ਨੇ ਕਿਹਾ ਕਿ ਤੀਸਰੀ ਵੋਟ ਕੈਪਟਨ ਸਾਹਿਬ ਦੀ ਗਿਣ ਲਈ ਜਾਵੇ। ਇਹ 3 ਵੋਟਾਂ ਸੀ, ਯਾਨੀ ਕਿ ਪਟਿਆਲੇ 'ਚ ਇਹਨਾਂ ਦੇ 8 MLA ਸੀ। ਆਪਣੇ 8 ਦੇ ਵਿੱਚੋਂ 3 ਜਿਹੜੇ ਸੀਗੇ, ਉਹ 7 ਸੀਗੇ, 1 ਅਕਾਲੀ ਦਲ ਦਾ, 3 ਭੁਗਤੇ, 4 ਇਹਨਾਂ ਦੇ ਫੇਵਰ 'ਚ ਆਏ ਨਹੀਂ। ਨਾ ਸ਼ਤਰਾਣੇ ਵਾਲਾ ਆਇਆ, ਨਾ ਸਮਾਣੇ ਵਾਲਾ ਆਇਆ, ਨਾ ਘਨੌਰ ਵਾਲਾ ਆਇਆ, ਨਾ ਰਾਜਪੁਰੇ ਵਾਲਾ ਆਇਆ। ਠੀਕ ਹੈ। ਸੰਗਰੂਰ ਸਾਰੇ 'ਚੋਂ 1 ਵੋਟ ਇਹਨਾਂ ਦੀ ਫੇਵਰ 'ਚ ਭੁਗਤੀ ਆ। ਸਾਰੇ ਬਠਿੰਡੇ ਤੇ ਮਾਨਸੇ ਜ਼ਿਲ੍ਹੇ 'ਚੋਂ 1 ਵੋਟ ਭੁਗਤੀ ਆ। ਠੀਕ ਹੈ। ਹਾਲਾਤ ਲੁਧਿਆਣੇ ਦੇ ਵਿੱਚੋਂ 1 ਵੋਟ ਭੁਗਤੀ ਆ। ਠੀਕ ਹੈ। ਉਹ ਵੀ ਮੰਤਰੀ ਬਣਾਇਆ ਹੋਇਆ ਸੀ ਇਹਨਾਂ ਦਾ। 1 ਹੀ ਵੋਟ ਆ ਕੇ ਭੁਗਤੀ ਆ ਇਹਨਾਂ ਨੂੰ ਫਿਰੋਜ਼ਪੁਰ 'ਚੋਂ। ਉਹ ਵੀ ਮੰਤਰੀ ਸੀ ਜਿਹਨੂੰ ਪਤਾ ਕਿ ਮੇਰੀ ਛੁੱਟੀ ਹੋ ਜਾਣੀ, ਸੁਨੀਲ ਜਾਖੜ ਬੈਠਾ, ਉਹਨੇ ਮੇਰਾ ਬੋਰੀ ਬਿਸਤਰਾ ਗੋਲ ਕਰਾਉਣਾ ਹੀ ਕਰਾਉਣਾ। ਹੁਣ ਇਹਨਾਂ ਦੀ ਨਿਗਾਹ ਇਹ ਆ ਕਿ ਮੰਤਰੀ ਕਿਹੜੇ ਦੀ ਛੁੱਟੀ ਹੁੰਦੀ ਆ। ਮੰਤਰੀਆਂ ਦੇ ਨਾਲ MLA, ਹੁਣ ਤੁਸੀਂ ਦੇਖੋ ਨਵਤੇਜ ਸਿੰਘ ਚੀਮਾ ਸਭ ਤੋਂ ਵੱਧ ਰੌਲਾ ਪਾ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਫੇਵਰ 'ਚ। ਜਦੋਂ ਮੀਡੀਆ ਨੇ ਨਾਮ ਚੱਕਿਆ ਕਿ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅਗਲੇ CM ਹੋਣਗੇ, ਸਭ ਤੋਂ ਪਹਿਲਾਂ ਉਹ ਸੁੱਖੀ ਰੰਧਾਵੇ ਦੇ ਘਰੇ ਪਹੁੰਚਿਆ। ਠੀਕ ਹੈ ਨਾ। ਮਤਲਬ ਮੈਂ ਹੈਰਾਨ ਸੀ। ਉਦੋਂ ਤੱਕ ਮੈਂ ਵੀ ਚੁੱਪ ਕਰਕੇ ਮੇਲਾ ਦੇਖ ਰਿਹਾ ਸੀ। ਮੈਂ ਕਿਹਾ ਵੀ ਚੈਨਲ ਨੂੰ ਚਲੋ ਵਿਊਜ਼ ਮਿਲ ਰਹੇ ਨੇ, ਲੋਕ 800-900 ਨੂੰ ਦੇਖ ਰਿਹਾ ਲਾਈਵ, ਚਲੋ ਉਹਨੂੰ ਰੋਟੀਆਂ ਸੇਕ ਲੈਣ ਦੇ ਵਿਚਾਰੇ ਨੂੰ, ਆਪਣੀਆਂ ਜੋ ਕੁਝ ਕਰਦਾ ਕਰ ਲੈਣ ਦੇ। ਠੀਕ ਹੈ। ਸਭ ਤੋਂ ਮੋਹਰੇ 'ਚ ਆਪਣਾ ਨਵਤੇਜ ਸਿੰਘ ਚੀਮਾ ਸੀ। ਹੁਣ ਗੱਲ ਇਹ ਆ ਕਿ 12 ਵਿਅਕਤੀ ਜੇ ਤੁਹਾਡੀ ਫੇਵਰ 'ਚ ਭੁਗਤੇ ਨੇ, 12 ਨੂੰ ਲੈ ਕੇ ਜਾਓਗੇ ਕਿੱਥੇ? ਕੀ ਉਹ 12 ਤੁਰਨਗੇ? ਉਹਨਾਂ ਨੇ ਅਗਲੀ ਪਾਰਟੀ ਤੋਂ ਟਿਕਟ ਨਹੀਂ ਲੈਣੀ। ਠੀਕ ਹੈ। ਹਾਂ, MLA ਜ਼ਰੂਰ ਜਾਣਗੇ, MLA ਨਾਰਾਜ਼ ਹੋਣਗੇ। ਸਾਧੂ ਸਿੰਘ ਧਰਮਸੋਤ ਨਾਰਾਜ਼ ਹੋਏਗਾ ਜੋ ਮੰਤਰੀ ਨਹੀਂ ਲੈਣਗੇ। ਰਾਣਾ ਗੁਰਮੀਤ ਸੋਢੀ ਨਾਰਾਜ਼ ਹੋਏਗਾ ਜਦੋਂ ਮੰਤਰੀ ਨਹੀਂ ਲੈਣਗੇ। ਅਰਨਾ ਚੌਧਰੀ ਨਾਰਾਜ਼ ਹੋਏਗੀ। ਪਰ ਗੱਲ ਤੇ ਆ, ਜਿਹੜੇ 3 ਐਜੂਕੇਸ਼ਨ ਮਿਨਿਸਟਰ ਲਾਏ ਗਏ ਸੀ, ਹੁਣ ਮੈਨੂੰ ਖਤਰਾ ਕਿਸੇ ਚੌਥੇ ਨੂੰ ਨਾ ਸਕੂਲ ਐਜੂਕੇਸ਼ਨ ਦੇ ਦੇਣ। ਜੇ ਚੌਥੇ ਨੂੰ ਦੇ ਤਾਂ ਸਮਝੋ 4 ਹੀ ਗਏ। ਇਹ ਅੱਜ ਤੱਕ ਦੀ ਪੰਜਾਬ ਦੀ ਕਵਾਇਤ ਆ ਕਿ ਜਿਹੜੀ ਮਰਜ਼ੀ ਸਰਕਾਰ 'ਚ ਸਕੂਲ ਐਜੂਕੇਸ਼ਨ ਦਾ ਡਿਪਾਰਟਮੈਂਟ ਜਿਹਨੂੰ ਦੇ ਦਿੱਤਾ, ਉਹਦਾ ਬੋਰੀ ਬਿਸਤਰਾ ਗੋਲਾ ਦੁਬਾਰਾ ਨਹੀਂ ਲੱਭਿਆ। ਅਪਿੰਦਰਜੀਤ ਕੌਰ 2 ਇਕੱਠੀਆਂ ਇਲੈਕਸ਼ਨਾਂ ਹਾਰ ਗਈ।
ਸ਼ੇਵਾ ਸਿੰਘ ਸ਼ੇਖਵਾਨ ਲੱਭਿਆ ਨਹੀਂ ਦੁਬਾਰਾ, ਤੋਤਾ ਸਿੰਘ ਹੋਣੀ ਉਹ ਬੈਠੇ ਆ, ਐਜੂਕੇਸ਼ਨ ਮਿਨਿਸਟਰ ਲਾਇਆ ਸੀਗਾ। ਸਿਕੰਦਰ ਸਿੰਘ ਮਲੂਕਾ ਚੋਣ ਹਾਰ ਗਿਆ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦਿੱਤਾ ਵੀ 1.5 ਸਾਲ ਲਈ ਸੀਗਾ, 1.5 ਸਾਲ 'ਚ ਹੋ ਗਿਆ। ਦਲਜੀਤ ਸਿੰਘ ਚੀਮਾ ਆਪਦੀ ਇਸੇ ਕਰਕੇ ਹਾਰ ਗਿਆ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਸੀ। ਹੁਣ ਇਹਨਾਂ ਨੇ ਤਾਂ ਪਹਿਲਾਂ ਅਰਨਾ ਚੌਧਰੀ, ਫਿਰ ਓਪੀ ਸੋਨੀ, ਉਹਦੇ ਬਾਅਦ ਵਿਜੇਂਦਰ ਸਿੰਗਲਾ, ਹੁਣ ਆਹ ਜਿਹੜੀ ਰੱਦੋ ਬਦਲ ਆ, ਇਸ ਰੱਦੋ ਬਦਲ 'ਚ ਜੇ ਕੋਈ ਬਲੀ ਦਾ ਬੱਕਰਾ ਚੌਥਾ ਵੀ ਬਣਾਤਾ ਤਾਂ ਇਹ ਜਾਣ ਲਿਓ ਕਿ ਚਾਰੇ ਹੀ ਜਾਣਗੇ, ਚਾਰਾਂ 'ਚ ਕੋਈ ਨਹੀਂ ਦੁਬਾਰਾ ਜਿੱਤ ਕੇ ਉਹਦਾ ਜੋ ਕੁਛ ਮਰਜ਼ੀ ਹੋ ਜਾਏ। ਪਰ ਜਿਹੋ ਜਿਹੇ ਹਾਲਾਤ ਇਹਨਾਂ ਨੇ ਬਣਾਏ ਆ, ਜੇ ਕਿਤੇ ਕੈਬਨਿਟ ਆਪਦੀ ਸਰਕਾਰ ਨਾ ਚਲਾ ਸਕੀ ਤਾਂ ਫਿਰ ਇਹ ਸੋਚ ਲਿਓ ਵੀ ਸੀਟਾਂ ਗੇੜ ਲੈਣ ਕਿ 14 ਬਣਨੀਆਂ ਕਿ 15 ਬਣਨੀਆਂ, ਬਾਕੀ ਕੱਖ ਨਹੀਂ ਲੱਭਣਾ, ਉਹ ਵੀ ਰਾਮ ਰੌਲੇ 'ਚ ਹੀ ਲੱਭਣਗੀਆਂ, ਬਾਕੀ ਕੁਛ ਨਹੀਂ ਲੱਭਦਾ। ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ, ਅਮਰਿੰਦਰ ਸਿੰਘ ਦੇਖੇਗਾ ਕਿ ਮੈਂ ਜਾਣਾ ਤੇ ਗਰੁੱਪ ਬਣਾਉਣਾ ਕਿੱਦਾਂ ਬਣਾਉਣਾ। ਜਿਹੜੀ 2014 ਦੇ ਵਿੱਚ ਧਮਕੀਆਂ ਸੀ ਕੇਂਦਰ ਆਪਣੀ ਹਾਈ ਕਮਾਂਡ ਨੂੰ, ਉਹ ਹੋਰ ਸੀ। ਉਦੋਂ ਤੁਸੀਂ ਤੁਰ ਸਕਦੇ ਸੀ, ਸੁਣ ਸਕਦੇ ਸੀ, ਬੋਲ ਸਕਦੇ ਸੀ। ਅੱਜ ਜੇ ਸੁਣਨਾ ਤੇ ਤੁਹਾਨੂੰ ਤੁਹਾਡੇ ਨਾਲ ਖੜਾ ਬੰਦਾ ਦੱਸਦਾ ਜੀ ਪੱਤਰਕਾਰ ਨੇ ਆਹ ਸਵਾਲ ਪੁੱਛਿਆ, ਇਹਦਾ ਜਵਾਬ ਦੇ ਦਿਓ। ਅਦਰਵਾਈਜ਼ ਤੁਸੀਂ ਕਦੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਆਪਣੀ ਗੱਲ ਕਰਕੇ ਚਲੇ ਜਾਂਦੇ, ਕਦੀ ਕਿਸੇ ਦੀ ਸੁਣੀ ਨਹੀਂ, ਸਿਰਫ ਆਪਣੀ ਸੁਣਾ ਕੇ ਨਿਕਲੇ ਹੋ। ਇਸ ਕਰਕੇ ਬੜਾ ਕੁਝ ਦੇਖਣਾ ਪਏਗਾ, ਸਿਹਤ ਅਲਾਓ ਕਰਦੀ ਕਿ ਨਹੀਂ ਕਰਦੀ। ਠੀਕ ਹੈ, ਕੱਲ ਵਾਲਾ ਤਾਂ ਜਿਹੜਾ ਰਾਮ ਰੌਲਾ ਸੀ ਉਹ ਸਿਰਫ ਇਸ ਕਰਕੇ ਸੀ, ਗਰਮਾ ਗਰਮ ਪ੍ਰੋਗਰਾਮ ਸੀ, ਗਰਮਾ ਗਰਮ 'ਚ ਹਤਾਸ਼ ਹੋਏ ਕਿਉਂਕਿ ਮੁੱਖ ਮੰਤਰੀ ਤੇ ਆਉਂਦੇ ਆਉਂਦੇ ਨਾਲ ਨਾਮ ਜੋ ਹੋਰ ਜੁੜ ਗਿਆ ਸੀ, ਸਾਬਕਾ ਜੁੜ ਗਿਆ ਸੀ। ਜੋ ਸਾਬਕਾ ਜੁੜਦਾ ਬੜਾ ਤੰਗ ਕਰਦਾ, ਠੀਕ ਹੈ ਨਾ। ਕਿਤੇ ਪਤੀ ਪਤਨੀ ਨੂੰ ਵੀ ਕਿਤੇ ਉਹਨਾਂ ਦਾ ਵੀ ਤਲਾਕ ਹੋ ਜੇ ਨਾ, ਉਹਦੇ ਨਾਲ ਵੀ ਸਾਬਕਾ ਪਤੀ ਲੱਗ ਜਾਏ ਤੇ ਫਿਰ ਉਹਨੂੰ ਵੀ ਬੜਾ ਤੰਗ ਹੁੰਦਾ, ਤੇ ਪਤਨੀ ਦੇ ਨਾਂ ਨਾਲ ਵੀ ਸਾਬਕਾ ਲੱਗ ਜਾਵੇ ਤੇ ਉਹਨੂੰ ਵੀ ਬੜਾ ਖੜਦਾ ਵੀ ਇਹ ਹੋ ਕੀ ਗਿਆ, ਮੇਰੇ ਨਾਲ 3 ਅੱਖਰ ਹੋਰ ਜੁੜ ਗਏ ਨੇ। ਉਹ ਜਿਹੜੇ ਕੱਲ 3 ਅੱਖਰ ਜੁੜੇ ਸੀ ਨਾ ਕੈਪਟਨ ਅਮਰਿੰਦਰ ਸਿੰਘ ਨਾਲ, ਉਹ 3 ਅੱਖਰਾਂ ਨੇ ਉਹਨੂੰ ਜਿਹੜਾ ਉਹ ਕੱਲ ਹਤਾਸ਼ ਕੀਤਾ ਹੋਇਆ ਸੀ। ਦੂਸਰੀ ਗੱਲ, ਉਹਦੀ ਜਿਹੜੀ ਮੀਡੀਆ ਕਵਰੇਜ ਸੀ ਉਹ ਬੜੀ ਜ਼ਬਰਦਸਤ ਸੀ, ਇਹ ਮੰਨ ਕੇ ਚੱਲਣਾ ਪਏਗਾ। ਅੱਜ ਪ੍ਰਿੰਟ ਮੀਡੀਆ ਤੁਸੀਂ ਦੇਖੋ ਕਿ ਮੈਂ ਪਿਛਲੇ ਦਿਨਾਂ ਤੋਂ ਚੰਡੀਗੜ੍ਹ ਤੋਂ ਇੱਕ ਜਲੰਧਰ ਦਾ ਅਖਬਾਰ ਆ ਜਿਹੜਾ ਚੰਡੀਗੜ੍ਹ ਤੋਂ ਛਪਦਾ, ਜਿਹੜਾ ਬਹੁਤਾ ਸਿੱਖੀ ਦਾ ਠੇਕੇਦਾਰ ਅਖਵਾਉਂਦਾ, ਉਹਦੇ ਵਿੱਚ 6 ਖਬਰਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਬੰਧਿਤ, 6ਵੇਂ ਦੀਆਂ 6ਵੇਂ ਇੱਕੋ ਪੱਤਰਕਾਰ ਦੀਆਂ। ਠੀਕ ਹੈ, ਜਿਹੜਾ ਮੇਨ ਪੱਤਰਕਾਰ ਉਹ ਜਦੋਂ ਲਾਉਂਦਾ ਤਾਂ ਠੋਕ ਕੇ ਖਬਰ ਲਾਉਂਦਾ ਜਿਹੜੀ ਲਾਉਂਦਾ, ਔਰ ਉਹਦੀ 'ਚ ਦਮ ਹੁੰਦਾ। ਉਹ ਸਿੱਧਾ ਦੇਖਦਾ ਸੀ ਕਿ ਰਵੀਨ ਠੁਕਰਾਲ ਨੇ ਪਕੜਿਆ ਹੋਇਆ, ਔਰ ਉਹਨੇ ਉਹ ਕੁਛ ਲਾਤਾ ਜਿਹੜਾ ਕੁਛ ਵਾਪਰਿਆ ਨਹੀਂ। ਆਪਣੇ ਵੀ ਸੋਰਸ ਨੇ, ਕੈਪਟਨ ਅਮਰਿੰਦਰ ਸਿੰਘ ਲੱਖ ਝੂਠ ਬੋਲੀ ਜਾਵੇ, ਲੱਖ ਕੁਫਰ ਤੋਲੇ ਕਿ ਮੈਨੂੰ ਸੋਨੀਆ ਨੇ ਕਿਹਾ ਸੌਰੀ ਅਮਰਿੰਦਰ, ਕੋਈ ਸੌਰੀ ਨਹੀਂ ਕਿਹਾ, ਕੋਈ ਕੁਛ ਨਹੀਂ ਕਿਹਾ। ਜੇ ਸੌਰੀ ਕਿਹਾ ਹੁੰਦਾ ਗੱਲ ਕੁਛ ਹੋਰ ਹੁੰਦੀ। ਉਹਨਾਂ ਨੇ ਤਾਂ ਜੇ ਸੌਰੀ ਕਹਿਣਾ ਸੀ ਤਾਂ ਫਿਰ ਰਾਤ ਨੂੰ ਕਿਉਂ ਉਹਨਾਂ ਨੇ ਟਵੀਟ ਕਰਕੇ ਕਹਿਣਾ ਸੀਗਾ ਕਿ ਸਵੇਰੇ CLP ਦੀ ਕੱਲ ਸ਼ਾਮ ਨੂੰ CLP ਦੀ ਮੀਟਿੰਗ ਆ 5 ਵਜੇ। ਉਹ ਕਾਹਦੇ ਲਈ ਕਹਿਣਾ ਸੀਗਾ? ਉਹ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਹੋਈ ਆ। ਬਿਲਕੁਲ ਕੁਫਰ ਤੋਲਦੇ ਆ, ਆਪਣੇ ਆਪ ਨੂੰ ਬਚਾਉਣ ਲਈ ਕਹਿ ਰਹੇ ਆ। ਕਹਿੰਦੇ ਜੀ ਉਹ ਬੱਚੇ ਆ, ਬੱਚਿਆਂ ਨੇ ਪਤਾ ਹੀ ਨਹੀਂ, ਰੋਜ਼ ਜਿਹੜਾ ਬੰਦਾ ਜਾਂਦਾ ਉੱਥੇ ਕੰਨ ਭਰੀ ਜਾਂਦਾ। ਤੇਰੇ ਇਰਦ ਗਿਰਦ ਵੀ ਜਿਹੜੀ 25 ਦੀ ਫੌਜ ਬੈਠੀ ਉਹ ਵੀ ਤਾਂ ਤੇਰੇ ਕੰਨ ਹੀ ਭਰਦੀ ਆ। ਉਹ ਕੀ ਕਰਦੀ ਆ? ਉਹ ਤਾਂ ਮੰਨਿਆ ਉਹਨਾਂ ਨੇ। ਕਹਿੰਦੇ ਜੇ ਹੁਣ ਰਵੀਨ ਠਕਰਾਲ ਦਾ ਨਾਂ ਲਿਆ ਸਪੈਸ਼ਲੀ, ਕਹਿੰਦੇ ਜੇ ਕੋਈ ਬਾਰ-ਬਾਰ ਮੈਨੂੰ ਰਵੀਨ ਠਕਰਾਲ ਦੇ ਅਗੇਂਸਟ ਮੇਰੇ ਕੋਲ ਗੱਲ ਕਰੇਗਾ ਕਦੇ ਨਾ ਕਦੇ ਮੈਂ ਸੋਚਾਂਗਾ ਉਸ ਤੇ। ਇਹਦਾ ਮਤਲਬ ਤੁਸੀਂ ਵੀ ਲਾਈ ਲੱਗੋ ਜੀ। ਅੱਛਾ, ਇੱਕ ਜਿਹੜਾ ਮੁਸਤਫੇ ਨੇ ਇਹਨਾਂ ਨੂੰ ਸਮਝਾਇਆ ਪੰਜਾਬੀ 'ਚ ਕਿ ਮੈਂ ਪਰਖੱਚੇ ਉਡਾ ਦੂੰ, ਹੈ ਨਾ, ਉਹ ਕੀ ਲੱਗਦਾ ਹੈ ਕਿ ਇਹ ਹੁਣ ਇਹ ਕਾਂਡ ਟਲੇਗਾ? ਹੁਣ ਚਲੋ ਹੁਣ ਨਾ ਤਾਂ ਸਿੱਧੂ ਦੇ ਕੋਈ ਪਸੰਦੀਦਾ ਬਣਿਆ ਨਾ ਕੋਈ ਉਹ ਬਣਿਆ, ਸਿੱਧੂ ਬਣਦਾ ਤਾਂ ਉਹ ਠੀਕ ਸੀ। ਕੈਪਟਨ ਸਾਹਿਬ ਦਾ ਨਜ਼ਰੀਆ ਕੀ ਰਹੇਗਾ? ਸੋ ਮੈਨੂੰ ਲੱਗਦਾ ਕਿ ਹੁਣ ਭਾਜਪਾ ਨਾਲ ਜਾਂ ਸਾਂਝਾ ਬਣਾ ਕੇ ਜਾਂ ਫਿਰ ਉਡੀਕ ਕਰਨਗੇ ਕਿ ਕਾਂਗਰਸ ਕਿੰਨੀ ਕੁ ਫੇਲ ਹੁੰਦੀ ਹੈ, ਸਾਲ 2 ਸਾਲ ਵੇਖਣਗੇ। ਕਾਂਗਰਸ ਵੈਸੇ ਫੇਲੀਅਰ ਵੱਲ ਨੂੰ ਜਾਏਗੀ, ਕੋਈ ਦੋਰਾਵਾ ਨਹੀਂ ਹੈ। ਇਹ ਵੋਟ ਪ੍ਰਤੀਸ਼ਤ ਇਹਦਾ ਬੁਰੀ ਤਰ੍ਹਾਂ ਵਿਗੜੇਗਾ। ਤੇ ਮੁੱਖ ਵਿਰੋਧੀ ਧਿਰ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਲਈ ਇਹ ਮੇਰੇ ਖਿਆਲ ਢੁਕਵਾਂ ਮੌਕਾ, ਉਹ ਕਿਵੇਂ ਹੈਂਡਲ ਕਰਨਗੇ ਇਸ ਵਰਤਾਰੇ ਨੂੰ? ਥੋੜਾ ਜਿਹਾ ਉਹਤੇ ਜਾਂਦੇ ਜਾਂਦੇ ਕਮੈਂਟ ਇਹਨਾਂ 2 ਮਸਲਿਆਂ ਤੇ, ਬਾਕੀ ਮੈਂ YouTube ਤੇ ਵੇਖਦਾ ਕੋਈ ਮੈਸੇਜ ਹੋਇਆ ਜੇ ਜਿਸ ਤਰ੍ਹਾਂ ਲਈ ਆ ਗਿਆ। ਫਿਰ ਨਹੀਂ ਦੇਖੋ, ਪਹਿਲੀ ਗੱਲ ਤੇ ਇੱਕ ਬੜੀ ਸਪਸ਼ਟ ਆ, ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਨਹੀਂ ਰਹੇਗਾ। ਠੀਕ ਹੈ, 22 ਦੀ ਚੋਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੋਂ ਬਗੈਰ ਲੜੀ ਜਾਵੇਗੀ, ਇਹ ਸਪਸ਼ਟ ਆ। ਪ੍ਰਧਾਨ ਕੈਪਟਨ ਦਾ ਬੰਦਾ ਕੋਈ ਨਹੀਂ ਹੈ, ਮੁੱਖ ਮੰਤਰੀ ਕੈਪਟਨ ਦਾ ਬੰਦਾ ਨਹੀਂ ਹੈ। ਠੀਕ ਹੈ, ਹੁਣ ਜਿੱਥੋਂ ਤੱਕ ਬ੍ਰਹਮਿੰਦਰਾ ਦਾ ਸਵਾਲ ਆ, ਬ੍ਰਹਮਿੰਦਰਾ ਨੇ ਅਗਲੀ ਚੋਣ ਜਿਹੜੀ ਆਪਣੇ ਬੇਟੇ ਨੂੰ ਲੜਾਉਣੀ ਆ।
ਤਾਂ ਫਿਰ ਕੈਪਟਨ ਦਾ ਬਚਿਆ ਕੌਣ? ਸਵਾਲ ਤਾਂ ਵੱਡਾ ਇਹ ਆ। ਦੂਸਰੀ ਗੱਲ, ਜਦੋਂ 1 ਜਾਂ 2 ਦਿਨਾਂ 'ਚ ਮੰਤਰੀ ਮੰਡਲ ਦਾ ਗਠਨ ਹੋਏਗਾ, ਮੇਰੇ ਹਿਸਾਬ ਨਾਲ ਤਾਂ ਸ਼ਾਇਦ ਅੱਜ ਰਾਤ ਤੱਕ ਫੈਸਲਾ ਹੋ ਜਾਏਗਾ। ਕੱਲ ਤੱਕ ਸਾਰਿਆਂ ਨੂੰ ਸਹੁੰ ਚੁਕਾ ਦੇਣ, ਜੇ ਕੱਲ ਨਹੀਂ ਚੁਕਾਉਣਗੇ ਤੇ 1 ਅੱਧੇ ਦਿਨ ਬਾਅਦ ਚੁਕਾ ਦੇਣਗੇ, ਕਿਉਂਕਿ ਮੁੱਖ ਮੰਤਰੀ ਲਈ ਤਾਂ 11 ਵਜੇ ਦਾ ਸਮਾਂ ਤੈਅ ਹੋ ਗਿਆ, ਬਾਕੀਆਂ ਦਾ ਨਹੀਂ ਪਤਾ ਕਿਹੜਾ ਤੈਅ ਕੀਤਾ ਜਾਂ ਕਿਹੜਾ ਨਹੀਂ ਕੀਤਾ। ਠੀਕ ਹੈ, ਹੁਣ ਇਸ ਤੋਂ ਅਗਲੀ ਗੱਲ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਤੋਂ ਇਲਾਵਾ ਅਲਟਰਨੇਟਿਵ ਕੀ ਬਚਿਆ? ਕਿਉਂਕਿ ਅਲਟਰਨੇਟਿਵ ਤਾਂ ਕੋਈ ਹੈ ਨਹੀਂ। ਜਦੋਂ ਹੈ ਨਹੀਂ ਆ ਤਾਂ ਫਿਰ ਜਾਣਾ ਕਿੱਥੇ ਆ? ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦੇਣ ਤੈਨੂੰ ਚੋਣ ਕੰਪੇਨ ਕਮੇਟੀ ਦਾ ਚੇਅਰਮੈਨ ਲਾ ਦਾਂਗੇ, ਲੱਗੇਗਾ ਮੁੱਖ ਮੰਤਰੀ ਤੋਂ ਉੱਤਰ ਕੇ? ਕਦੀ ਨਹੀਂ ਲੱਗਦਾ। ਵੈਸੇ ਇਸ ਗੱਲ ਤੇ ਅਜੇ ਸਟੈਂਡ ਕਰ ਦਿਓ, ਪਰ ਮੇਰਾ ਮਨ ਫੇਰ ਉਸੇ ਪੁਆਇੰਟ ਤੇ ਆਉਂਦਾ, ਕਿਉਂਕਿ ਦੇਖੋ ਇਹ ਪਰਿਵਾਰ ਦੀਆਂ ਸਾਂਝਾਂ ਰਹੀਆਂ ਨੇ, ਇਹ ਪਰਿਵਾਰ ਤੇ ਕੇਸ ਨੇ ਜਿਹੜੇ ਸੈਂਟਰਲ ਏਜੰਸੀਆਂ ਕੋਲ ਨੇ। ਅਜੇ ਭਵਿੱਖ ਦੇ ਵਿੱਚ ਕੋਈ ਵੀ ਵੱਡੀ ਪਾਰਟੀ ਨਹੀਂ ਹੈ ਸੈਂਟਰਲ ਏਜੰਸੀਆਂ ਕੋਲ ਕੈਪਟਨ ਅਮਰਿੰਦਰ ਬੁਰੀ ਤਰ੍ਹਾਂ ਫਸਦਾ ਇਹਦਾ ਪਰਿਵਾਰ। ਤੇ ਜਿੱਥੋਂ ਤੱਕ ਤਾਲੁਕ ਹੈ RSS BJP ਪਿਛੋਕੜ ਜਨਸੰਘ ਦੇ ਨਾਲ ਇਹਨਾਂ ਦੀ ਮਾਤਾ ਨੇ ਇਲੈਕਸ਼ਨ ਲੜਿਆ ਤੇ BJP ਰਾਸ ਆਉਂਦੀ ਹੈ ਤੇ BJP ਨੂੰ ਇਹ ਰਾਸ ਆਉਂਦਾ, ਕੋਈ ਦੋ ਰਾਵਾਂ ਨਹੀਂ ਹੈ। ਇਹ ਠੀਕ ਹੈ ਕਿ ਉਹਨਾਂ ਕੋਲ EVM ਦੇ ਵੀ ਹੈਗੀ, ਹੋਰ ਬੜਾ ਕੁਝ ਹੈਗਾ, ਕਰਾ ਕੇ ਕਿਸੇ ਨਾ ਕਿਸੇ ਰੂਪ 'ਚ ਕਪਤਾਨ ਸਾਹਿਬ ਦੀ ਸਰਕਾਰ ਬਣਾਉਣ ਦਾ ਰਸਤਾ ਉਹ ਖੋਲ੍ਹ ਸਕਦੇ ਆ। ਕਿਸਾਨ ਅੰਦੋਲਨ ਦਾ ਥੋੜਾ ਜਿਹਾ ਡਿੱਕਾ ਹੋ ਸਕਦਾ ਹੈ, ਉਹ ਕਿਤੇ ਨਾ ਕਿਤੇ ਕੋਈ 5-52 ਕਰਕੇ ਕੋਈ ਸਮਝੌਤਾ, ਕੈਪਟਨ ਖੇਮੇ ਦੇ ਹੈਗੇ ਕਿਸਾਨ ਕੁਛ ਆਗੂ, ਉਹ ਕਿਤੇ ਨਾ ਕਿਤੇ ਮੰਨ ਜਾਣਗੇ। ਬਾਕੀ ਨੇ ਜਿਹੜੇ ਉਹ ਆਪਣੀ ਮੰਗ ਤੇ ਅੜੇ ਰਹਿਣਗੇ। ਇਦਾਂ ਦੀ ਕੋਈ ਤਿਕੜਮਬਾਜ਼ੀ 22 ਤੋਂ ਪਹਿਲਾਂ ਕਪਤਾਨ ਮੋਦੀ ਨਾਲ ਰਲ ਕੇ ਜ਼ਰੂਰ ਕਰੇਗਾ, ਕਿਉਂਕਿ ਸੁਤੰਤਰ ਫੌਜੀ ਹੈ ਮੋਦੀ ਸਾਹਿਬ ਦਾ ਇਹ, ਮੈਨੂੰ ਲੱਗਦਾ ਹੈ। ਬਾਕੀ ਸਰੋਤੇ ਦੱਸ ਸਕਦੇ ਆ, ਪਰ ਤੁਹਾਡਾ ਪੁਆਇੰਟ ਆਫ ਵਿਊ ਉਸ ਤੇ ਅਜੇ ਹੋਰ ਹੈ। ਕੋਈ ਨਹੀਂ, ਆਪਣਾ ਨਜ਼ਰੀਆ ਹੋ ਸਕਦਾ। ਤੇ ਇੱਕ ਕਾਲ ਲੈ ਲਈ ਸੁਰਿੰਦਰ, ਉਸ ਤੇ ਫਿਰ ਸਮਾਪਤ ਕਰਦੇ ਆ। ਤੇ ਸਵਾਗਤ ਹੈ ਜੀ ਤੁਹਾਡਾ US ਤੋਂ। ਵੈਲਕਮ ਬਾਈ ਜੀ, ਕੌਣ ਬੋਲ ਰਹੇ ਹੋ? ਹੋਲਡ ਰੱਖੋ ਜਰਾ ਪਲੀਜ਼ 1 ਸੈਕਿੰਡ ਜੀ। ਵੈਲਕਮ 31 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਟਵਾਣਾ ਸਾਹਿਬ, ਜਿੱਦਾਂ ਹੁਣ ਅਸਤੀਫਾ ਦੇ ਦਿੱਤਾ ਕਪਤਾਨ ਸਾਹਿਬ ਨੇ, ਇਹ ਗੱਲ ਇਹਦੇ ਵਿੱਚ ਹੀ ਰੋਲ ਖੁੱਲ ਜਾਣੀ ਆ। ਇਹ ਜਿੱਦਾਂ ਕਿ ਇਹ ਤਾਂ ਚਲੋ ਪੱਕੀ ਗੱਲ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਹੈ ਉਹ CBI ED ਦੇ ਘੇਰੇ ਤੋਂ ਬਾਹਰ ਰਹਿੰਦੇ ਆ ਹਮੇਸ਼ਾ, ਕਿਉਂਕਿ ਇਹਨਾਂ ਤੇ ਕਦੇ ਰੇਡ ਰੂਡ ਨਹੀਂ ਪਈ। ਪੰਜਾਬ ਦੇ ਲੋਕਾਂ ਦੀਆਂ ਕਿਤਾਬਾਂ ਫੋਲ ਲੈਂਦੀ ਆ ਕਿ ਏਦਾਂ ਦੀਆਂ ਏਜੰਸੀਆਂ ਜਿਹੜੀਆਂ ਆ। ਤੇ ਹੁਣ ਜਿਹੜਾ ਮਤਲਬ ਇਹ ਅਸਤੀਫੇ ਦੇ ਵਿੱਚ ਹੀ ਮਾਫ ਹੋ ਗਿਆ ਸਾਰਾ ਕੁਛ, ਕਿਉਂਕਿ ਜੋ 4.5 ਸਾਲ ਲੁੱਟ ਖਸੁੱਟ ਕਰਕੇ ਮਹਿਲ ਖੜੇ ਕੀਤੇ, ਇਹਨਾਂ ਦੇ ਬਾਰੇ ਗੱਲ ਵੀ ਹੋਣੀ ਚਾਹੀਦੀ ਆ। ਕਿਉਂਕਿ ਨਵਜੋਤ ਸਿੱਧੂ ਕਹਿੰਦੇ ਸੀ ਨਾ ਕਿ ਸੁੱਖ ਵਿਲਾਸ ਦਾ ਪ੍ਰਾਇਮਰੀ ਸਕੂਲ ਬਣਾਉਣਾ, ਮੇਰੇ ਖਿਆਲ ਸਿਸਟਮਾਂ ਦਾ ਵੀ ਮਿਡਲ ਦਾ ਬਣਨਾ ਚਾਹੀਦਾ, ਕਿਉਂਕਿ ਇੱਟਾਂ ਇਹਨਾਂ ਦੇ ਭੱਠੇ ਦੀਆਂ ਆਪਣੀਆਂ ਤਾਂ ਨਹੀਂ ਲੱਗੀਆਂ ਇਹਨੂੰ। ਇਹਦੇ ਬਾਰੇ ਥੋੜਾ ਵਿਚਾਰ। ਸਹੀ ਗੱਲ ਹੈ, ਕੋਈ ਨਹੀਂ ਗੱਲ ਕਰਦੇ ਆ। ਮੇਰੇ ਖਿਆਲ ਹੈ ਬਾਈ ਜੀ ਹੋਰਾਂ ਦਾ ਸਵਾਲ ਸੀ ਸੁਰਿੰਦਰ, ਇਹ ਵੀ ਲੈ ਲਿਓ ਕਿ ਕਪਤਾਨ ਸਾਹਿਬ ਨੂੰ ਤਾਂ ਨਹੀਂ ਛੇੜਨਗੇ ਇਹ, ਕਿਉਂਕਿ ਇਹਨਾਂ ਨੇ ਆਖਿਆ ਕਿ ਜੇ ਸੁੱਖ ਵਿਲਾਸ 'ਚ ਸਕੂਲ ਖਿਲਾਉਣਾ ਸਿੱਧੂ ਨੇ, ਤਾਂ ਫਿਰ ਸਿਸਟਮਾਂ 'ਚ ਵੀ ਤਾਂ ਸਕੂਲ ਕੋਈ ਨਾ ਕੋਈ ਬਣਨਾ ਚਾਹੀਦਾ ਕਪਤਾਨ ਸਾਹਿਬ ਦੇ ਕਾਰਜਕਾਲ ਦੇ। ਕਿਉਂਕਿ ਜਿਹੜਾ ਵੱਡੇ ਪੱਧਰ ਤੇ ਸਕੈਮ ਤਾਂ ਹੋਏ ਨੇ, ਜਿਹੜੇ ਵੱਡੇ ਫਾਈਨੈਂਸ਼ੀਅਲ ਸਕੈਮ ਹੁੰਦੇ ਨੇ, ਉਹ ਉਸ ਪਾਸੇ ਨੂੰ ਜਾਂ ਕਪਤਾਨ ਸਾਹਿਬ ਦੇ ਖਿਲਾਫ ਤਾਂ ਮੇਰੇ ਖਿਆਲ ਪੰਜਾਬ ਸਰਕਾਰ ਕੋਈ ਕੰਮ ਨਹੀਂ ਕਰੇਗੀ। ਹਾਂ, ਇਹ ਜਿਹੜੀ ਧਮਕੀ ਇਹਨਾਂ ਦੀ ਆਈ ਸੀ ਤੇ ਮੁਸਤਫਾ ਨੇ ਉਹਨਾਂ ਨੂੰ ਉਹਨਾਂ ਕੁ ਜਵਾਬ ਦਿੱਤਾ, ਉੱਥੇ ਇੱਕ ਗੱਲ ਖੜ ਗਈ ਹੈ। ਤੇ ਕੀ ਕਪਤਾਨ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਲੈਣਗੇ? ਸਵਾਗਤ ਹੈ 97 ਨੰਬਰ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ, ਬਲਵਿੰਦਰ ਬੋਲ ਰਿਹਾ ਮੈਂ। ਹਾਂ ਬਲਵਿੰਦਰ ਜੀ, ਸਵਾਗਤ। ਲੇਟ ਨਾਈਟ, ਕੀ ਹਾਲ ਚਾਲ ਹੈ, ਕੀ ਕਹਿਣਾ ਚਾਹੁੰਦੇ ਹੋ ਆਸਟ੍ਰੇਲੀਆ ਤੋਂ? ਹਾਂਜੀ, ਜਿਹੜਾ ਇਹਨਾਂ ਦਾ ਸਟੇਟਮੈਂਟ ਆ ਰਹੀ ਸੀ ਨਾ ਜੀ ਆਪਣਾ ਕੈਪਟਨ ਸਾਹਿਬ ਜੀ, ਕਿ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ, ਇੱਕ ਫੜੇ ਜਾਂਦੇ 3 ਲੰਘ ਜਾਂਦੇ ਨੇ ਜੀ। ਤੇ ਉਹ ਜਿਹੜਾ ਸਮਾਨ ਆਉਂਦਾ ਡਰੋਨਾਂ ਰਾਹੀਂ, ਉਹ ਪੰਜਾਬ ਤੋਂ ਬਾਹਰ ਤਾਂ ਕਿਤੇ ਜਾਂਦਾ ਨਹੀਂ, ਪੰਜਾਬ 'ਚ ਰਹਿੰਦਾ। ਇਹ BJP ਦੇ ਏਜੰਡੇ ਤੇ ਬੋਲ ਰਹੇ ਸੀ ਉਹ ਜੀ। ਬਿਲਕੁਲ BJP ਦੇ ਏਜੰਡੇ ਤੇ ਬੋਲ ਰਿਹਾ। ਹਾਂਜੀ, ਕਿਉਂਕਿ BJP ਦੀ ਜਿਹੜੀ ਇਲੈਕਸ਼ਨ ਹੈ ਉਹ ਨੈਸ਼ਨਲ ਮਤਲਬ ਵੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ, ਪਾਕਿਸਤਾਨ ਨੂੰ ਲੈ ਕੇ ਲੜੀ ਜਾਂਦੀ ਹੈ। ਤੇ ਦੂਸਰਾ, ਇੱਥੇ ਦੇ ਹਿੰਦੂਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਸੀ ਪੰਜਾਬ ਦੇ ਨੂੰ ਵੀ ਪੰਜਾਬ ਦੇ ਵਿੱਚ ਦੁਬਾਰੇ ਫੇਰ ਅੱਤਵਾਦ ਆ ਸਕਦਾ। ਬਿਲਕੁਲ ਉਸੇ ਪਾਸੇ ਨੂੰ ਜਾ ਰਿਹਾ ਹੈ। ਜਿਹੜਾ ਮੱਧ ਪ੍ਰਦੇਸ਼ ਤੋਂ ਅਸਲਾ ਆਉਂਦਾ, ਮੱਧ ਪ੍ਰਦੇਸ਼ ਤੋਂ 150 ਪਿਸਟਲ ਫੜਿਆ ਗਿਆ ਇਕੱਠਾ, ਉਹਦੇ ਤੇ ਕੋਈ ਐਕਸ਼ਨ ਨਹੀਂ, ਉਹਦੇ ਤੇ ਕੋਈ ਨਹੀਂ ਵੀ ਉਹ ਦੇਸ਼ ਵਿਰੋਧੀ ਹੈ। ਜਿਹੜੀ ਇਹਨਾਂ ਦੀ ਬਾਕੀ ਦਾ ਇੱਕ ਨਾ ਸਪੋਕਸਮੈਨ ਦੀ ਕੁੜੀ ਨੇ ਇੰਟਰਵਿਊ ਲਿੱਤੀ ਸੀ, ਬੜੀ ਸੋਹਣੀ ਇੰਟਰਵਿਊ ਲਿੱਤੀ ਕੁੜੀ ਨੇ, ਮੈਨੂੰ ਬਹੁਤ ਵਧੀਆ ਲੱਗਿਆ ਜੀ। ਹਾਂ, ਨਿਮਰਤ ਨਾਲ ਹੋਈ ਸੀ ਇੰਟਰਵਿਊ। ਹਾਂਜੀ, ਉਸ ਟਾਈਮ ਤੇ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਹਾਡਾ BJP ਨਾਲ ਕੀ ਅੰਡ-ਗੰਢ ਹੈਗੀ ਹੈ ਜਿਹੜੀ ਤੁਹਾਡੀ ਜੀ, ਮਤਲਬ ਬੋਲ ਕਰਕੇ ਗੱਲ ਨੂੰ ਉੱਥੇ। ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਇਹਨੂੰ ਤੋਂ ਅਸਤੀਫਾ ਲੱਤਾ ਗਿਆ ਉਹਦੇ ਪਿੱਛੇ ਵੀ ਕਾਰਨ ਇਹੀ ਹੈ ਵੀ ਇਹਨਾਂ ਨੇ BJP ਨਾਲ ਨੇੜਤਾ ਜ਼ਿਆਦਾ ਵਧ ਗਈ ਸੀ,
ਕਾਂਗਰਸ ਅੱਗੇ ਜਾ ਕੇ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਵੀ ਅੱਗੇ ਜਾ ਕੇ ਆਪਣੇ ਕੋਲ ਕੋਈ ਵੀ ਕਿਤੇ ਚਾਰਾ ਨਾ ਬਚੇ। ਜੀ ਜੀ, ਥੈਂਕ ਯੂ, ਮਿਹਰਬਾਨੀ। ਪਿਆਰਾ ਸਿੰਘ ਕਹਿੰਦੇ ਜੀ ਭੁੱਲ ਕੇ ਵੀ ਬੀਜੇਪੀ ਚ, ਉਹ ਵੀਰ ਮੇਰਿਆ ਸਿਰਫ ਕਿਸਾਨ ਅੰਦੋਲਨ ਅੜਿੱਕਾ ਹੈ। ਕਿਸਾਨ ਅੰਦੋਲਨ ਦੀਆਂ ਸ਼ਰਤਾਂ ਹੋ ਜਾਂਦੀਆਂ ਨੇ ਤਾਂ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਕੈਪਟਨ ਜੇ ਬੀਜੇਪੀ ਚ ਚਲਾ ਜਾਂਦਾ ਤੇ ਕਾਮਯਾਬ ਹੋਏਗਾ। ਬੀਜੇਪੀ ਵੱਡੀ ਪਾਰਟੀ ਹੈ, ਸਪੋਰਟ ਕਰੇਗੀ ਕਿਉਂਕਿ ਕਾਂਗਰਸ ਮੁਕਤੀ ਕਰਨਾ ਉਹਨਾਂ ਨੇ। ਕਾਂਗਰਸ ਇਦਾਂ ਦੇ ਆਪਣੇ ਫੈਸਲੇ ਲੈ ਲਈਏ ਜਿਹੜੇ ਇਹਨਾਂ ਦੇ ਖਾਤਮੇ ਵੱਲ ਨੇ, ਸੋ ਉਹਦੇ ਚ ਪੰਜਾਬ ਦਾ ਜਿਹੜਾ ਹਿੰਦੂ ਕੇਡਰ ਹੈ ਉਹ ਪ੍ਰਵਾਨ ਕਰ ਲਏਗਾ। ਹੁਣ ਇਹਨਾਂ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਬਣਾ ਦਿੱਤਾ ਤੇ ਕਿੰਨੇ ਕੁ ਲੋਕ ਵਿਰੋਧ ਕਰਦੇ ਨੇ ਲਾਲਪੁਰਾ ਦਾ, ਕਿਉਂਕਿ ਬੰਦੇ ਦਾ ਆਪਣਾ ਕਿਰਦਾਰ ਵੀ ਹੁੰਦਾ ਹੈ। ਉਹ ਬੀਜੇਪੀ ਚ ਗਿਆ, ਸ਼ਰੇਆਮ ਬੀਜੇਪੀ ਦੇ ਨਾਲ ਹੈ ਇਕਬਾਲ ਸਿੰਘ ਲਾਲਪੁਰਾ, ਪਰ ਉਹਨਾਂ ਦਾ ਆਪਣਾ ਇੱਕ ਕਿਰਦਾਰ ਹੈ, ਇਸ ਕਰਕੇ ਉਹਦਾ ਉਨਾ ਵਿਰੋਧ ਨਹੀਂ ਹੁੰਦਾ। ਜੇ ਲੀਡਰ ਮਾਤੜ ਹੈ ਤੇ ਫਿਰ ਉਹਦੇ ਕੱਪੜੇ ਵੀ ਲਾ ਦਿੱਤੇ ਜਾਂਦੇ ਨੇ। ਜੇ ਅਗਲਾ ਤਕੜਾ ਡਾਂਗ ਵਾਲਾ ਤੇ ਨਹੀਂ ਵਿਰੋਧ ਹੋਏਗਾ। ਜੇ ਕੈਪਟਨ ਅਮਰਿੰਦਰ ਸਿੰਘ ਸਮਝੌਤੇ ਨੂੰ ਨੇਪਰੇ ਚੜਾ ਦਿੰਦਾ, ਕਿਤੇ ਨਾ ਕਿਤੇ ਸਾਂਢ-ਗਾਂਢ ਕਰਕੇ ਇਹਨੂੰ ਪਲਾਂਟ ਕਰਦੇ ਨੇ, ਭਾਵੇਂ ਨਵੀਂ ਪਾਰਟੀ ਜਾਂ ਬੀਜੇਪੀ ਨੂੰ ਪ੍ਰਵਾਨ ਕਰ ਲੈਂਦਾ ਹੈ, ਤਾਂ ਤੁਸੀਂ ਵੇਖੋ ਕਿ ਬੀਜੇਪੀ ਆਪਣੀ 65 ਪੰਜਾਬ 'ਚ ਬਣਾ ਸਕਦੀ ਹੈ। 22-23 ਐਮਐਲਏ ਤਾਂ ਆਲਰੇਡੀ ਕੱਢਦੇ ਨੇ, ਪਰ ਉਹਦੇ 'ਚ ਇਹਨਾਂ ਨੂੰ ਕਿਤੇ ਨਾ ਕਿਤੇ ਤਿਕੜਮਬਾਜ਼ੀ ਕਰਨ ਦਾ ਮੌਕਾ ਆਏਗਾ ਜਾਂ ਫਿਰ ਰਾਸ਼ਟਰਪਤੀ ਰਾਜ ਲਾ ਕੇ ਇਹ, ਕਿਉਂਕਿ ਹੁਣ ਏਜੰਸੀਆਂ ਵੀ ਕਈ ਕਾਰੇ ਕਰਨਗੀਆਂ ਕਪਤਾਨ ਦੇ ਹਟਣ ਤੋਂ ਬਾਅਦ। ਜਿਸ ਤਰ੍ਹਾਂ ਦੀ ਕਹਾਣੀ ਹੈ, ਜੇ ਹੁਣ ਕਪਤਾਨ ਸਾਹਿਬ ਕਹਿੰਦਾ ਸੁਰਿੰਦਰ ਵੀਰ ਕਿ 2 ਡਰੋਨ ਲੰਘ ਜਾਂਦੇ ਸੀ, 1 ਫੜਿਆ ਜਾਂਦਾ ਸੀ, ਇਹਦਾ ਮਤਲਬ ਤੁਹਾਡੀ ਨਾਕਾਮੀ ਹੈ। ਜੇ ਤੁਹਾਡੇ ਹੁੰਦਿਆਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਨਾਲ ਸੰਬੰਧ ਰੱਖਦਾ ਤਾਂ ਐਕਸ਼ਨ ਲੈਂਦੇ ਇਹਦੇ ਤੇ। ਫਿਰ ਤੁਸੀਂ ਕੀ ਉਦੋਂ ਦੇਸ਼ ਭਗਤ ਸੀ? ਜੇ ਤੁਹਾਡੀ ਵਜ਼ੀਰ, ਤੁਹਾਡਾ ਇੱਕ ਕਾਂਗਰਸ ਦਾ ਆਗੂ ਪਾਕਿਸਤਾਨ ਨਾਲ ਗਲਤ ਸੰਬੰਧ ਰੱਖਦਾ ਤੇ ਤੁਸੀਂ ਐਕਸ਼ਨ ਨਹੀਂ ਕੀਤਾ, ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ। ਜੀ ਸੁਰਿੰਦਰ ਕਰੋ ਕਿਰਾਂ ਕੰਪਲੀਟ ਪਲੀਜ਼। ਦੇਖੋ ਜੋ ਮਰਜ਼ੀ ਆ, ਹਾਲ ਦੀ ਘੜੀ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਤੋਂ ਜਿੱਦੀ ਉਮੀਦ ਰੱਖੀ ਜਾ ਰਹੀ ਹੈ ਕਿ ਓਡੀ ਹੋਵੇਗੀ। ਹਾਂ, ਬੀਜੇਪੀ ਨਾਲ ਉਹਦੇ ਸੰਬੰਧ ਸੁਖਾਵੇਂ ਆ, ਚਾਹੇ ਉਹ ਅਮਿਤ ਸ਼ਾਹ ਚਾਹੇ ਨਰਿੰਦਰ ਮੋਦੀ ਆ, ਉਹਦੇ ਸੰਬੰਧ ਸੁਖਾਵੇਂ ਸੀ। ਔਰ ਤੁਸੀਂ ਦੇਖੋ ਜਿਹੜਾ ਸੁਰੇਸ਼ ਕੁਮਾਰ ਸੀ ਉਹ ਲਾਇਆ ਹੀ ਇਸੇ ਕੰਮ ਲਈ ਹੋਇਆ ਸੀ। ਸੁਰੇਸ਼ ਕੁਮਾਰ, ਦਿਨਕਰ ਗੁਪਤਾ, ਇਹਨਾਂ ਦਾ ਪਿਛੋਕੜ ਤੇ ਸਵਾਲ ਹੁੰਦੇ ਨੇ ਕਿ ਇਹਨਾਂ ਦੇ ਪਿਛੋਕੜ ਕਿਸ ਪਾਰਟੀ ਵਿਚਾਰਧਾਰਾ ਨਾਲ ਜੁੜਦਾ ਹੈ। ਜੀ ਨਹੀਂ, ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ, ਪਰ ਮੈਂ ਕੈਪਟਨ ਦੀ ਸਿਹਤ ਦੀ ਗੱਲ ਕਰ ਰਿਹਾ। ਜੇ ਸਿਹਤ ਜਿਸ ਹਾਲਾਤ 'ਚ ਉਹਨਾਂ ਦੀ ਇਸ ਵਕਤ ਆ, ਉੱਥੇ ਬਹੁਤਾ ਬੂਰ ਮੈਨੂੰ ਪੈਂਦਾ ਨਹੀਂ ਲੱਗ ਰਿਹਾ। ਹਾਂ, ਪਰਸਨੈਲਿਟੀ ਜ਼ਰੂਰ ਹੈ ਆ, ਪਰਸਨੈਲਿਟੀ ਨੂੰ ਕੈਚ ਕੀਤਾ ਜਾ ਸਕਦਾ, ਪਰ ਸਿਹਤ ਜੇ ਸਾਥ ਦੇਵੇ ਤੇ ਤਾਦੀ ਪਬਲਿਕ 'ਚ ਉੱਠ ਕੇ ਜਾਓਗੇ। ਘਰ ਬੈਠਿਆ ਤਾਂ ਨਹੀਂ ਨਾ ਕੋਈ ਤੁਰੇਗਾ। ਜੋ ਤੁਸੀਂ ਪਾਰਟੀ ਬਣਾਓਗੇ ਕਿੰਨੇ ਕੁ ਲੋਕ ਜਾਣਗੇ? ਇਹ ਤਾਂ ਦੇਖੋ ਪਾਰਟੀ ਨਾਲ ਟੁੱਟ ਕੇ ਕਿੰਨਿਆਂ ਨੇ ਜਾਣਾ। ਮੈਂ ਹਾਲਾਤਾਂ ਦੇਖੀਆਂ ਨੇ, ਇੱਥੇ ਹਰਚਰਨ ਸਿੰਘ ਬਰਾੜ ਦੀ ਵੀ ਹਾਲਾਤ ਦੇਖੀ, ਇੱਥੇ ਰਜਿੰਦਰ ਕੌਰ ਭੱਟਲ ਦੀ ਵੀ ਦੇਖੀ ਆ, ਇੱਥੇ ਦਰਬਾਰਾ ਸਿੰਘ ਦੀ ਦੇਖੀ, ਇੱਥੇ ਗਿਆਨੀ ਜੈਲ ਸਿੰਘ ਦੀ ਦੇਖੀ ਆ, ਠੀਕ ਹੈ ਨਾ, ਇੱਥੇ ਪ੍ਰਤਾਪ ਸਿੰਘ ਕਹਿਰੋ ਦੀ ਦੇਖੀ ਹੋਈ ਆ। ਇਸ ਕਰਕੇ ਜਿਹੜਾ ਵਿਅਕਤੀ ਪਾਰਟੀ ਨਾਲੋਂ ਟੁੱਟਦਾ, ਜੇ ਪਾਰਟੀ ਤੋਂ ਵੱਖ ਹੋ ਕੇ ਚੱਲਣ ਦੀ ਕੋਸ਼ਿਸ਼ ਕਰਦਾ, ਬਹੁਤਾ ਕਰਕੇ ਕਾਮਯਾਬ ਨਹੀਂ ਹੁੰਦਾ। ਇਸ ਕਰਕੇ ਏਡੀ ਵੱਡੀ ਖੈਰ ਇੱਕ ਆਪਣੇ ਨਾਲ ਕਾਲਰ ਜੁੜੇ ਨੇ ਲਾਸਟ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਇੰਦਰਪ੍ਰੀਤ ਟਵਾਣਾ ਮੌਂਟਰੀਅਲ ਤੋਂ ਸਵਾਗਤ ਹੈ ਤੁਹਾਡਾ। ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂ, ਬਾਕੀ ਤਾਂ ਦੇਖੋ ਕੋਈ ਹਾਲੇ ਤਾਂ ਆਪਾਂ ਜਿਵੇਂ ਕੈਪਟਨ ਅਮਰਿੰਦਰ ਦੀ 2 ਸਾਲ ਦੀ ਕਿਆਸਰਾਈ ਤਾਂ ਨਹੀਂ ਲਾ ਸਕਦੇ, ਕਿਉਂਕਿ ਮੈਨੂੰ ਲੱਗਦਾ ਜਦੋਂ ਕੋਈ ਵੀ ਰਾਜਾ ਹੁੰਦਾ ਨਾ ਉਹਦੀ ਸੱਤਾ ਜਾਂਦੀ, ਉਹ ਜ਼ਿਆਦਾ ਦੇਰ ਟਾਈਮ ਨਹੀਂ ਕੱਢਦਾ। 6-8 ਮਹੀਨੇ ਹਲੇ ਕ੍ਰਿਟੀਕਲ ਨੇ। ਇਹ ਤਾਂ ਜਿਵੇਂ ਕੱਲ ਬੋਲ ਰਹੇ ਸੀਗੇ, ਬਿਨਾਂ ਸਾਹ ਚੜੇ, ਇਹਨਾਂ ਕੋਲ ਬੜੀਆਂ ਭਸਮਾਂ ਦਵਾਈਆਂ ਨੇ, ਉਹਦੇ ਨਾਲ ਇਹ ਬੰਦੇ ਨੂੰ ਖੜਾ ਕਰ ਦਿੰਦੇ ਨੇ ਸਟੀਰੋਇਡਸ ਦੇ ਨਾਲ, ਵੀ ਅੱਜ ਦਾ ਦਿਨ ਭਾਈ ਤੂੰ ਜਿਵੇਂ ਦੀਵੇ ਨੇ ਬੁਝਣ ਤੋਂ ਪਹਿਲਾਂ ਕਰਨਾ ਹੁੰਦਾ ਨਾ, ਉਹ ਫਿਰ ਚੰਗੀ ਤਰ੍ਹਾਂ ਮੱਚਦਾ। ਦੂਸਰੀ ਗੱਲ ਬਾਈ ਜੀ, ਜਿਹੜੀ ਨਾ ਬੀਜੇਪੀ ਨੂੰ ਰਾਸ ਆਉਂਦੀ ਹੈ, ਜਿਹੜੀਆਂ ਛੋਟੀ-ਛੋਟੀਆਂ ਖੇਤਰੀ ਪਾਰਟੀਆਂ ਨੇ ਨਾ, ਖਾਸ ਕਰਕੇ ਜਿੱਥੇ 10 MP ਦੀਆਂ ਸੀਟਾਂ ਨੇ 10-20 ਦੇ ਵਿੱਚ, ਉਹ ਛੋਟੀ ਪਾਰਟੀ ਨੂੰ ਵੀ ਪਨਪਣ ਦੇ ਦਿੰਦੀਆਂ ਨੇ। ਉਹਨਾਂ ਦਾ ਮੇਨ ਟਾਰਗੇਟ ਹੈ ਕਾਂਗਰਸ ਨੂੰ ਖਤਮ ਕਰਨਾ। ਹੁਣ ਜੇ ਆਪਣੀ ਆਮ ਆਦਮੀ ਵੀ ਇਹਨਾਂ ਨੂੰ ਆਉਂਦੀ ਹੈ ਨਾ ਪੰਜਾਬ 'ਚ, ਇਹਨਾਂ ਨੂੰ ਕੋਈ ਖਾਸ ਫਰਕ ਨਹੀਂ ਹੈਗਾ ਉਹਦਾ। ਹਾਂਜੀ ਹਾਂ, ਤੇ ਇਹਨਾਂ ਨੂੰ ਕਦੇ ਘੁੱਟ ਲੈਂਦੇ ਨੇ ਇਹੋ ਜਿਵੇਂ ਬੀਜੇਪੀ ਵਾਲੇ। ਅੱਜ ਦੀ ਪਾਰਟੀਆਂ ਤੋਂ ਜਦੋਂ ਮਰਜ਼ੀ ਭਮੋੜ ਲੈਣ, ਇਸ ਕਰਕੇ ਕੋਈ ਖੇਤਰੀ ਪਾਰਟੀ ਬਣਾ ਦੇਣਗੇ, ਆਪਣੇ ਨਾਲ ਬੰਦੇ ਸਪੋਰਟ ਕਰਨਗੇ, ਬੀਜੇਪੀ ਸਪੋਰਟ ਕਰੇਗੀ। ਪਹਿਲਾਂ ਵੀ ਤਾਂ ਹੁੰਦਾ ਨਹੀਂ, ਉਹ ਜਿਹੜੇ ਬੀਜੇਪੀ ਦੀ ਵੋਟ ਇੱਧਰ ਭੁਗਤਾ ਦਿੱਤੀ ਜਾਏਗੀ। ਕੋਈ ਨਵੀਂ ਪਾਰਟੀ, ਕੋਈ ਕੇਡਰ ਖੜਾ ਕਰ ਸਕਦੇ ਨੇ ਬੀਜੇਪੀ ਦੀ ਸਪੋਰਟ ਨਾਲ, ਬਾਕੀ EVM ਦੇਵੀ ਵੀ ਕਿਰਪਾ ਕਰੇਗੀ ਨਾ। ਜੀ ਹਾਂਜੀ, ਬਾਕੀ ਜਿਹੜਾ ਵਿਚਾਰਾ ਹੁਣ ਚੰਨੀ ਤੇ ਤਾਂ ਮੈਨੂੰ ਤਰਸ ਹੀ ਆਉਂਦਾ, ਵੀ ਜਿਵੇਂ ਉਹ ਇੱਕ ਭੱਲਾ ਕਹਿੰਦਾ ਹੁੰਦਾ ਸੀਗਾ, ਮਤਲਬ ਨਾ ਇੱਕ ਟਾਇਰ ਪੈਂਚਰ ਲਾਉਣ ਵਾਲਾ ਟਿਊਬ ਦੇ ਉੱਪਰ ਉਹ ਰੇਗ ਮਾਰ ਜਾਂ ਘਸਾਈ, ਉਹ ਕਹਿੰਦਾ ਵੀ ਤੂੰ ਸਲੋਸ਼ਨ ਤਾਂ ਲਾ ਲੈ, ਕੱਲਾ ਉਹਦੇ ਨਾਲ ਹੀ ਘਸਾਈ ਜਾਣਾ। ਉਹ ਹਾਲ ਉਹਦਾ ਵਿਚਾਰੇ ਦਾ ਹੋਣਾ। ਉਹਨੂੰ ਸਾਰੇ ਬੰਦੇ ਆਲੇ ਦੁਆਲੇ ਘਸਾਉਣ ਵਾਲੇ ਨੇ, ਜਿਵੇਂ ਸਿੱਧੂ ਖੜਾ ਸੀ
ਉਹ ਬੰਦੇ ਤੇ ਤਾਂ ਇੰਨਾ ਪ੍ਰੈਸ਼ਰ ਹੋ ਜਾਣਾ, ਜਾਂ ਤਾਂ ਉਹ ਸੀਟ ਵਾਸਤੇ ਬੰਦਾ ਕਮਲਾ ਹੋਵੇ ਵੀ ਜਿਹੜਾ ਆਪਣੇ ਦਿਲ ਤੇ ਹੀ ਨਾ ਲਵੇ ਜੋ ਮਰਜ਼ੀ ਹੋਈ ਜਾਂਦਾ, ਜਾਂ ਫਿਰ ਜੇ ਜ਼ਿਆਦਾ ਆਪਣਾ ਸੈਲਫ ਸਟੀਮ ਵਾਲਾ ਬੰਦਾ ਹੋਊਗਾ ਉਹਨੂੰ ਇਹ ਸਾਰੇ ਜਿਵੇਂ ਆਲੇ ਦੁਆਲੇ ਬੱਬਰ ਸ਼ੇਰ ਖੜੇ ਸੀ ਆਪਣੇ ਆਪ 'ਚ ਤਾਂ ਬੱਬਰ ਸ਼ੇਰ ਹੀ ਕਹਾਉਂਦੇ ਨੇ, ਸਿੱਧੂ ਹੋ ਗਿਆ, ਰੰਧਾਵਾ, ਤੇ ਇਹਨਾਂ ਨੇ ਨਹੀਂ ਉਹਨੂੰ ਮਤਲਬ ਉਹਦਾ ਟਾਈਮ ਔਖਾ ਹੋਣਾ ਤੇ ਉਹ ਮਤਲਬ ਮੇਰੇ ਹਿਸਾਬ ਨਾਲ ਉਹ ਤਗਮੇ ਲੈ ਕੇ ਜਾਊਗਾ, ਜਿਵੇਂ ਕਹਿੰਦੇ ਨੇ ਨਾ ਵੀ ਉਹਦੇ ਸਟਾਰ ਇਹੋ ਜਿਹੇ ਲੱਗਣਗੇ, ਉਹ ਦੁਬਾਰਾ ਵੀ ਸਿਆਸਤ ਉਹਦੀ ਟਫ ਹੋ ਜਾਣੀ ਹੈ। ਬਾਈ ਜੀ ਧੰਨਵਾਦ। ਥੈਂਕ ਯੂ ਟਵਾਣਾ ਸਾਹਿਬ, ਥੈਂਕ ਯੂ। ਚਲੋ ਪੰਡਤ ਦੇ ਕਹੇ ਤੇ ਵੱਡਾ ਉਹਦਾ ਤਾਂ ਮਿਲ ਗਿਆ। ਤੇ ਸੁਰਿੰਦਰ ਵੀਰ ਕਰੋ ਸਮਾਪਤੀ ਵੱਲ ਨੂੰ। ਇੱਕ ਸਵਾਲ ਸੀ ਕਿਸੇ ਦਾ ਕਿ ਸਿੱਧੂ ਦੀ ਸਹਿਮਤੀ ਨਾਲ ਹੋਇਆ ਸਾਰਾ ਕੁਝ? ਸਹਿਮਤੀ ਤਾਂ ਸਿੱਧੂ ਦੀ ਹੈਗੀ ਆ ਜੀ। ਦੇਖੋ ਮੈਂ ਪਹਿਲਾਂ ਕਿਹਾ ਸੀ, ਚਾਹੇ ਚੰਨੀ ਬਣ ਗਿਆ, ਚਾਹੇ ਸੁਖਜਿੰਦਰ ਰੰਧਾਵਾ ਬਣ ਜਾਂਦਾ, ਚਾਹੇ ਤ੍ਰਿਪਤ ਰਜਿੰਦਰ ਬਾਜਵਾ ਬਣ ਜਾਂਦਾ, ਚਾਹੇ ਸੁਨੀਲ ਜਾਖੜ ਬਣ ਜਾਂਦਾ, ਭਾਵੇਂ ਬਣ ਜਾਂਦਾ ਸਿੱਧੂ, ਖੇਮਾ ਇੱਕ ਹੈ, ਅਲੱਗ ਨਹੀਂ ਹੈ। ਔਰ ਇਸੇ ਕਰਕੇ ਇਸ ਖੇਮੇ ਨੂੰ ਤਕਰੀਬਨ ਤੁਸੀਂ ਲਾ ਕੇ ਚੱਲੋ ਕਿ 12 ਵੋਟਾਂ ਬਾਹਰ ਗਈਆਂ ਨੇ 80 ਚੋਂ, 12 ਬਾਹਰ ਗਈਆਂ ਨੇ, ਤੇ ਇੱਥੋਂ ਅੰਦਾਜ਼ਾ ਲਾ ਲਓ ਇਹਨਾਂ ਕੋਲੇ 68 ਦਾ ਅੰਕੜਾ ਹੈਗਾ। 68 ਜਿਹੜੇ ਸੀ ਉਹ ਫੇਵਰ 'ਚ ਭੁਗਤੇ ਨੇ ਇਸ ਗਰੁੱਪ ਦੀ 'ਚ। ਔਰ ਆਪਾਂ ਜਿਹੜੀਆਂ ਗੱਲਾਂ ਪਹਿਲਾਂ ਕਰਦੇ ਸੀ ਕਿ 64 MLA ਉਸ ਵੇਲੇ ਰਾਹੁਲ ਗਾਂਧੀ ਨੂੰ ਲਿਖ ਕੇ ਦੇ ਆਏ ਸੀ ਕਿ ਸਾਨੂੰ ਕੈਪਟਨ ਦੀ ਅਗਵਾਈ 'ਚ ਭਰੋਸਾ ਨਹੀਂ ਹੈ, ਕਿ ਉਹ ਸੱਚ ਨਿਕਲੀ। ਔਰ ਅੱਜ ਇਹਨਾਂ ਦੇ ਜਦੋਂ ਪਰਨੀਤ ਕੌਰ ਦਾ ਨਾਮ ਰੱਖਿਆ ਗਿਆ, ਟੋਟਲ 12 MLA ਗਏ ਨੇ, 11 ਹੀ ਭੁਗਤੇ ਆ, 12ਵਾਂ ਤਾਂ ਪਰਨੀਤ ਕੌਰ ਨੇ ਕਹਿ ਦਿੱਤਾ ਸੀ ਮੇਰਾ ਪਤੀ ਮੈਨੂੰ ਵੋਟ ਪਾਊਗਾ। ਠੀਕ ਆ, ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਹਾਲਾਤ ਕੀ ਨੇ। ਬਾਕੀ ਰਹੀ ਤੁਸੀਂ ਕੈਪਟਨ ਦੀ ਗੱਲ ਕਰਦੇ ਹੋ, ਮੈਨੂੰ ਤਾਂ ਉਹਨਾਂ ਵਾਲਾ ਜਿਹੜਾ ਨਾ ਉਹ ਕੀ ਕਹਿੰਦੇ ਹੁੰਦੇ ਆ ਆਪਣਾ ਚੱਲੂਗਾ, ਉਹਨਾਂ ਦਾ ਕੀ ਕਹਿੰਦੇ ਹੁੰਦੇ ਆ ਆਪਣਾ ਜਿਹੜਾ ਬਾਹਰ ਆ, ਉਹ ਬੜਾ ਵਧੀਆ ਲੱਗਦਾ ਵਾ। ਠੀਕ ਹੈ, ਮੈਂ ਪੋਸਟ ਵੀ ਪਾਈ ਆ ਵੀ ਮੁੱਖ ਮੰਤਰੀ ਦੇ ਉਹਦੇ ਤੋਂ ਤਾਂ ਹਟਾ ਸਕਦੇ ਹੋ ਨਾ, ਤੇ ਮੇਰਾ ਘੱਟੋ ਘੱਟ ਜਿਹੜਾ ਵਾ ਕੀ ਕਹਿੰਦੇ ਹੁੰਦੇ ਆ ਸੀਗਾ ਜਿਹੜੀ ਬਾਹਰ ਚੱਲਦੀ ਉਹ ਤਾਂ ਬੰਦ ਕਰਕੇ ਦਿਖਾ ਦਿਓ। ਠੀਕ ਹੈ ਨਾ, ਹਾਂ ਹਾਤਾ ਥੋੜੀ ਬੰਦ ਕਰ ਦੇਣਗੇ, ਹਾਤਾ ਵੈਸੇ ਬਹੁਤ ਵਧੀਆ ਚੱਲੂਗਾ। ਐਵੇਂ ਗਲਤੀਆਂ ਕਰ ਰਿਹਾ ਬਹੁਤਾ, ਕਿਤੇ ਜਾਣ ਜੂਣ ਦੀ ਲੋੜ ਨਹੀਂ, ਆਰਾਮ ਨਾਲ ਭੇਡੂ ਵੱਡ ਸਾਰੇ ਹੀ ਖਤਮ ਕਰ ਦੇਣ, ਕੰਮ ਹੀ ਨਿਬੇੜ ਦੇਣ। ਠੀਕ ਹੈ ਨਾ, ਉਹ ਵਧੀਆ ਰਹੂਗਾ। ਬੀਜੇਪੀ ਕਰਾਏਗੀ ਵੀਰਿਆ, ਤੁਸੀਂ ਦੇਖਦੇ ਜਾਇਓ। ਤੁਸੀਂ ਅੱਜ ਭਾਵੇਂ ਨਾ ਮੰਨੋ, ਹੋਏਗਾ ਕੋਈ ਨਹੀਂ, ਆਪਾਂ ਰੋਜ਼ ਮਿਲਿਆ ਕਰਨਾ, ਗੱਲਬਾਤ ਹੋਏਗੀ ਕੁਛ ਨਾ ਕੁਛ। ਤੇ ਢਾਬੇ ਦੀ ਤਾਂ ਕੀ ਲੋੜ ਹੈ, ਕਪਤਾਨ ਸਾਹਿਬ ਕੋਲ ਬਥੇਰਾ ਰਿਪੋਰਟ ਹੈ। ਤੇ ਗੱਲ ਇਹ ਆ ਕਿ ਬੀਜੇਪੀ ਵਰਤੇਗੀ ਇਸ ਬੰਦੇ ਨੂੰ, ਪਹਿਲਾਂ ਵੀ ਵਰਤਿਆ ਹੀ ਆ ਤੇ ਹੁਣ ਵੀ ਵਰਤੇਗੀ, ਬੁਰੀ ਤਰ੍ਹਾਂ ਵਰਤੇਗੀ। ਸੁਰਿੰਦਰ ਵੀਰ ਦੁਆ ਕਰੀਏ ਕਿ ਹਾਲਾਤ ਠੀਕ ਰਹਿਣ, ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨਾ ਕਿ 2 ਡਰੋਨ ਲੰਘ ਗਏ, 1 ਫੜਿਆ ਗਿਆ, ਉਹ ਬੜਾ ਕੁਛ ਕਰਨਗੇ। ਏਜੰਸੀਆਂ ਜਿਹੜੀ ਆ ਸੈਂਟਰ ਗਵਰਨਮੈਂਟ ਤੇ ਕਿਤੇ ਨਾ ਕਿਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਫੇਲੀਅਰ ਕਰਨਗੀਆਂ, ਕਿਉਂਕਿ ਕੈਪਟਨ ਪਸੰਦੀਦਾ ਮੁੱਖ ਮੰਤਰੀ ਸੀ ਬੀਜੇਪੀ ਦਾ, ਇਸ ਕੋਈ ਦੋਰਾਵਾ ਨਹੀਂ। ਤੇ ਇਹ ਚੰਨੀ ਜਾਂ ਉਹ ਇਹ ਬੀਜੇਪੀ ਨਾਲ ਇਹਨਾਂ ਨੂੰ ਨਾ ਤਾਂ ਕੋਈ ਪੈਸਾ ਮਿਲਣਾ ਤੇ ਨਾ ਇਹਨਾਂ ਦੇ ਪੈਰ ਲੱਗਣ ਦੇਣੇ ਆ ਬੀਜੇਪੀ ਨੇ। ਇਹ ਕੰਧ ਤੇ ਲਿਖਿਆ ਸੱਚ ਹੈ ਜੀ। ਸੁਰਿੰਦਰ ਵੀਰ ਨਹੀਂ, ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹਾਂ ਕਿ ਮਿਲਣਾ ਕੇਂਦਰ 'ਚ ਕੁਛ ਨਹੀਂ ਹੈ। ਮੈਂ ਉਹਦੇ ਨਾਲ ਸਹਿਮਤ ਹਾਂ ਕਿ ਜੋ ਕੁਛ ਕੈਪਟਨਸੀ ਕੇਂਦਰ ਲਈ ਉਹ ਕੁਛ ਚਰਨਜੀਤ ਚੰਨੀ ਨਹੀਂ ਹੋ ਸਕਦਾ, ਮੈਂ ਉਹਦੇ ਨਾਲ ਸਹਿਮਤ ਹਾਂ। ਹਰ ਪੱਖੋਂ ਕਮਜ਼ੋਰ ਕਰਨਗੇ ਪੰਜਾਬ ਕਾਂਗਰਸ ਨੂੰ। ਪੰਜਾਬ ਕਾਂਗਰਸ ਜਾਂ ਹਾਈ ਕਮਾਂਡ ਸਿਆਣਪ ਕਰਦੀ, ਕੋਈ ਸਟਰੋਂਗ ਆਗੂ ਬਣਾਉਂਦੀ ਤਾਂ ਇਹ ਪੈਰ ਲਾ ਸਕਦੇ ਸੀ ਲੋਕਾਂ ਦੇ ਸਹਿਯੋਗ ਨਾਲ। ਪਰ ਹੁਣ ਇਹਨਾਂ ਨੇ ਕਮਜ਼ੋਰ ਲੀਡਰ ਚੁਣ ਲਏ ਨੇ, ਸੋ ਇਸ ਕਰਕੇ ਤਾਂ ਇੱਕ ਆਪਣੀ ਕਮਜ਼ੋਰੀ, ਇੱਕ ਲੋਕਾਂ ਨੇ। ਤੁਸੀਂ ਵੇਖੋ ਵੋਟਾਂ ਪਵਾ ਕੇ ਵੇਖ ਲਓ, ਫੇਸਬੁੱਕ ਆਮ ਮੈਂ ਸਾਰੀਆਂ ਪੜਚੋਲੀਆਂ ਐਵੇਂ ਨਹੀਂ ਪੋਸਟ ਪਾ ਦਿੰਦੇ ਕਿ ਲੋਕ ਓਪੀਨੀਅਨ ਕੀ ਹੈ। ਆਪਣੇ ਇੱਕ ਮਨਜੀਤ ਸਿੰਘ ਨੇ ਉਹ ਵੀ ਮੈਨੂੰ ਆਖਿਆ ਕਿ ਤੁਹਾਨੂੰ ਜੱਟ ਪਸੰਦ ਨਹੀਂ, ਅਦਰਵਾਈਜ਼ ਪਬਲਿਕ ਓਪੀਨੀਅਨ ਦੇ ਵਿੱਚ, ਪਬਲਿਕ ਡੋਮੇਨ ਦੇ ਵਿੱਚ 5% ਲੋਕ ਨੇ ਜਿਹੜੇ ਚੰਨੀ ਨੂੰ ਪ੍ਰਵਾਨ ਕਰਦੇ ਨੇ। ਅਦਰਵਾਈਜ਼ ਠੀਕ ਹੈ, ਉਹਨਾਂ ਦੀ ਵਾਲ ਤੇ 1500 ਪੋਸਟਾਂ ਪੈ ਗਈਆਂ, ਕਈਆਂ ਨੂੰ ਤਾਂ ਐਂ ਲੱਗਦਾ ਵਧਾਈਆਂ ਦੇਈਏ ਜੀ, ਸਾਹਿਬ ਹੱਥ ਵਡਾਈਆਂ, ਤਿਸ ਭਾਵੇਂ ਤਿਸ ਦੇ, ਕੋਈ ਗੁਰਬਾਣੀ ਕੋਟ ਕਰਦਾ। ਉਹ ਭਾਈ ਤੁਹਾਡੇ ਕੰਮ ਕੋਈ ਨਹੀਂ ਹੋਣੇ, ਕੋਈ ਨਹੀਂ ਵੇਖਦਾ ਫੇਸਬੁੱਕ ਕਿ ਕੌਣ ਕੀ ਕਮੈਂਟ ਕਰਦਾ। ਹਾਂ ਤੁਸੀਂ ਇੰਗੇਜਡ ਕਮੈਂਟ ਪਾਉਂਦੇ ਹੋ, ਉਹ ਜ਼ਰੂਰ ਨੋਟਿਸ ਹੁੰਦਾ, ਜਿਵੇਂ ਮੇਰਾ ਕਮੈਂਟ ਆ ਨੋਟਿਸ ਹੋਏਗਾ। ਅਸੀਂ ਤਾਂ ਮਤਲਬ ਸੱਤਾ ਦੇ ਨਾਲ ਲੜਦੇ ਹਾਂ, ਸੱਪ ਦੀ ਸਿਰੀ ਤੇ ਪੈਰ ਰੱਖਣ ਦਾ ਸਾਨੂੰ ਤਾਂ ਜਨੂਨ ਹੈ, ਸ਼ੌਕ ਹੈ, ਬੜੇ ਸੱਪ ਕੁੱਟਿਆ ਹੁਣ ਤੱਕ। ਸੋ ਇਸ ਕਰਕੇ ਸਾਡੀ ਤਾਂ ਜਿਹੜੀ ਲੜਾਈ ਹੈ ਨਾ ਆਵਾਮ ਦੇ ਹੱਕ 'ਚ ਤੇ ਨਿਜ਼ਾਮ ਦੇ ਵਿਰੋਧ 'ਚ, ਭਾਵੇਂ ਚੰਨੀ ਆ ਜਾਏ, ਭਾਵੇਂ ਜੇ ਸਿੱਧੂ ਵੀ ਆਉਂਦਾ, ਰੰਧਾਵਾ ਵੀ ਆਉਂਦਾ। ਰੰਧਾਵੇ ਦੀ ਤਾਂ ਪਹਿਲਾਂ ਹੀ ਆਲੋਚਨਾ ਕਰਦੇ ਹਾਂ, ਸਿੱਧੂ ਜਿੱਥੇ ਗਲਤ ਹੈ ਕਿ ਬੜਬੋਲਾ ਉਦੋਂ ਹੀ ਆਲੋਚਨਾ ਕਰਦੇ ਹਾਂ, ਕਿਉਂਕਿ ਆਪਾਂ ਜਾ ਕੇ ਇਹ ਨਹੀਂ ਨਾ ਕਹਿਣਾ ਕਿ ਹਾਂ ਟਵਾਣਾ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ। ਇਹ ਗੱਲ ਆਪਾਂ ਇਸ ਤਰ੍ਹਾਂ ਦੇ ਟਰੈਪ 'ਚ ਨਹੀਂ ਆਉਂਦੇ ਹੁੰਦੇ, ਹੈ ਨਾ, ਤੇ ਨਾ ਆਪਾਂ ਨੂੰ ਲੋੜ ਹੈ।
कि ਅਸੀਂ ਇੰਟਰਵਿਊ ਲਈ ਸਾਨੂੰ ਸਿੱਧੂ ਟਾਈਮ ਦੇਵੇ। ਜੇ ਸਿੱਧੂ ਕੈਪਟਨ ਚੰਨੀ ਟਾਈਮ ਨਹੀਂ ਦੇਊ, ਸਾਡਾ ਕਿਹੜਾ ਟਾਈਮ ਨਹੀਂ ਨਿਕਲੂ। ਸਾਡੇ ਕੋਲ ਤਾਂ ਆਪਣੀ ਗੱਲ ਕਰਨ ਦਾ ਬਹੁਤ ਘੱਟ ਟਾਈਮ ਹੁੰਦਾ, ਦੂਜੇ ਨੂੰ ਰੋਕਦੇ। ਸੁਰਿੰਦਰ ਕਹੂਗਾ ਯਾਰ ਤੂੰ ਰੁਕ ਜਾ, ਮੈਂ ਕਹੂੰ ਯਾਰ ਤੂੰ ਰੁਕ ਜਾ। ਸਾਡੇ ਕੋਲ ਤਾਂ ਆਪਣਾ ਕੰਟੈਂਟ ਹੀ ਨਹੀਂ ਨਿਬੜਦਾ। ਸੋ ਇਸ ਕਰਕੇ ਇਹ ਜਿਹੜੇ ਇੱਕ ਪਬਲਿਕ ਡੋਮੇਨ ਦੇ ਜਰਨਲਿਸਟ ਹੁੰਦੇ ਨੇ, ਇੱਕ ਪੋਲੀਟੀਕਲ ਜਰਨਲਿਸਟ ਹੁੰਦੇ ਨੇ, ਜਿਨ੍ਹਾਂ ਨੇ ਸਰਕਾਰਾਂ ਤੋਂ ਕੰਮ ਲੈਣੇ ਨੇ, ਬਦਲੀਆਂ ਦੇ ਪੈਸੇ ਖਾਣੇ ਨੇ ਜਾਂ ਆਪਣੇ ਕੰਮ ਕਢਾਉਣੇ ਨੇ। ਸਾਨੂੰ ਕਿਸੇ ਤੋਂ ਹੋ ਨਹੀਂ, ਅਸੀਂ ਆਪਣੀ ਰੁੱਖੀ ਰੋਟੀ ਨਾਲ ਬਹੁਤ ਖੁਸ਼ ਹਾਂ। ਸੋ ਪਬਲਿਕ ਦੇ ਹੱਕ ਦੀ ਜਿਹੜੀ ਹੈ ਪੱਤਰਕਾਰੀ ਕੀਤੀ ਹੈ ਤੇ ਕਰਾਂਗੇ। ਜਿੱਥੇ ਜਿਹੜਾ ਗਲਤ ਆਲੋਚਨਾ ਨਿੱਠ ਕੇ ਕਰਾਂਗੇ। ਜੀ ਸੁਰਿੰਦਰ ਜੀ। ਨਹੀਂ ਬਿਲਕੁਲ, ਮੈਂ ਦੇਖੋ ਗੱਲ ਇਹ ਆ ਕਿ ਉਹ ਠੀਕ ਆ, ਜਿਹਨੂੰ ਜੋ ਚੰਗਾ ਲੱਗਦਾ ਉਹ ਕਰਦਾ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿੰਨੀਆਂ ਮਠਿਆਈਆਂ ਲੰਬੇ ਸਮੇਂ ਤੋਂ ਬੇਕਾਰ ਪਈਆਂ ਸੀ, ਅੱਜ ਸਾਰੀਆਂ ਜਿਹੜੀਆਂ ਉਹ ਵਰਤੀਆਂ ਗਈਆਂ। ਠੀਕ ਹੈ, ਅੰਬਿਕਾ ਸੋਨੀ ਦਿੱਲੀ ਰਾਹੁਲ ਗਾਂਧੀ ਨੂੰ ਮਿਲ ਕੇ ਲੰਘੀ ਤੇ ਉਹਦਾ ਲਾਲਾ ਕਰਤੀ। ਅੰਬਿਕਾ ਸੋਨੀ ਦਾ ਫਾਈਨਲ ਹੋ ਗਿਆ, ਰਾਤ ਦੂਜੇ ਦਾ ਸੁਨੀਲ ਜਾਖੜ ਦਾ ਫਾਈਨਲ ਹੋ ਗਿਆ, ਸੁੱਖੀ ਰੰਧਾਵੇ ਦਾ ਫਾਈਨਲ ਹੋ ਗਿਆ, ਨਵਜੋਤ ਸਿੱਧੂ ਦਾ ਫਾਈਨਲ ਹੋ ਗਿਆ। ਹੁਣ ਪੇਚ ਫਸ ਗਿਆ। ਉਹ ਜਦੋਂ ਪੇਜ ਫਸਾਉਣ ਉਹ ਨਵੇਂ ਡੱਬੇ ਖਰੀਦ ਲੈ ਜਾਣ, ਉਹ ਨਵੇਂ ਵੱਲ ਤੁਰ ਪੈਣ। ਮਤਲਬ ਸਵੇਰ ਦਾ ਜੇ ਡੱਬੇ ਖਰੀਦਣ ਦਾ ਹੀ ਸਿਲਸਿਲਾ ਕੱਲ ਸ਼ਾਮ ਦਾ ਚੱਲੀ ਜਾਂਦਾ, ਪਰ ਮਠਿਆਈਆਂ ਦਾ ਢੇਰ ਇੰਨੇ ਕੋ ਲੱਗ ਹੈ। ਆਪ ਤਾਂ ਖਾਣੇ ਨਹੀਂ ਕਿਸੇ ਲੀਡਰਾਂ ਨੇ, ਉਹ ਪਤਾ ਨਹੀਂ ਹੁਣ ਕਿਹਦੇ ਮੂੰਹ 'ਚ ਜਾਣਗੇ, ਕੀ ਕੁਛ ਹੋਊਗਾ। ਪਕੌੜੇ ਖਾਣ ਵਾਲੇ ਵੀਰ, ਪਕੌੜਿਆਂ ਵਾਲਾ ਪੰਜਾਬ ਹੈ। ਸਭ ਛਕ ਜਾਣਾ ਲੋਕਾਂ ਨੇ ਗੰਦ ਪਿੱਲ। ਸੋ ਸੁਰਿੰਦਰ ਵੀਰ ਲਈਏ ਫਿਰ ਆ ਗਿਆ। ਸੋ ਬਹੁਤ ਬਹੁਤ ਧੰਨਵਾਦ ਸਰੋਤਿਆਂ ਦਾ। ਤੇ ਸਵੇਰੇ 6 ਵਜੇ ਫਿਰ ਕਰਦੇ ਹਾਂ ਲੇਖਾ ਜੋਖਾ ਖੁੱਲ ਕੇ। ਸੋ ਆਪ ਸਭ ਸੱਜਣਾ ਦਾ ਬਹੁਤ ਧੰਨਵਾਦ। ਤੇ ਇੱਕ ਗੱਲ ਵੀਰਿਆ ਯਾਦ ਰੱਖੋ, ਤੇ ਅਸੀਂ ਨਾ ਤਾਂ ਕਿਸੇ ਜਾਤ ਵਿਸ਼ੇਸ਼ ਤੇ ਨਾ ਕਿਸੇ ਪਾਰਟੀ ਵਿਸ਼ੇਸ਼, ਨਾ ਕਿਸੇ ਵਿਚਾਰਧਾਰਾ ਵਿਸ਼ੇਸ਼, ਇੱਥੋਂ ਤੱਕ ਕਿ ਇਹ ਨਹੀਂ ਕਿ ਅਸੀਂ ਨਾਸਤਿਕ ਹਾਂ। ਸਿੱਖ ਧਰਮ ਦੇ ਵਿੱਚ ਮੇਰੀ ਪੂਰਨ ਆਸਥਾ, ਪਰ ਅਸਲ ਗੁਰੂ ਨਾਨਕ ਸਾਹਿਬ ਵਾਲਾ ਜੋ ਅਸਲ ਧਰਮ ਹੈ, ਜੋ ਗੁਰਮਤ ਅਨੁਸਾਰ ਹੈ, ਜੋ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਤੇ ਸਾਡੇ ਗੁਰੂ ਨੇ ਤਾਂ ਰੱਬ ਤੇ ਵੀ ਸਵਾਲ ਖੜੇ ਕਰਨ ਦੀ ਸਾਨੂੰ ਜਿਹੜੀ ਹੈ ਤੌਫੀਕ ਬਖਸ਼ੀ ਹੋਈ ਹੈ ਕਿ ਇਤੀ ਮਾਰ ਪਈ ਕਰ ਲਾਣਾ ਤੈ ਕੀ ਦਰਦ ਨਾ ਆਇਆ। ਸੋ ਇਸ ਕਰਕੇ ਜਿੱਥੇ ਭਾਵੇਂ ਸਭ ਤੋਂ ਵੱਡੀ ਸੁਪਰੀਮ ਪਾਵਰ ਵੀ ਕਿਸੇ ਦੇ ਲੋਕਾਂ ਦਾ ਦਰਦ ਜਦੋਂ ਨਹੀਂ ਚੱਲਦੀ, ਉਸ ਨੂੰ ਵੀ ਸਵਾਲ ਕਰਨ ਦੀ ਸਮਰੱਥਾ ਬਖਸ਼ੀ ਹੈ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਸਮਰੱਥਾ ਬਖਸ਼ੀ ਹੈ ਕਿ ਜਿਹੜਾ ਸਿੱਖ ਹੈ ਉਹ ਮੈਨੂੰ ਵੀ ਸਵਾਲ ਕਰ ਸਕਦਾ। ਸੋ ਇਸ ਕਰਕੇ ਸਾਡੀ ਇਹ ਖੁਸ਼ਕਿਸਮਤੀ ਹੈ, ਅਸੀਂ ਭਗਤ ਤਾਂ ਆਪਣੇ ਧਰਮ ਦੇ ਨਹੀਂ, ਆਪਣੇ ਪ੍ਰੋਫੈਸ਼ਨ ਦੇ ਜ਼ਰੂਰ ਭਗਤ ਹਾਂ। ਜੀ ਸੁਰਿੰਦਰ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ ਜੀ। ਮਿਹਰਬਾਨੀ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਜੀ ਸੁਖੀ ਘੁੰਮਣ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਹੈ, ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਤੇ ਇੱਥੇ ਤੁਸੀਂ ਜਿਹੜਾ ਨਾਲ ਇੰਡੀਅਨ ਰੈਸਟੋਰੈਂਟ ਦੇ ਦੇਸੀ ਘਿਓ ਦੇ ਪਰੌਂਠਿਆਂ ਦਾ ਲੁਤਫ ਲੈ ਸਕਦੇ ਹੋ। ਦਹੀਂ ਦੇ ਨਾਲ ਦੇਸੀ ਘਿਓ ਦੇ ਪਰੌਂਠੇ ਇਹਨਾਂ ਦੀ ਵਿਸ਼ੇਸ਼ਤਾ। ਹੋਰ ਭਾਰਤੀ ਵਿਦੇਸ਼ੀ ਖਾਣੇ ਖਾਧੇ ਜਾ ਸਕਦੇ ਨੇ ਇੱਥੇ ਤੁਸੀਂ ਟਰੱਕ ਤੋਂ ਆਓ, ਡੀਜ਼ਲ ਪਵਾਓ, ਤੇ ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਤੇ ਇਸ ਦੇ ਨਾਲ ਤੁਸੀਂ ਕਾਲ ਮਿਲਾ ਸਕਦੇ ਹੋ। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ ਜੋ ਇਦਾਰੇ ਰਨ ਕਰਦੇ ਨੇ, ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ। ਨੰਬਰ ਹੈ 661 304 7500 661 304 7500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਤੇ ਇਸ ਦੇ ਨਾਲ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਤੇ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਮੰਗਵਾਉਣਾ, ਇਮੀਗ੍ਰੇਸ਼ਨ ਦਾ ਕੋਈ ਕੇਸ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਤਾਂ ਇਹ ਸੇਵਾਵਾਂ ਵੀ ਤੁਸੀਂ ਤਰਸੇਮ ਸਿੰਘ ਗਿੱਲ ਹੋਰਾਂ ਕੋਲੋਂ ਲੈ ਸਕਦੇ ਹੋ। ਤੇ ਤਰਸੇਮ ਸਿੰਘ ਗਿੱਲ CPA ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ, ਜਿਨ੍ਹਾਂ ਦਾ ਨੰਬਰ ਹੈ 484 764 9861 484 764 9861। ਸਾਡਾ ਜ਼ਿਕਰ ਕਰਨ ਤੇ ਹੋਰ ਰਹਿਤ ਮਿਲੇਗੀ, ਕਿਉਂਕਿ ਆਪਣੇ ਸਰੋਤੇ ਨੇ ਬੜੇ ਪੁਰਾਣੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ। ਤੇ ਇਸੇ ਤਰ੍ਹਾਂ ਜੇ ਤੁਸੀਂ ਹੋ ਆਪਣਾ ਸਿਆਟਲ ਇਲਾਕੇ ਦੇ ਵਿੱਚ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਸੋ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲੇ ਨਾਲ। ਸੋ ਓਨਰ ਆਪਰੇਟਰ ਤੇ ਡਰਾਈਵਰ ਵੀਰ ਜਿਹੜੇ ਨੇ ਉਹਨਾਂ ਦੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਤੁਸੀਂ ਸੰਪਰਕ ਇਹਨਾਂ ਨਾਲ ਕਰੋ, ਕਿਉਂਕਿ ਬੜੇ ਅੱਛੇ ਵੇਜਸ ਪੇ ਕੀਤੇ ਜਾਂਦੇ ਨੇ
ਆਵਰਲੀ ਪੇ ਕੀਤਾ ਜਾਂਦਾ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ। ਸੋ ਸੰਪਰਕ ਕਰੋ ਵਾਸ਼ਿੰਗਟਨ ਫਰੇਟ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060। ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਤੁਹਾਡੇ ਨਾਲ ਜੁੜਦੇ ਹਾਂ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਤੇ ਵੀ ਤੁਸੀਂ ਸੁਣ ਸਕਦੇ ਹੋ। ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ। ਤੇ ਉਸ ਤੋਂ ਇਲਾਵਾ ਉੱਥੇ ਤੁਸੀਂ ਜਿਹੜਾ ਹੈਗਾ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਪੇਜ ਦਾ ਲਿੰਕ ਹਾਸਲ ਕਰ ਸਕਦੇ ਹੋ। ਲਾਈਕ ਕਰੋ, ਸ਼ੇਅਰ ਕਰੋ, ਬੈਲ ਆਈਕਨ ਦਬਾਵੋ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਤੁਹਾਨੂੰ ਸੂਚਨਾ ਮਿਲੇ। ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਬਿਹਤਰ ਤਰੀਕਾ ਹੈ ਕਿ WhatsApp ਦੇ ਜ਼ਰੀਏ ਵੀ ਮੰਗਵਾ ਸਕਦੇ ਹੋ। ਜਿਵੇਂ ਅੱਜ ਅਚਾਨਕ ਪ੍ਰੋਗਰਾਮ ਕੀਤਾ, ਇਹਦਾ ਲਿੰਕ ਹੈ, ਇਹ ਤੁਹਾਨੂੰ WhatsApp ਦੇ ਜ਼ਰੀਏ ਮਿਲੇਗਾ। ਤੇ ਪ੍ਰੋਗਰਾਮ ਜਦੋਂ ਵੀ ਸ਼ੁਰੂ ਹੁੰਦਾ ਤਾਂ ਆਪਣਾ ਜਿਹੜੇ ਵੀ ਚੈਨਲ ਫੇਸਬੁੱਕ ਦਾ ਜਾਂ YouTube ਤੋਂ ਸ਼ੁਰੂ ਹੁੰਦਾ ਉਹ ਲਿੰਕ ਤੁਹਾਨੂੰ ਭੇਜਦੇ ਹਾਂ। ਜੇ ਖੁਦਾ ਨਾ ਖਾਸਤਾ, ਕਿਉਂਕਿ ਹੋ ਹੀ ਜਾਣਾ ਇਹ, ਫੇਸਬੁੱਕ ਮੇਰੀ ਬੰਦ ਹੀ ਕਰਵਾ ਦਿੱਤੀ ਇਹਨਾਂ ਨੇ ਪੇਜ, ਕਾਫੀ ਨੁਕਸਾਨ ਹੋ ਰਿਹਾ ਉਸ ਦਾ ਵੀ। ਤੇ ਇਸ ਕਰਕੇ ਵੀਰੋ ਪਤਾ ਨਹੀਂ, ਕਿਉਂਕਿ ਸੱਚ ਕਹਿਣ ਦੀ ਸਾਡੀ ਵੀ ਮਾੜੀ ਵਾਦੀ ਹੈ, ਸਾਨੂੰ ਵੀ ਹਟਦੇ ਅਸੀਂ ਵੀ ਨਹੀਂ ਤੇ ਹਟਦੇ ਅਗਲੇ ਵੀ ਨਹੀਂ। ਤੇ ਇਸ ਕਰਕੇ WhatsApp ਨੰਬਰ ਹੈ ਇਹੀ ਸਟੂਡੀਓ ਵਾਲਾ ਹੀ 9873 09655 987659 9876309655 9876609655। ਪਿਆਰਾ ਸਿੰਘ ਕਹਿੰਦੇ ਜੇ ਇੱਕ ਕੈਟਾਗਰੀ ਨੂੰ ਛੱਡ ਕੇ ਦੂਜੇ ਇੱਕ ਪਾਸੇ ਲੀਡਰ ਜਾਂ ਵਿਧਾਇਕ ਦੇ ਤੌਰ ਤੇ ਵੇਖੀ ਤਾਂ ਕਿਹੜੇ ਪੱਖੋਂ ਚੰਗਾ ਨਹੀਂ ਚੰਨੀ ਪੰਜਾਬੀਆਂ ਦੇ ਲਈ? ਉਹ ਠੀਕ ਹੈ, ਪਰ ਬਾਈ ਜੀ ਇੱਕ ਮੁੱਖ ਮੰਤਰੀ ਦਾ ਕਾਰਜਕਾਲ ਦੇ ਲਈ ਇਹ ਤੁਸੀਂ ਵੀ ਇੱਥੇ ਹੋ, ਅਸੀਂ ਵੀ ਇੱਥੇ ਹਾਂ, ਕਿ ਉਹ ਨਹੀਂ ਚਲਾ ਪਾਏਗਾ। ਇੱਕ ਲਾਈਟ ਵੇਟ ਗੱਡੀ ਹੁੰਦੀ ਹੈ, ਇੱਕ ਹੈਵੀ ਟਰੱਕ ਹੁੰਦਾ, ਡਰਾਈਵਰ ਦਾ ਬਹੁਤ ਫਰਕ ਹੁੰਦਾ ਵਰਕਿੰਗ ਦਾ। ਬਾਕੀ ਅੰਧ ਵਿਸ਼ਵਾਸ ਇਹ ਨਹੀਂ, ਅੰਧ ਵਿਸ਼ਵਾਸ ਸਾਰੇ ਹੀ ਕਰਦੇ ਆ। ਮੈਂ ਪਹਿਲਾਂ ਇਹ ਨਹੀਂ ਕਿ ਚੰਨੀ ਦਾ ਜ਼ਿਕਰ ਕੀਤਾ, ਇਹ ਸਾਰਾ ਪੌੜਾ ਅਖੌਤੀ ਪੰਡ ਤਾਊਪਣੇ ਨੇ ਪਾਇਆ ਹੋਇਆ, ਮਨੂਵਾਦੀਆਂ ਨੇ, ਜਿਨ੍ਹਾਂ ਨੇ ਸਾਨੂੰ ਜਾਤ ਵਿਸ਼ੇਸ਼ ਧਰਮਾਂ ਜਾਤਾਂ 'ਚ ਵੰਡਿਆ। ਜੇ ਤੁਸੀਂ ਉਹਨਾਂ ਤੇ ਹੀ ਚੱਲਣਾ ਫਿਰ ਤੁਹਾਡੀ ਜਾਤ ਵਿਸ਼ੇਸ਼ ਦਾ ਫਰਕ ਕੀ ਹੈ, ਹਨਾ? ਇਹ ਲੁੱਟ ਹੈ। ਠੀਕ ਹੈ, ਸ਼ਾਮ ਪਾਈ ਤੁਹਾਨੂੰ ਸੋਹਣੀ ਲੱਗਦੀ ਹੈ, ਉਹਦੇ ਲਈ ਪਾਓ, ਪਰ ਜੇ ਤੁਸੀਂ ਅੰਧ ਵਿਸ਼ਵਾਸ ਲਈ ਪਾਉਂਦੇ ਹੋ ਮੂੰਗਾ ਜੀ, ਫਲਾਂ ਜੀ, ਟਮਕਾਂ ਜੀ। ਸਭ ਤੋਂ ਪਹਿਲਾਂ ਨਾ ਜਦੋਂ ਬਾਦਲ ਸਾਹਿਬ ਦਾ, ਸੁਖਬੀਰ ਬਾਦਲ ਦਾ ਜਦੋਂ ਓਪਲ ਪਾਇਆ ਦੇਖਿਆ ਸੀ 2006-07 ਦੇ ਵਿੱਚ, ਤਾਂ ਸ਼ਾਇਦ ਮੈਂ ਪਹਿਲਾ ਜਰਨਲਿਸਟ ਸੀ ਜਿਹਨੇ ਦੀ ਆਲੋਚਨਾ ਕੀਤੀ ਸੀ। PVC TV ਹੁੰਦਾ ਸੀ ਉਦੋਂ। ਫਿਰ ਮੈਂ ਉਹ ਪਤਾ ਕੀਤਾ ਵੀ ਯਾਰ ਇਹ ਪੱਥਰ ਕੀ ਹੈ, ਕਿੰਨਾ ਕੁ ਮਹਿੰਗਾ। ਕਹਿੰਦੇ 1.5-2 ਕਰੋੜ ਦਾ, ਜਿਹੜਾ ਸੁਖਬੀਰ ਨੇ ਵੱਡੀ ਉਂਗਲ 'ਚ ਪਾਇਆ। ਉਸ ਤੋਂ ਬਾਅਦ ਹਰਸਿਮਰਤ ਨੇ ਪਾਇਆ ਤੇ ਫਿਰ ਉਹੀ ਦੁਧੀਆ ਪੱਥਰ ਪ੍ਰਕਾਸ਼ ਸਿੰਘ ਬਾਦਲ ਨੇ ਪਾ ਲਿਆ। ਉਸ ਤੋਂ ਬਾਅਦ ਫਿਰ ਪ੍ਰੇਮ ਸਿੰਘ ਚੰਦੂਮਾਜਰਾ ਜਾਂ ਹੋਰ, ਫਿਰ ਤਾਂ ਅਕਾਲੀਆਂ ਦਾ ਡਰੈਸ ਕੋਡ ਹੀ ਹੋ ਗਿਆ ਇਸ ਤਰ੍ਹਾਂ ਦੇ ਨਗ। ਇਸ ਤੋਂ ਬਾਅਦ ਤੁਸੀਂ ਵੇਖੋ ਕਿ ਉੱਥੇ ਮੈਂ ਦੇਖਿਆ 1-2 ਵਾਰੀ ਜਾ ਕੇ, ਵੀਡੀਓ ਤਾਂ ਨਹੀਂ ਬਣਾਈ ਵੀ, ਇਹਨਾਂ ਚੀਜ਼ਾਂ ਦਾ ਜ਼ਿਕਰ ਕਰੀਦਾ। ਮਟਕਾ ਚੌਂਕ ਤੁਸੀਂ ਵੇਖੋ ਮੰਗਲਵਾਰ ਤੇ ਸ਼ਨੀਵਾਰ ਕਿੰਨੇ ਸਾਊਥ ਇੰਡੀਅਨ ਪਾਂਡੇ ਆਉਂਦੇ ਆ VVIP ਗੱਡੀਆਂ ਦੇ ਵਿੱਚ, ਪਤਾ ਨਹੀਂ ਕੀ ਹਵਨ ਕਰਾਈ ਜਾਂਦੇ, ਕੋਈ ਬਗਲਾ ਮੁਖੀ ਤੁਰਿਆ ਫਿਰਦਾ, ਕੋਈ ਕਿਤੇ। ਸੋ ਇਹ ਟੋਟਕੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ, ਇਹਨਾਂ ਦੀ ਵਾਈਫ ਨੇ ਇਲੈਕਸ਼ਨ ਲੜੀ ਸੀ, ਆਪਣਾ ਘਰ ਦਾ ਐਡਰੈਸ ਚੇਂਜ ਕਰ ਲਿਆ ਸੀ ਮੋਤੀ ਮਹਿਲ ਦਾ, ਵਿੱਚ ਸਰਵੈਂਟ ਕੁਆਟਰ ਨੇ ਉਹਨਾਂ ਦਾ ਨੰਬਰ ਦਿੱਤਾ ਸੀ ਜੋਤਸ਼ੀ ਦੇ ਕਹਿ ਤੋਂ। ਇਹ ਚੀਜ਼ਾਂ 'ਚ ਕੋਈ ਆਧਾਰ ਨਹੀਂ ਹੈ। ਇਹ ਠੀਕ ਹੈ, ਤੁਹਾਡਾ ਇਹ ਆਸਥਾ ਹੋ ਸਕਦੀ ਹੈ, ਪਰ ਇਹ ਕੋਈ ਫਾਲਤੂ ਚੀਜ਼ਾਂ ਨੇ। ਜੋ ਕੁਝ ਕਰਨਾ ਕੁਦਰਤ ਨੇ ਉਹ ਕਰਨਾ ਹੀ ਕਰਨਾ। ਸੋ ਇਸ ਕਰਕੇ ਇਹਨਾਂ ਟੋਟਕਿਆਂ ਨਾਲ ਕਦੇ ਕੰਮ ਨਹੀਂ ਚੱਲਦੇ ਹੁੰਦੇ। ਸੋ ਇਹ ਕਮਜ਼ੋਰ ਮਨ ਦੀ ਨਿਸ਼ਾਨੀ ਹੈ। ਦੂਜਾ, ਨਵਜੋਤ ਸਿੰਘ ਸਿੱਧੂ ਵੀ, ਉਹ ਵੀ ਗਲ 'ਚ ਮਫਰਲ ਪਾ ਕੇ ਰੱਖਦਾ, ਉਹ ਵੀ, ਕਿਉਂਕਿ ਉਹਦਾ ਵੀ ਇੱਕ ਸਾਧ ਜਿਹਾ ਹੈਗਾ ਬੰਦਾ, ਵੇਖਿਆ ਉਹਦੀ ਵਾਈਫ ਜੋ। ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਮਾਨਸਿਕ ਤੌਰ ਤੇ ਕਮਜ਼ੋਰ ਵੀ ਹੁੰਦੇ ਨੇ। ਦੂਜਾ, ਇਹਨਾਂ ਦੀ ਜਿਹੜੀ ਪਰਸਨਲ ਵਰਕਿੰਗ ਹੈ ਨਾ, ਉਸ ਹਿਸਾਬ ਦੇ ਨਾਲ ਇਹ ਕਮਜ਼ੋਰ ਫੈਸਲਾ ਜਿਹੜਾ ਕਾਂਗਰਸ ਨੂੰ ਹਾਸ਼ੀਏ ਤੇ ਲਿਜਾਏਗਾ। ਕਿਉਂਕਿ ਇਸ ਵਕਤ ਜੋ ਸਥਿਤੀ ਹੈ, BJP ਨੇ, ਚਲੋ ਸੁਰਿੰਦਰ ਜੀ ਦਾ ਵੱਖਰਾ ਨਜ਼ਰੀਆ, ਜਿਹੜਾ ਮੇਰਾ ਨਜ਼ਰੀਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੇ CMਸ਼ਿਪ ਨਿਭਾ ਗਿਆ ਨਾ ਤਾਂ BJP ਨਾਲ ਸਾਂਝ ਦੇ ਕਰਕੇ ਨਿਭਾ ਗਿਆ। ਪਹਿਲਾਂ ਤਾਂ ਅਕਾਲੀ ਦਲ ਦੇ ਉੱਤੇ ਜੋ ਕੇਸ ਬਣਦੇ ਸੀ ਉਹ ਉਹਨੇ ਨਹੀਂ ਸੀ ਕੀਤੇ, ਕਿਉਂਕਿ ਜੇ 19 ਚ ਸਰਕਾਰ BJP ਦੀ ਨਾ ਆਉਂਦੀ ਤੇ ਬਾਦਲਾਂ ਦੇ ਖਿਲਾਫ ਇਹਨੇ ਐਕਸ਼ਨ ਕਰਨਾ ਸੀ। ਪਰ ਜਦੋਂ ਨਹੀਂ ਆਈ ਫਿਰ ਭਾਜਪਾ ਦਾ ਦਬਾਅ, ਕੁਛ ਆਪਣੀਆਂ ਕਮਜ਼ੋਰੀਆਂ। ਸੋ ਇਸ ਕਰਕੇ ਬਾਦਲ ਪਰਿਵਾਰ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਸੀ ਲੈ ਸਕਣਾ ਇਸਨੇ, ਭਾਵੇਂ 7 ਵਾਰੀ CM ਬਣਾ ਦਿਓ। ਦੂਜਾ, BJP ਹੁਣ ਵਰਤੇਗੀ ਕੈਪਟਨ ਅਮਰਿੰਦਰ ਸਿੰਘ ਨੂੰ, ਕਿਉਂਕਿ ਉਹਦਾ ਜਿਹੜਾ ਐਂਟੀ ਖਾਲਿਸਤਾਨ ਫੰਡ ਹੈ ਉਸ ਨੂੰ ਇਹ ਜਿਹੜਾ ਹਿੰਦੂਤਵ ਕੈਸ਼ ਕਰਦਾ ਹੈ। ਇਹ ਜੇ ਬਿਆਨ ਦਿੰਦਾ ਨੈਸ਼ਨਲ ਚੈਨਲ ਤੇ ਬੈਠ ਕੇ
ਇਹਦੇ ਨਾਲ ਬੇਇੱਜ਼ਤੀ ਸਿੱਧੂ ਦੀ ਨਹੀਂ ਹੋਈ, ਬੇਇੱਜ਼ਤੀ ਸੋਨੀਆ ਦੀ ਹੋਈ ਹੈ ਜਿਨ੍ਹਾਂ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ। ਸੋ ਇਸ ਕਰਕੇ ਉਹ ਪੂਰੇ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਨੂੰ ਭੰਡਣ ਦੇ ਵਾਸਤੇ ਉਹਨਾਂ ਨੂੰ ਮਸੌਦਾ ਮਿਲ ਗਿਆ ਕਪਤਾਨ ਦੀ ਬਦੌਲਤ। ਸੋ ਜਿਸ ਕਰਕੇ ਕਾਂਗਰਸ ਦੀ ਮਜਬੂਰੀ ਬਣੀ, ਉਹਨਾਂ ਨੇ ਫਿਰ ਉਸ ਸਾਰੇ ਤੋਂ ਡੈਂਟ ਤੋਂ ਡਰਦਿਆਂ ਉਹਨਾਂ ਨੇ ਫਿਰ ਹੋਰ ਕਮਜ਼ੋਰੀ 'ਚ ਆ ਕੇ ਹੋਰ ਕਮਜ਼ੋਰ ਫੈਸਲਾ ਕੀਤਾ, ਜਿਹੜਾ ਕਿ ਇਹਨਾਂ ਲਈ ਘਾਤਕ ਹੈ। ਬਿਹਤਰ ਹੁੰਦਾ ਸੁਨੀਲ ਜਾਖੜ ਨੂੰ ਬਣਾ ਦਿੰਦੇ ਤਾਂ ਉਹ ਬੈਟਰ ਰਹਿਣਾ ਸੀ ਕਾਂਗਰਸ ਦੇ ਭਵਿੱਖ ਦੇ ਵਾਸਤੇ ਤੇ ਪੰਜਾਬ ਦੇ ਭਵਿੱਖ ਦੇ ਵਾਸਤੇ। ਉਹ ਥੋੜਾ ਬਿਹਤਰ ਰਹਿਣਾ ਸੀਗਾ ਇਹਨਾਂ ਦੇ ਨਾਲੋਂ। ਚੰਨੀ ਇੰਨੀ ਸੂਝ-ਬੂਝ ਨਾਲ ਕੰਮ ਨਹੀਂ ਕਰ ਸਕਦਾ। ਨਿੱਜੀ ਤੌਰ ਤੇ ਭਾਵੇਂ ਕੋਈ ਕਿੰਨਾ ਸਾਊ ਹੋਵੇ, ਇੱਕ ਸਾਊ ਬੰਦੇ ਨੂੰ ਚੱਕ ਕੇ ਤੁਸੀਂ ਸੀਐਮ ਲਾ ਦਿਓ, ਉਹ ਚਲਾ ਲੇਗਾ? ਨਹੀਂ ਚਲਾ ਸਕਦਾ। ਸੀਐਮਸ਼ਿਪ ਇੱਕ ਵੱਖਰੀ ਚੀਜ਼ ਹੁੰਦੀ ਹੈ। ਸੋ ਕਈ ਸਾਰੇ ਸਵਾਲ ਇਸ ਤਰ੍ਹਾਂ ਦੇ ਸੀ, ਮੈਂ ਸਾਰਿਆਂ ਦਾ ਇਕੱਠਾ ਹੀ ਜਵਾਬ ਦੇ ਦਿੱਤਾ। ਤੇ ਹਰਭਜਨ ਚਾਲ ਦਾ ਸਵਾਲ ਸੀਗਾ ਸਿੱਧੂ ਬਾਰੇ। ਬਿਲਕੁਲ ਇਹ ਬਾਈ ਜੀ ਅਸੀਂ ਪਹਿਲਾਂ ਬੜੀ ਆਲੋਚਨਾ ਕਰ ਚੁੱਕੇ ਹਾਂ, ਕਿਉਂਕਿ ਜਿਹੜਾ ਵੀ ਇਸ ਤਰ੍ਹਾਂ ਦਾ ਕੋਈ ਵੀ ਗੈਰ ਮਿਆਰੀ ਗੈਰ ਵਾਜਬ ਕੰਮ ਕਰਦਾ ਅੰਧ ਵਿਸ਼ਵਾਸਾਂ ਦੇ, ਕਿਉਂਕਿ ਕਾਨੂੰਨ ਵੀ ਇਸ ਨੂੰ ਪ੍ਰਮੋਟ ਨਹੀਂ ਕਰਦਾ, ਤਾਂ ਇਸ ਕਰਕੇ ਉਸ ਦੀ ਆਲੋਚਨਾ ਹੋਣੀ ਚਾਹੀਦੀ ਹੈ। ਸੋ ਲਓ ਦੋਸਤੋ, ਸਵੇਰੇ ਫਿਰ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਨਾਲ ਜੁੜਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਕਾਲ ਮੈਂ ਕਈ ਨਹੀਂ ਲੈ ਸਕਿਆ, ਉਸ ਦੇ ਲਈ ਮਾਫੀ ਤੇ ਆਪ ਸਭ ਸੱਜਣਾ ਦਾ ਧੰਨਵਾਦ। ਸਵੇਰੇ 6 ਵਜੇ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਇੰਦਰਪ੍ਰੀਤ ਟਵਾਣਾ ਫਿਰ ਜੁੜੇ ਨੇ ਸ਼ਾਇਦ ਜਾਂਦੇ ਜਾਂਦੇ। ਟਵਾਣਾ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਆਖਰੀ ਕਾਲ। ਹਾਂਜੀ ਬਾਈ ਜੀ, ਮੈਂ ਤਾਂ ਨਾ ਥੋੜੀ ਜਿਹੀ ਰਿਕੁਐਸਟ ਕਰਨੀ ਸੀ ਆਪਣੇ ਵੀਰਾਂ ਨੂੰ ਜਿਹੜੇ ਸੁਣਦੇ ਨੇ, ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ। ਕੱਲ ਨੂੰ ਆਪਣੇ ਇੱਥੇ ਵੋਟਾਂ ਨੇ ਕੈਨੇਡਾ ਦੇ ਵਿੱਚ ਨਾ। ਹਾਂ ਬਿਲਕੁਲ। ਅਸੀਂ ਪੰਜਾਬ ਵਾਸਤੇ ਤਾਂ ਪਿੱਟਦੇ ਆਂ ਵੀ ਉਹ ਲੋਕਾਂ ਨੇ ਗਲਤ ਚੁਣ ਲਏ ਜੀ ਬੰਦੇ, ਉਹ ਪੰਜਾਬ ਵਾਲੇ ਏਦਾਂ ਨੇ ਉਦਾਂ ਨੇ, ਪਰ ਸਾਡੇ ਤੇ ਵੀ ਸਾਡੀ ਵੀ ਹੁਣ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਹੁਣ ਸਾਡੇ ਇੱਥੇ ਜਿਵੇਂ ਸਾਡੇ ਆਪਣੇ ਉਹ ਹੁੰਦੇ ਨੇ ਮੁੱਦੇ ਥੋੜੇ ਜਿਹੇ ਨਿੱਜੀ, ਮੇਰਾ ਆਹ ਸਾਡੇ ਇਲਾਕੇ ਦਾ ਬੰਦਾ, ਆਹ ਲੀਡਰ ਸਾਡੇ, ਇਹਨੇ ਮੈਨੂੰ ਚਿੱਠੀ ਦੇਤੀ ਸੀਗੀ ਉਹਦੇ ਵਾਸਤੇ। ਉਹ ਜਿਹੜੀਆਂ ਗਿੱਦੜ ਚੱਠੀਆਂ ਨੇ ਵੀਜ਼ੇ ਵਾਲੀ, ਸਾਡੀ ਮਾਰ ਨਾ ਜਿਹੜੀ ਸਾਡੀਆਂ ਮਤਲਬ ਉਹ ਲੋੜਾਂ ਨੇ ਉਹ ਇਹੀ ਨੇ, ਵੀਜ਼ਾ ਲੱਗ ਜੂ, ਮੈਂ ਆਪਣੇ ਭਰਾ ਨੂੰ ਬੁਲਾਉਣਾ, ਉਹ ਬੁਲਾਉਣਾ। ਸੋ ਜਦੋਂ ਤੱਕ ਤੁਸੀਂ ਅਗਲੀ ਪੀੜ੍ਹੀ ਵਾਸਤੇ ਸੋਚ ਕੇ ਨਹੀਂ ਨਾ ਵੋਟ ਪਾਓਗੇ ਤਾਂ ਜਿਹੜਾ ਪੰਜਾਬ 'ਚ ਹਾਲ ਆ ਉਹ ਕੈਨੇਡਾ 'ਚ ਵੀ ਤੁਹਾਡਾ ਇਹੀ ਹਾਲ ਰਹਿਣਾ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਵੀਰ ਜਿਹਨੂੰ ਮਰਜ਼ੀ ਵੋਟ ਪਾਓ, ਪਰ ਆਪਣੇ ਮਨ ਨਾਲ ਪਾਓ। ਇਹ ਨਹੀਂ ਕਿ ਮੈਨੂੰ ਮਾਮੇ ਨੇ ਕਹਿਤਾ, ਚਾਚੇ ਨੇ ਕਹਿਤਾ। ਸਾਡੇ ਬਿਲਕੁਲ ਆਪਣਾ ਜਾਤ ਵਿਸ਼ੇਸ਼ ਧਰਮ ਸਾਰਾ ਕੁਝ ਛੱਡ ਕੇ ਅੱਛੇ ਇਨਸਾਨ ਚੁਣੋ, ਭਾਵੇਂ ਕੋਈ ਵੀ ਖਿੱਤੇ ਦੇ ਹੋਣ, ਕੋਈ ਵੀ ਮਜ਼ਹਬ ਦੇ ਹੋਣ ਜੀ। ਤੁਸੀਂ ਇਹ ਗੱਲ ਕਰਦੇ ਸੀ ਨਾ ਚੰਨੀ ਸਾਹਿਬ ਦੀ ਵੀ ਇਹਨਾਂ ਦੇ ਸਿਰ ਤੇ ਤਾਜ ਬੰਨਤਾ। ਬਾਈ ਜੀ ਇੱਥੇ ਸਾਡੇ ਨਾ ਗੁਰਬਖਸ਼ ਸਿੰਘ ਮੱਲੀ ਰਹੇ ਨੇ, ਮੈਨੂੰ ਲੱਗਦਾ ਕਾਫੀ ਸਾਲ ਰਹੇ ਨੇ ਉਹ ਆਪਣੇ ਰਹੇ ਨੇ। ਹਾਂ, ਉਹਨਾਂ ਦੀ ਬੇਟੀ ਵੀ ਹੈ ਸਰਕਾਰ। ਪਰ ਉਹ ਜਾਣੀ ਕਿ ਹੈ ਨਾ ਜਿਵੇਂ ਲੋ ਪ੍ਰੋਫਾਈਲ 'ਚ ਰਹਿ ਕੇ ਉਹਨਾਂ ਨੇ ਕੰਮ ਕੋਈ ਨਹੀਂ ਕੀਤਾ। ਬਸ ਸਿੱਖ ਦੇ ਪਹਿਲੇ ਸਿੱਖ MP ਹੋਣ ਤੋਂ ਬਾਅਦ ਉਹਨਾਂ ਨੇ ਕੌਮ ਵਾਸਤੇ ਕੀ ਕੀਤਾ ਕਿ ਆਪਣੀ ਬੇਟੀ ਨੂੰ ਹੁਣ ਉਹ MP MLA ਬਣਾ ਗਏ ਨੇ ਆਪਣੇ ਜਿਹੜੀ ਓਨਟਾਰੀਓ ਦੀ ਪ੍ਰੋਵਿੰਸ ਦੇ ਵਿੱਚ। ਇਹ ਉਹਨਾਂ ਦੀ ਦੇਣ ਆ ਸਮਾਜ ਨੂੰ। ਬਸ ਇੱਕ ਸਿੱਖ ਪਹਿਲੇ ਦਸਤਾਰਧਾਰੀ ਸੀਗੇ, ਉਹ ਉਹਨਾਂ ਦਾ ਇੱਕ ਟੈਗ ਹੈ। ਬਾਕੀ ਜੀ ਜਦੋਂ ਨਾ ਬੰਦਾ ਲੋ ਪ੍ਰੋਫਾਈਲ, ਜਿਵੇਂ ਹੁਣ ਚੰਨੀ ਚਾਹੇ ਹੋਰ 2 ਵਾਰੀ ਜਿੱਤ ਜਾਂਦਾ, ਜਦੋਂ ਇਹ ਹਾਈ ਪ੍ਰੋਫਾਈਲ 'ਚ ਆ ਗਿਆ ਗਲਤੀਆਂ ਉਦੋਂ ਹੀ ਬੰਦੇ ਦੀਆਂ ਨਿਕਲਦੀਆਂ ਨੇ, ਉਦੋਂ ਹੀ ਲੋਕ ਕ੍ਰਿਟੀਸਾਈਜ਼ ਕਰਦੇ ਨੇ। ਇਹੀ ਹਾਲ ਧਰਮਸੋਤ ਦਾ ਸੀਗਾ ਆਪਣੇ ਏਰੀਏ 'ਚੋਂ। ਜਦੋਂ ਮੰਤਰੀ ਨਹੀਂ ਬਣਿਆ ਲੋਕ ਵੋਟਾਂ ਪਾਈ ਜਾਂਦੇ ਸੀ। ਹੁਣ ਇਸ ਵਾਰੀ ਟ੍ਰੈਂਡ ਹੋਰ ਹੋਊਗਾ ਜਦੋਂ ਲੋਕ ਨਹੀਂ। ਤਕਨੀਕੀ ਸਿੱਖਿਆ ਮੰਤਰੀ ਵੀ ਰਿਹਾ, ਇੱਕ ਡਿਸੀਜਨ ਲੈਣਾ ਸੀ, ਟਾਸ ਪਾਉਣ ਲੱਗ ਗਿਆ ਸੀ। ਉਹ ਕਹਿੰਦਾ ਆਪਾਂ ਟਾਸ ਪਾ ਲੈਣੇ, ਲਓ ਜੀ। ਇੱਕ ਗਲਤੀ ਸਾਨੂੰ ਤਾਂ ਉਹਦੀ ਵਿਦਵਤਾ ਦਾ ਪਤਾ ਹੈ। ਹਾਂਜੀ, ਜਦੋਂ ਪਿੰਡ ਉੱਥੇ ਰੋਡੇ ਸਰਪੰਚ ਦੇ ਨਾਲ ਬਹਿ ਕੇ ਗੱਡੀ 'ਚ ਅਸੀਂ ਤਾਂ ਉਹਦੇ ਦੇਖਿਆ ਨਾ ਵੀ ਕੀ ਉਹਦਾ ਹਿਸਾਬ ਕਿਤਾਬ ਸੀਗਾ। ਰੋਡੇ ਵਰਗੇ ਵੀ ਉਹਨੂੰ ਉਹ ਇਹ ਕਹਿ ਕੇ ਬੁਲਾਉਂਦੇ ਸੀਗੇ। ਤੇ ਪਰ ਇਹ ਵੀ ਕਮਜ਼ੋਰ ਸੀਐਮ ਹੈ, ਉਹਦੇ 'ਚ ਇਹ ਨਹੀਂ ਕਰ ਸਕੇਗਾ। ਇਹ ਠੀਕ ਹੈ ਕਿ ਕਾਂਗਰਸ ਨੇ ਆਪਣਾ ਵਕਤ ਇਹਦੇ 'ਚ ਟਪਾ ਲਿਆ ਤੇ ਉਹਦੇ ਨਾਲ ਇਹ ਨਹੀਂ ਹੋ ਸਕੇਗਾ। ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ। ਕੋਈ ਹੋਰ ਕਹਿਣਾ ਚਾਹੁੰਦਾ ਕੈਨੇਡਾ ਦੀਆਂ ਵੋਟਾਂ ਤੇ? ਜੀ ਬਸ ਇਹੀ ਹੈ ਜੀ ਮੇਰਾ ਤਾਂ। ਆਪਣੇ ਕੈਨੇਡਾ ਬਾਰੇ ਹਾਲੇ ਮੈਂ ਜ਼ਿਆਦਾ ਮੇਰਾ ਹੈਗਾ ਸੋਚਣ ਦਾ ਨਜ਼ਰੀਆ ਕਿ ਜ਼ਰੂਰ ਕੱਲਾ ਇਹ ਨਹੀਂ ਕਿ ਸਾਡੇ ਲੋਕਾਂ ਨੇ ਤਾਂ ਇੰਨੀ ਚਾਪਲੂਸੀ ਦੀ ਹੱਦ ਟਪਾਤੀ ਆ। ਟਰੂਡੋ ਦੇ ਗੀਤ ਬਣਾਤੇ ਨੇ ਕਈ ਸਿੰਗਰ ਹੈਗੇ ਨੇ 2-3 ਪੰਜਾਬ ਦੇ। ਮਤਲਬ ਉਹ ਤੁਸੀਂ $2,000 $5,000 ਸਭ ਬਿਜ਼ਨਸ ਹੈ ਵੀ ਤੈਨੂੰ $2,000 ਦੇ ਦਾਂਗੇ, ਗੀਤ ਬਣਾ ਦੇ। ਸੋ ਇਹ ਚੀਜ਼ਾਂ ਸਾਡੇ ਖੂਨ ਚੋਂ ਨਹੀਂ ਜਾਂਦੀਆਂ, ਭਾਵੇਂ ਬਹੁਤ ਟਾਈਮ ਚਾਹੀਦਾ ਇਹਦੇ ਵਾਸਤੇ। ਆਪਣਾ ਆਪ ਮਾਰਨਾ ਪੈਂਦਾ। ਬਾਈ ਜੀ ਧੰਨਵਾਦ, ਮਿਹਰਬਾਨੀ। ਥੈਂਕ ਯੂ ਇੰਦਰਪ੍ਰੀਤ, ਥੈਂਕ ਯੂ। ਸਤਿ ਸ਼੍ਰੀ ਅਕਾਲ। ਬਿਲਕੁਲ ਦੋਸਤੋ, ਬੰਦੇ ਦੀ ਕਿਤੇ ਨਾ ਕਿਤੇ ਕੋਈ ਕਾਬਲੀਅਤ ਪਹੁੰਚ ਹੋਣੀ ਚਾਹੀਦੀ ਹੈ ਤੇ ਇਹ ਜਾਤ ਵਿਸ਼ੇਸ਼ ਧਰਮ ਵਰਗ ਇਹ ਚੀਜ਼ਾਂ ਨੇ, ਕਿਉਂਕਿ ਤੁਸੀਂ ਜਿਸ ਜਵਾਬ ਦੇ ਵਿੱਚ ਹੋ ਕੀ ਉਸ ਜਵਾਬ ਦੇ ਨਾਲ ਸਹੀ ਤਰੀਕੇ ਨਾਲ ਇਨਸਾਫ ਕਰ ਪਾਉਂਦੇ ਹੋ, ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ। ਜਸਵੀਰ ਸਿੰਘ ਬਟਾਰੀ ਤੋਂ ਥੈਂਕ ਯੂ।
ਸਭ ਸੱਜਣਾ ਦਾ ਧੰਨਵਾਦ। ਬਾਈ ਮਨਜੀਤ ਚਾਲ ਆਪਣੇ ਸਬਸਕ੍ਰਾਈਬਰ ਵੀ ਨੇ, ਥੈਂਕ ਯੂ। ਸਭ ਸੱਜਣਾ ਦਾ ਧੰਨਵਾਦ। ਤੇ ਸਵੇਰੇ ਫਿਰ 6 ਵਜੇ ਭਾਰਤੀ ਸਮਾਂ ਜੁੜਾਂਗੇ ਤੁਹਾਡੇ ਨਾਲ, ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।